ਇਹ ਹੈ ਗਿਆਨੀ ਕੇਸਰ ਸਿੰਘ ਦੇ ਲਿਖੇ ਨਾਵਲ ਸ਼ਹੀਦ ਊਧਮ ਸਿੰਘ ਦੀ ਆਡੀਓ ਬੁੱਕ ਦਾ ਤੀਜਾ ਹਿੱਸਾ। ਆਵਾਜ਼ ਮਨਪ੍ਰੀਤ ਸਹੋਤਾ। ਜੇ ਤੁਸੀਂ ਇਸ ਆਡੀਓ ਬੁੱਕ ਦੇ ਪਹਿਲੇ 2 ਹਿੱਸੇ ਅਜੇ ਨਹੀਂ ਸੁਣੇ ਤਾਂ ਵੀਡੀਓ ਵਿੱਚ ਉੱਪਰ ਦਿੱਤੇ ਲਿੰਕ ਤੇ ਕਲਿੱਕ ਕਰਕੇ ਸੁਣ ਸਕਦੇ ਹੋ। 30 ਉਦੋਂ ਸਰਹਾਲੀ ਪਹੁੰਚਾ। ਬਾਬਾ ਗੁਰਦਿੱਤ ਸਿੰਘ ਨੂੰ ਮਿਲਿਆ। ਅੱਧੀ ਰਾਤ ਤੱਕ ਬਾਬਾ ਜੀ ਦੀਆਂ ਗੱਲਾਂ ਸੁਣਦਾ ਰਿਹਾ। ਉਹਨਾਂ ਉਸ ਨੂੰ ਦੱਸਿਆ ਕਿ ਸੁੱਚਾ ਸਿੰਘ ਦੇ ਬਾਪੂ ਨੂੰ ਉਹਨਾਂ ਆਖਰੀ ਵਾਰ ਬਜਬਜ ਘਾਟ ਉੱਤੇ ਜ਼ਖਮੀ ਹੋਏ ਨੂੰ ਵੇਖਿਆ ਸੀ। ਉਸ ਤੋਂ ਪਿੱਛੋਂ ਉਹਨਾਂ ਨੂੰ ਉਸ ਬਾਰੇ ਕੋਈ ਖਬਰ ਨਹੀਂ ਮਿਲੀ। ਹੋ ਸਕਦਾ ਹੈ ਉਹ ਉਹਨਾਂ ਜ਼ਖਮਾਂ ਦੇ ਕਾਰਨ ਸ਼ਹੀਦ ਹੋ ਗਿਆ ਹੋਵੇ ਜਾਂ ਗੋਰਿਆਂ ਨੇ ਪੁਲਿਸ ਮੁਕਾਬਲੇ ਦਾ ਇਲਜ਼ਾਮ ਲਾ ਕੇ ਗੋਲੀ ਮਾਰ ਦਿੱਤੀ ਹੋਵੇ। ਜਦ ਉਸਨੇ ਸੁੱਚਾ ਸਿੰਘ ਬਾਰੇ ਪੁੱਛਿਆ ਤਾਂ ਬਾਬਾ ਜੀ ਨੇ ਉੱਤਰ ਦਿੱਤਾ, ਸੁੱਚਾ ਸਿੰਘ ਤੇ ਬਹਾਦਰ ਸਿੰਘ ਦੋਵੇਂ ਆਏ ਸੀ। 3 ਦਿਨ ਮੇਰੇ ਪਾਸ ਰਹੇ, ਫੇਰ ਮਿਲਣ ਦਾ ਇਕਰਾਰ ਕਰਕੇ ਤੁਰ ਗਏ, ਫਿਰ ਮੁੜ ਨਹੀਂ ਆਏ। ਜਦ ਉਦੋਂ ਬਹਾਦਰ ਸਿੰਘ ਦੇ ਘਰ ਪਹੁੰਚਾ ਤਾਂ ਉੱਥੇ ਜੰਦਰਾ ਲੱਗਾ ਹੋਇਆ ਸੀ। ਪਿੰਡ ਵਾਲਿਆਂ ਦੱਸਿਆ ਕਿ ਉਹ ਲਗਭਗ ਮਹੀਨਾ ਹੋ ਗਿਆ ਹੈ ਵਾਂਢੇ ਗਿਆ ਸੀ ਤੇ ਅਜੇ ਤੱਕ ਮੁੜਿਆ ਨਹੀਂ ਜਾਪਦਾ। ਉਦੋਂ ਹੈਰਾਨ ਸੀ, ਕੀ ਕਰੇ ਤੇ ਕੀ ਨਾ ਕਰੇ। ਉਹ ਨਿਰਾਸ਼ ਹੋ ਕੇ ਲਾਹੌਰ ਮੁੜ ਪਿਆ। ਉਸਨੇ ਸੋਚਿਆ ਕਿ ਸੁੱਚਾ ਸਿੰਘ ਦੀ ਉਡੀਕ ਕਰਨ ਲਈ ਲਾਹੌਰ ਆਪਣੇ ਟਿਕਾਣੇ ਰਹਿਣਾ ਹੀ ਠੀਕ ਰਹੇਗਾ। ਉਹ ਸਵੇਰੇ ਉੱਠਦਾ, ਬੜੇ ਢੱਠੇ ਮਨ ਨਾਲ ਕੰਮ ਉੱਤੇ ਜਾਂਦਾ। ਜਦ ਘਰ ਮੁੜਦਾ ਤਾਂ ਇਕੱਲ ਉਸਨੂੰ ਵੱਡ-ਵੱਡ ਖਾਂਦੀ। ਉਹ ਤਰਕਾਲਾਂ ਤੋਂ ਲੈ ਕੇ ਅੱਧੀ ਰਾਤ ਤੱਕ ਬਾਜ਼ਾਰਾਂ ਵਿੱਚ ਬੇਮਤਲਬ ਘੁੰਮਦਾ ਰਹਿੰਦਾ। ਇੱਕ ਦਿਨ ਘੁੰਮਦਾ ਘੁਮਾਉਂਦਾ ਪੁਰਾਣੀਆਂ ਕਿਤਾਬਾਂ ਦੀ ਦੁਕਾਨ ਵਿੱਚ ਜਾ ਵੜਿਆ। ਉਹ 2-3 ਘੰਟੇ ਕਿਤਾਬਾਂ ਫੋਲਦਾ ਰਿਹਾ। ਜਦ ਦੁਕਾਨ ਬੰਦ ਕਰਨ ਦਾ ਵਕਤ ਹੋਇਆ ਤਾਂ ਦੁਕਾਨਦਾਰ ਨੇ ਪੁੱਛਿਆ, ਬਰਖੁਰਦਾਰ ਤੂੰ ਕਿਹੋ ਜਿਹੀ ਕਿਤਾਬ ਲੱਭਦਾ ਹੈ? ਜੀ ਮੈਨੂੰ ਤਾਂ ਆਪ ਪਤਾ ਨਹੀਂ ਮੈਂ ਕੀ ਪੜ੍ਹਨਾ ਚਾਹੁੰਦਾ। ਜੇ ਬੁਰਾ ਨਾ ਮੰਨੇ ਤਾਂ ਮੈਂ ਦੱਸਾਂ ਤੈਨੂੰ ਕੀ ਪੜ੍ਹਨਾ ਚਾਹੀਦਾ? ਜ਼ਰੂਰ ਦੱਸੋ ਮਿਹਰਬਾਨੀ ਕਰਕੇ। ਤੁਹਾਡੇ ਪੜ੍ਹਨ ਵਾਲੀਆਂ ਕਿਤਾਬਾਂ ਇਸ ਦੁਕਾਨ ਵਿੱਚ ਹੈ ਨਹੀਂ। ਕੀ ਮਤਲਬ? ਇਹੋ ਕਿ ਜੋ ਤੂੰ ਪੜ੍ਹਨਾ ਚਾਹੁੰਦਾ ਹੈ ਉਹ ਹੈ ਨਹੀਂ ਇਸ ਦੁਕਾਨ ਵਿੱਚ। 2-3 ਘੰਟੇ ਹੋ ਗਏ ਤੈਨੂੰ ਕਿਤਾਬਾਂ ਫੋਲਦਿਆਂ। ਤੁਹਾਨੂੰ ਕੀ ਪਤਾ ਮੈਂ ਕੀ ਪੜ੍ਹਨਾ ਚਾਹੁੰਦਾ? ਮੈਨੂੰ ਨਹੀਂ ਪਤਾ ਤੂੰ ਕੀ ਪੜ੍ਹਨਾ ਚਾਹੁੰਦਾ ਹੈ, ਪਰ ਮੈਨੂੰ ਇਹ ਜ਼ਰੂਰ ਪਤਾ ਹੈ ਕਿ ਨੌਜਵਾਨਾਂ ਨੂੰ ਕੀ ਪੜ੍ਹਨਾ ਚਾਹੀਦਾ ਹੈ। ਉਦੋਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੁਕਾਨਦਾਰ ਨੇ ਪੁੱਛਿਆ, ਬਰਖੁਰਦਾਰ ਕੀ ਕੰਮ ਕਰਦਾ ਹੈ? ਮਜ਼ਦੂਰੀ, ਜੋ ਮਿਲ ਜਾਏ। ਤੂੰ ਮਜ਼ਦੂਰ ਨਹੀਂ ਲੱਗਦਾ, ਪੜ੍ਹਿਆ ਲਿਖਿਆ ਜਾਪਦਾ ਹੈ। ਉਦੋਂ ਚੁੱਪ ਰਿਹਾ। ਮੈਨੂੰ ਇੱਕ ਬੰਦੇ ਦੀ ਲੋੜ ਹੈ ਦੁਕਾਨ ਵਿੱਚ, ਪਰ ਮੈਂ ਤਨਖਾਹ ਬਹੁਤੀ ਨਹੀਂ ਦੇ ਸਕਦਾ। ਦੁਕਾਨਦਾਰ ਦੀ ਗੱਲ ਸੁਣ ਕੇ ਉਦੋਂ ਦਾ ਦਿਲ ਕੀਤਾ ਕਿ ਉਸ ਨਾਲ ਗੱਲ ਕਰੇ, ਪਰ ਉਹ ਬਿਨਾਂ ਗੱਲ ਕੀਤੇ ਹੀ ਉਸਦੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਬਾਹਰ ਨਿਕਲ ਆਇਆ। ਉਹ ਘਰ ਜਾਂਦਾ ਰਾਹ ਵਿੱਚ ਸੋਚਦਾ ਰਿਹਾ। ਦੂਜੇ ਦਿਨ ਕੰਮ ਤੋਂ ਮੁੜ ਕੇ ਉਸੇ ਦੁਕਾਨ ਉੱਤੇ ਪਹੁੰਚ ਗਿਆ। ਕਿਤਾਬਾਂ ਫੋਲਣ ਲੱਗਾ। ਕੋਈ ਕਿਤਾਬ ਉਸਨੂੰ ਪਸੰਦ ਨਾ ਆਵੇ। ਉਹ ਸਾਰਾ ਦਿਨ ਕੰਮ ਕਰਕੇ ਮੁੜਦਾ, ਸੁੱਚਾ ਸਿੰਘ ਦੀ ਉਡੀਕ ਕਰਦਾ, ਤਰਕਾਲਾਂ ਵੇਲੇ ਕਿਤਾਬਾਂ ਦੀ ਦੁਕਾਨ ਵੱਲ ਹੋ ਤੁਰਦਾ। ਹਰ ਰੋਜ਼ ਦੁਕਾਨ ਵਿੱਚ ਆਉਂਦਾ ਵੇਖ ਕੇ ਦੁਕਾਨਦਾਰ ਨੇ ਸੋਚਿਆ ਕਿ ਇਹ ਆਉਂਦਾ ਜ਼ਰੂਰ ਹੈ, ਪਰ ਕੋਈ ਕਿਤਾਬ ਨਹੀਂ ਖਰੀਦਦਾ। ਉਸਨੇ ਉਦੋਂ ਤੋਂ ਪੁੱਛਿਆ, ਤੂੰ ਕਿਸ ਕਿਸਮ ਦੀ ਕਿਤਾਬ ਲੱਭਦਾ ਹੈ? ਜਿਸ ਵਿੱਚ ਲਿਖਿਆ ਹੋਵੇ ਕਿ ਗੋਰਿਆਂ ਦੀ ਗੁਲਾਮੀ ਤੋਂ ਛੁਟਕਾਰਾ ਕਿਵੇਂ ਪਾਉਣਾ ਹੈ। ਉਸ ਦੀ ਗੱਲ ਸੁਣ ਕੇ ਦੁਕਾਨਦਾਰ ਚੁੱਪ ਜਿਹਾ ਹੋ ਗਿਆ। ਉਹ ਆਪਣੀ ਕੁਰਸੀ ਉੱਤੇ ਜਾ ਬੈਠਾ। ਕੁਝ ਦੇਰ ਉਦੋਂ ਬਾਰੇ ਸੋਚਦਾ ਰਿਹਾ। ਉਸਨੂੰ ਇਹ ਭਰੋਸਾ ਸੀ ਕਿ ਉਹ ਖੁਫੀਆ ਪੁਲਿਸ ਦਾ ਬੰਦਾ ਨਹੀਂ ਹੋ ਸਕਦਾ, ਪਰ ਫਿਰ ਵੀ ਉਹ ਦੁਕਾਨਦਾਰ ਹੋਣ ਕਰਕੇ ਫੂਕ-ਫੂਕ ਕੇ ਪੈਰ ਧਰਨਾ ਚਾਹੁੰਦਾ ਸੀ। ਫਿਰ ਉਸਨੇ ਉਦੋਂ ਕੋਲ ਆਉਂਦਿਆਂ ਕਿਹਾ, ਮੇਰੇ ਪਾਸ ਕੁਝ ਕਿਤਾਬਾਂ ਹਨ ਜੋ ਮੈਂ ਵੇਚਦਾ ਨਹੀਂ, ਪੜ੍ਹਨ ਲਈ ਦੇ ਸਕਦਾ ਹਾਂ। ਇਹ ਕਿਤਾਬਾਂ ਸਰਕਾਰ ਵੱਲੋਂ ਜ਼ਬਤ ਹਨ। ਦੁਕਾਨਦਾਰ ਨੇ ਆਪਣੇ ਦਰਾਜ਼ ਦਾ ਜੰਦਰਾ ਖੋਲ੍ਹਦਿਆਂ ਇੱਕ ਕਿਤਾਬ ਕੱਢ ਕੇ ਕਿਹਾ, ਇਹ ਕਿਤਾਬ ਹੈ 1857 ਦੇ ਗਦਰ ਬਾਰੇ। ਤੁਸੀਂ 5 ਰੁਪਏ ਜਮ੍ਹਾਂ ਕਰਾਓ ਤੇ ਮੈਂ ਇਹ ਕਿਤਾਬ ਪੜ੍ਹਨ ਲਈ ਦੇ ਸਕਦਾ ਹਾਂ। ਉਦੋਂ ਪਾਸ 5 ਰੁਪਏ ਹੈ ਨਹੀਂ ਸਨ ਉਸ ਵੇਲੇ। ਦੁਕਾਨਦਾਰ ਨੇ ਅੰਦਰੋਂ ਕੁੰਡਾ ਮਾਰਦਿਆਂ ਪੁੱਛਿਆ, ਪਹਿਲਾਂ ਤੂੰ ਇਹ ਦੱਸ, ਇਸ ਅਮੋਲਕ ਜੀਵਨ ਵਿੱਚ ਤੇਰੀ ਸਭ ਤੋਂ ਵੱਡੀ ਖਾਹਿਸ਼ ਕੀ ਹੈ? ਉਦੋਂ ਨੇ ਉਸਦੇ ਚਿਹਰੇ ਉੱਤੇ ਇੱਕ ਅਜੀਬ ਨਜ਼ਰ ਸੁੱਟਦਿਆਂ ਉੱਤਰ ਦਿੱਤਾ, ਕੋਈ ਗਰੀਬ ਨਾ ਹੋਵੇ, ਕੋਈ ਅਮੀਰ ਨਾ ਹੋਵੇ, ਸਭ ਇੱਕੋ ਜਿਹੇ ਹੋਣ। ਕੋਈ ਜ਼ਾਲਮ ਨਾ ਹੋਵੇ, ਕੋਈ ਮਜ਼ਲੂਮ ਨਾ ਹੋਵੇ, ਕੋਈ ਯਤੀਮ ਨਾ ਹੋਵੇ। ਦੁਕਾਨਦਾਰ ਉਦੋਂ ਦੀ ਗੱਲ ਸੁਣ ਕੇ ਹੱਕਾ ਬੱਕਾ ਰਹਿ ਗਿਆ। ਉਸਨੇ ਪੁਸਤਕ ਦਿੰਦਿਆਂ ਕਿਹਾ, ਤੂੰ ਇਹ ਪੁਸਤਕ ਲੈ ਜਾ, ਹੋਰ ਕਿਸੇ ਨੂੰ ਨਾ ਦਿਖਾਈ। ਜਿੰਨੀ ਛੇਤੀ ਹੋ ਸਕੇ ਪੜ੍ਹ ਕੇ ਵਾਪਸ ਕਰ ਦਈ। ਇਸ ਪੁਸਤਕ ਦਾ ਲਿਖਾਰੀ ਕਾਲੇ ਪਾਣੀ ਉਮਰ ਕੈਦ ਭੁਗਤ ਰਿਹਾ ਹੈ। ਉਦੋਂ ਨੇ ਸ਼ੁਕਰੀਆ ਭਰੀਆਂ ਨਿਗਾਹਾਂ ਨਾਲ ਦੁਕਾਨਦਾਰ ਵੱਲ ਤੱਕਿਆ। ਕਿਤਾਬ ਉਸਦੇ ਹੱਥੋਂ ਫੜਦਿਆਂ ਉਸਨੇ ਪੁੱਛਿਆ, ਤੁਸੀਂ ਮੇਰੇ ਉੱਤੇ ਇੰਨਾ ਅਹਿਸਾਨ ਕਰ ਰਹੇ ਹੋ, ਇਤਬਾਰ ਕਰ ਰਹੇ ਹੋ, ਜੇ ਮੁੜ ਕੇ ਆਵਾਂ ਹੀ ਨਾ ਫੇਰ? ਉਹ ਬਰਖੁਰਦਾਰ, ਅਸੀਂ ਭੇਡਾਂ ਨਹੀਂ ਚਾਰੀਆਂ। ਧੌਲੇ ਆ ਗਏ ਬੰਦਿਆਂ ਦੀ ਪਰਖ ਕਰਦਿਆਂ ਸਾਡੇ ਪਾਸ ਕਈ ਕਿਸਮ ਦੇ ਬੰਦੇ ਆਉਂਦੇ ਹੈ। ਜੇ ਤੂੰ ਕਿਤਾਬ ਨਾ ਮੋੜੇਂਗਾ ਤਾਂ ਕਿਸੇ ਹੋਰ ਨੂੰ ਤਾਂ ਪੜ੍ਹਨ ਲਈ ਦੇਏਂਗਾ। ਇਸੇ ਵਿੱਚ ਸਾਡਾ ਮੁੱਲ ਮੁੜ ਜਾਏਗਾ, ਨਾਲੇ ਫਿਰ ਹੋਰ ਕਿਤਾਬ ਤਾਂ ਨਾ ਮੰਗਣ ਆਏਗਾ। ਉਦੋਂ ਦੇ ਮਨ ਵਿੱਚ ਇੱਕ ਹਲਚਲ ਮਚ ਗਈ। ਉਹ ਦੁਕਾਨਦਾਰ ਦੇ ਚਿਹਰੇ ਉੱਤੇ ਅੱਖਾਂ ਗੱਡ ਕੇ ਕਿੰਨੀ ਦੇਰ ਇੱਕੋ ਥਾਂ ਖਲੋਤਾ ਰਿਹਾ। ਦੁਕਾਨਦਾਰ ਇੱਕ ਹੋਰ ਕਿਤਾਬ ਦੇ ਵਰਕੇ ਫੋਲ ਰਿਹਾ ਸੀ। ਅਗਲੀ ਸ਼ਾਮ ਨੂੰ ਜਦ ਉਹ ਕਿਤਾਬ ਮੋੜਨ ਗਿਆ ਤਾਂ ਉਸਨੇ ਦੁਕਾਨਦਾਰ ਦੇ ਹੱਥ ਵਿੱਚ 5 ਰੁਪਏ ਪਾਉਂਦਿਆਂ ਕਿਹਾ, ਤੁਸੀਂ ਇਹ ਰੁਪਏ ਰੱਖ ਲਓ ਤੇ ਮੈਨੂੰ ਅਜਿਹੀ ਹੀ ਕੋਈ ਹੋਰ ਕਿਤਾਬ ਦਿਓ। ਦੁਕਾਨਦਾਰ ਰੁਪਏ ਫੜਦਿਆਂ ਉਦੋਂ ਦੇ ਮਨ ਵਿੱਚ ਆਏ ਭਾਵਾਂ ਨੂੰ ਉਸਦੇ ਚਿਹਰੇ ਉੱਤੇ ਆਏ ਪ੍ਰਭਾਵਾਂ ਰਾਹੀਂ ਪੜ੍ਹਨ ਦਾ ਯਤਨ ਕਰ ਰਿਹਾ ਸੀ। ਫਿਰ ਉਸਨੇ ਪੁੱਛਿਆ,
ਬਰਖੁਰਦਾਰ, ਤੂੰ ਚੰਗਾ ਪੜ੍ਹਿਆ ਲਿਖਿਆ ਜਵਾਨ ਜਾਪਦਾ ਹੈ, ਫਿਰ ਮਜ਼ਦੂਰੀ ਕਿਉਂ ਕਰਦਾ ਹੈ? ਕੋਈ ਹੋਰ ਚੰਗਾ ਕੰਮ ਕਿਉਂ ਨਹੀਂ ਕਰ ਲੈਂਦਾ? ਮੈਨੂੰ ਤਾਂ ਮਜ਼ਦੂਰੀ ਵੀ ਮਾੜੀ ਨਹੀਂ ਲੱਗਦੀ। ਸਾਰੇ ਦੇਸ਼ ਦੀ ਲੁਕਾਈ ਮਜ਼ਦੂਰੀ ਕਰਦੀ ਹੈ। ਹੋਰ ਕੋਈ ਕੰਮ ਮਿਲੂ ਤਾਂ ਉਹ ਵੀ ਕਰ ਲਊਂ। ਤੇ ਤੂੰ ਕਿਤਾਬ ਕੱਲ੍ਹ ਲੈ ਗਿਆ ਸੀ, ਪੜ੍ਹੀ ਵੀ ਹੈ ਕਿ? ਮੈਂ ਰਾਤ ਪੜ੍ਹਦਾ ਪੜ੍ਹਦਾ ਸੌਂ ਗਿਆ। ਅੱਜ ਕੰਮ ਤੇ ਨਹੀਂ ਗਿਆ। ਛੱਡਣ ਨੂੰ ਜੀ ਨਹੀਂ ਕੀਤਾ। ਖਤਮ ਕਰਨ ਸਾਰ ਵਾਪਸ ਲੈ ਆਇਆ ਹਾਂ। ਉਦੋਂ ਦੀ ਇੰਨੀ ਦਿਲਚਸਪੀ ਵੇਖ ਕੇ ਦੁਕਾਨਦਾਰ ਖੁੱਲ੍ਹ ਪਿਆ। ਤੈਨੂੰ ਪਤਾ, ਸਾਵਰਕਰ ਨੇ ਵਲਾਇਤ ਜਾ ਕੇ ਗੋਰੀ ਸਰਕਾਰ ਦਾ ਨੱਕਦਮ ਕਰ ਦਿੱਤਾ ਸੀ। ਸ਼ਿਆਮਾ ਜੀ ਬੜਾ ਅਮੀਰ ਗਦਰੀ ਹੈ। ਉਸਨੇ ਆਪਣੇ ਖਰਚੇ ਉੱਤੇ ਪੜ੍ਹਾਉਣ ਲਈ ਕਈ ਜਵਾਨ ਵਲਾਇਤ ਸੱਦੇ। ਸ਼ਰਤ ਇਹ ਸੀ ਕਿ ਪੜ੍ਹ ਕੇ ਉਹ ਦੇਸ਼ ਸੇਵਾ ਕਰਨਗੇ। ਸਾਵਰਕਰ ਵੀ ਉਸੇ ਦੇ ਖਰਚ ਉੱਤੇ ਗਿਆ ਸੀ। ਨੌਜਵਾਨ ਪੜ੍ਹਿਆਂ ਨਾਲ ਗੋਰੇ ਜੋ ਸਲੂਕ ਕਰਦੇ ਸਨ, ਉਹ ਨਾ ਸਹਾਰ ਕੇ ਉਹਨਾਂ ਗੁਪਤ ਇਕੱਠ ਕੀਤੇ। ਜ਼ੁਲਮ ਦਾ ਜਵਾਬ ਦੇਣ ਲਈ ਉਹਨਾਂ ਕਈ ਘਾੜਤਾਂ ਘੜੀਆਂ। ਇੱਕ ਜਵਾਨ ਯੋਧੇ ਨੇ ਸਾਰੇ ਮੈਦਾਨ ਗੋਲੀ ਚਲਾ ਕੇ ਇੱਕ ਜ਼ਾਲਮ ਗੋਰੇ ਨੂੰ ਮਾਰ ਦਿੱਤਾ ਤੇ ਸਰਕਾਰ ਦੇ ਕੰਨ ਖੋਲ੍ਹ ਦਿੱਤੇ। ਮਦਨ ਲਾਲ ਹਸੂ ਹਸੂ ਕਰਦਾ ਦੇਸ਼ ਖਾਤਰ ਫਾਂਸੀ ਦੇ ਰੱਸੇ ਚੁੰਮ ਗਿਆ। ਸਾਵਰਕਰ ਨੂੰ ਗੋਰਿਆਂ ਉਮਰ ਕੈਦ ਦੇ ਕੇ ਕਾਲੇ ਪਾਣੀ ਭੇਜ ਦਿੱਤਾ। ਸਾਵਰਕਰ ਇੱਕ ਮਾਮੂਲੀ ਲੇਖਕ ਨਹੀਂ, ਕਰਮਸ਼ੀਲ ਲੇਖਕ ਹੈ। ਜਿਵੇਂ ਮਦਾਰੀ ਦੀ ਬੀਨ ਉੱਤੇ ਸੱਪ ਮਸਤ ਹੋ ਜਾਂਦਾ ਹੈ, ਉਸੇ ਤਰ੍ਹਾਂ ਉਦੋਂ ਦੁਕਾਨਦਾਰ ਦੀਆਂ ਗੱਲਾਂ ਸੁਣ ਰਿਹਾ ਸੀ। ਜਦ ਉਸਨੇ ਗੱਲ ਖਤਮ ਕਰ ਦਿੱਤੀ ਤਾਂ ਵੀ ਉਦੋਂ ਕਿੰਨੀ ਦੇਰ ਚੁੱਪ ਕੀਤਾ ਕਿਤਾਬਾਂ ਦੀ ਸ਼ੈਲਫ ਨਾਲ ਕੂਹਣੀ ਲਾ ਕੇ ਖੜਾ ਰਿਹਾ। ਦੁਕਾਨਦਾਰ ਇੱਕ ਹੋਰ ਗਾਹਕ ਆ ਜਾਣ ਕਰਕੇ ਉਸ ਵੱਲ ਚਲਾ ਗਿਆ। ਜਦੋਂ ਗਾਹਕ ਮੁੜ ਗਿਆ ਤਾਂ ਉਦੋਂ ਨੇ ਆਪਣੇ ਮਨ ਵਿੱਚ ਇੱਕ ਜ਼ਬਰਦਸਤ ਉੱਠਦੇ ਝੱਖੜ ਨੂੰ ਸੰਭਾਲਦਿਆਂ ਪੁੱਛਿਆ, ਸਰਦਾਰ ਜੀ, ਮਦਨ ਲਾਲ ਬਾਰੇ ਹੈ ਕੋਈ ਕਿਤਾਬ? ਨਹੀਂ, ਕੋਈ ਨਹੀਂ। ਕਿਸੇ ਛਾਪਣ ਦੀ ਹਿੰਮਤ ਹੀ ਨਹੀਂ ਕੀਤੀ। ਜੇ ਅਜਿਹੀ ਕਿਤਾਬ ਛਪੇ ਤਾਂ ਝੱਟ ਜ਼ਬਤ। ਫਿਰ ਤਲਾਸ਼ੀਆਂ? ਮੇਰੀ ਵੀ 3 ਵਾਰ ਤਲਾਸ਼ੀ ਹੋ ਚੁੱਕੀ ਹੈ। ਕੁਝ ਨਹੀਂ ਮਿਲਿਆ, ਨਹੀਂ ਤਾਂ ਸਾਨੂੰ ਵੀ ਜੇਲ੍ਹ ਦੀ ਹਵਾ ਖਾਣੀ ਪੈਂਦੀ। ਉਸਨੇ ਆਪਣੀ ਗੱਲ ਖਤਮ ਕੀਤੀ ਤੇ ਨਾਲ ਹੀ ਪਿਛਲੇ ਕਮਰੇ ਵਿੱਚ ਜਾ ਵੜਿਆ। ਫਿਰ ਉਸਨੇ ਪਰਛੱਤੀ ਉੱਤੇ ਚੜ੍ਹਨ ਲੱਗਿਆਂ ਉਦੋਂ ਨੂੰ ਪੌੜੀ ਸੰਭਾਲਣ ਲਈ ਆਖਿਆ। ਹੇਠਾਂ ਉਤਰਦਿਆਂ ਹੀ ਉਸਨੇ ਕਿਹਾ, ਮੇਰੇ ਕੋਲ ਇਹ ਇੱਕੋ ਇੱਕ ਕਿਤਾਬ ਹੈ। ਮੈਂ 100 ਰੁਪਏ ਨੂੰ ਵੀ ਵੇਚਣ ਨੂੰ ਤਿਆਰ ਨਹੀਂ। ਅਮਰੀਕਾ ਵਿੱਚ ਛਪੀ ਸੀ ਵੱਡੀ ਜੰਗ ਵੇਲੇ। ਗਦਰ ਪਾਰਟੀ ਵਾਲਿਆਂ ਛਾਪੀ ਸੀ। ਇਹਦਾ ਨਾਂ ਹੈ ਗਦਰ ਦੀ ਗੂੰਜ। ਤੂੰ ਕਿਸੇ ਕਾਪੀ ਵਿੱਚ ਉਤਾਰ ਲਈ ਕਵਿਤਾ। ਆਪਣੇ ਯਾਰਾਂ ਦੋਸਤਾਂ ਨੂੰ ਵੀ ਉਤਾਰਨ ਦਈ, ਪਰ ਇਹ ਮੈਨੂੰ ਛੇਤੀ ਮੋੜ ਦਈ। ਉਦੋਂ ਨੇ ਝੁੱਕ ਕੇ ਦੁਕਾਨਦਾਰ ਦੇ ਗੋਡੀ ਹੱਥ ਲਾਉਣ ਦਾ ਯਤਨ ਕੀਤਾ। ਉਸਨੇ ਉਦੋਂ ਦੇ ਦੋਵੇਂ ਹੱਥ ਆਪਣੇ ਹੱਥਾਂ ਵਿੱਚ ਕਿੰਨੀ ਦੇਰ ਘੁੱਟੀ ਰੱਖੇ। 31 ਉਦੋਂ ਨੂੰ ਸੁੱਚਾ ਸਿੰਘ ਤੇ ਬਹਾਦਰ ਸਿੰਘ ਬਾਰੇ ਕੋਈ ਖਬਰ ਨਾ ਮਿਲੀ। ਮਹੀਨੇ ਲੰਘ ਗਏ ਉਸਨੂੰ ਸੁੱਚਾ ਸਿੰਘ ਤੇ ਬਹਾਦਰ ਸਿੰਘ ਦੀ ਉਡੀਕ ਕਰਦਿਆਂ। ਉਸਦਾ ਮਨ ਸੁੱਚਾ ਸਿੰਘ ਦੀ ਉਡੀਕ ਵਿੱਚ ਕਾਲਾ ਪੈਣ ਲੱਗ ਪਿਆ। ਅੰਤ ਨੂੰ ਉਸਨੇ ਮਨ ਬਣਾ ਲਿਆ ਕਿ ਉਹ ਲਾਹੌਰ ਛੱਡ ਕੇ ਅੰਮ੍ਰਿਤਸਰ ਜਾਗੋ ਪਾਸ ਚਲਾ ਜਾਏਗਾ। ਉਸਨੇ ਸੋਚਿਆ ਕਿ ਵਿਸਾਖੀ ਦਾ ਮੇਲਾ ਆਉਣ ਵਾਲਾ ਹੈ। ਉਸਨੇ ਮੇਲੇ ਤੋਂ ਪਹਿਲਾਂ ਹੀ ਅੰਮ੍ਰਿਤਸਰ ਜਾਣ ਦਾ ਵਿਚਾਰ ਬਣਾ ਲਿਆ। ਉਹ ਅਸ਼ਰਫ ਹੋਰਾਂ ਦੀ ਦੁਕਾਨ ਦੇ ਸਾਹਮਣੇ ਜਾ ਕੇ ਖਲੋਤਾ ਹੀ ਸੀ ਕਿ ਮੁਹੰਮਦ ਲਤੀਫ ਨੇ ਉਸਨੂੰ ਜੱਫੀ ਵਿੱਚ ਲੈ ਲਿਆ। ਅਸ਼ਰਫ ਵੀ ਦੁਕਾਨ ਦੇ ਪਿਛਲੇ ਪਾਸਿਓਂ ਆ ਗਿਆ। ਦੋਵੇਂ ਯਾਰ ਗਲੇ ਲੱਗ ਕੇ ਮਿਲੇ। ਦੁਕਾਨ ਬੰਦ ਕਰਨ ਦਾ ਵੇਲਾ ਹੋਇਆ ਹੋਇਆ ਸੀ। ਤਿੰਨੇ ਘਰ ਪਹੁੰਚੇ ਤਾਂ ਉਦੋਂ ਨੂੰ ਵੇਖ ਕੇ ਰਜੀਨਾ ਨੂੰ ਚੰਨ ਚੜ੍ਹ ਗਿਆ। ਸ਼ੀਰੀਂ ਸ਼ਰਮਾ ਕੇ ਇੱਕ ਪਾਸੇ ਖਲੋਤੀ ਰਹੀ। ਤੋਤਾ ਕੰਮ ਤੋਂ ਘਰ ਪਹੁੰਚਿਆ ਹੀ ਸੀ ਕਿ ਅਸ਼ਰਫ ਤੇ ਉਦੋਂ ਉਸਨੂੰ ਜਾ ਮਿਲੇ। ਜਾਗੋ ਅਜੇ ਵੀ ਸੱਟਾਂ ਦੇ ਕਾਰਨ ਕੰਮ ਕਰਨ ਯੋਗ ਨਹੀਂ ਸੀ ਹੋਇਆ। ਉਹਨਾਂ ਨੂੰ ਪਤਾ ਲੱਗਾ ਕਿ ਉਹ ਸੰਤਾਂ ਦੇ ਡੇਰੇ ਗਿਆ ਹੋਇਆ ਹੈ। ਉਹ ਉੱਥੇ ਪਹੁੰਚ ਗਏ। ਸੰਤ ਡੇਰੇ ਨਹੀਂ ਸਨ। ਜਾਗੋ ਨੇ ਤਾੜਿਆ ਕਿ ਨਿਰਵੈਰੀ ਨੂੰ ਅਸ਼ਰਫ ਤੇ ਤੋਤੇ ਦਾ ਡੇਰੇ ਆਉਣਾ ਚੰਗਾ ਨਹੀਂ ਲੱਗਾ। ਉਹ ਚਾਰੇ ਡੇਰਿਓਂ ਨਿਕਲਦੇ ਹੀ ਚੌਂਕ ਬਾਬਾ ਸਾਹਿਬ, ਲਛਮਣ ਸਰ ਤੇ ਚੌਂਕ ਮੋਨੀ ਵੱਲੋਂ ਹੁੰਦੇ ਚਾਟੀਵਿੰਡ ਦਰਵਾਜ਼ੇ ਆ ਪਹੁੰਚੇ। ਉੱਥੋਂ ਉਹ ਸਕੱਤਰੀ ਬਾਗ ਵੱਲ ਹੋ ਤੁਰੇ। ਚੰਨ ਚਾਨਣੀ ਰਾਤ ਸੀ। ਨਿੰਮੀ ਨਿੰਮੀ ਠੰਡੀ ਹਵਾ ਚੱਲ ਰਹੀ ਸੀ। ਜਾਗੋ ਨੇ ਗੱਲ ਛੇੜਦਿਆਂ ਕਿਹਾ, ਬੜੀ ਦੇਰ ਬਾਅਦ ਇਕੱਠੇ ਹੋਏ ਆ, ਕੋਈ ਸ਼ੁਗਲ ਹੋ ਜਾਏ। ਅੱਜ ਰੱਜ ਕੇ ਬਰਫੀ ਖਾਧੀ ਜਾਏ। ਉਦੋਂ ਨੇ ਤਜਵੀਜ਼ ਪੇਸ਼ ਕੀਤੀ। ਪੈਸੇ ਕੌਣ ਦਊ? ਆਪਣੇ ਕੋਲ ਤਾਂ ਠਣ ਠਣ ਗੋਪਾਲ ਹੈ। ਮੈਂ ਦਊਂ ਪੈਸੇ? ਉਦੋਂ ਨੇ ਉੱਤਰ ਦਿੱਤਾ। ਉਹ ਉਦੋਂ, ਤੂੰ ਤਾਂ ਪ੍ਰਾਹੁਣਾ ਹੋਇਓ, ਪੈਸੇ ਦਊਂ ਮੈਂ। ਤੋਤਾ ਬੋਲਿਆ। ਤੇ ਮੰਡੂਆ ਮੈਂ ਦਿਖਾਊਂ। ਅਸ਼ਰਫ ਨੇ ਪੇਸ਼ਕਸ਼ ਕੀਤੀ। ਰਾਤ ਦੇ 12 ਵੱਜਣ ਵਾਲੇ ਸਨ ਜਦ ਜਾਗੋ ਸੰਤਾਂ ਦੇ ਡੇਰੇ ਵੱਲ ਤੇ ਅਸ਼ਰਫ ਆਪਣੇ ਘਰ ਵੱਲ ਮੁੜਿਆ। ਤੋਤੇ ਦੇ ਜ਼ੋਰ ਦੇਣ ਉੱਤੇ ਉਦੋਂ ਉਸਦੇ ਨਾਲ ਤੁਰ ਪਿਆ। ਸਾਰੇ ਬਾਜ਼ਾਰ ਸੁੰਨਸਾਨ ਪਏ ਸਨ। ਕੋਈ ਕੋਈ ਪਹਿਰੇਦਾਰ ਦੁਕਾਨਾਂ ਅੱਗੇ ਪਹਿਰਾ ਦਿੰਦਾ ਦਿਖਾਈ ਪੈਂਦਾ ਸੀ। ਜਦੋਂ ਬਾਜ਼ਾਰ ਦੇ ਮੋੜ ਉੱਤੋਂ ਭੌਂ ਕੇ ਤੋਤੇ ਕੇ ਘਰ ਦੀ ਗਲੀ ਅੱਗੇ ਪਹੁੰਚੇ ਤਾਂ ਅੱਗੋਂ ਉਹਨਾਂ 5-6 ਜਵਾਨ ਆਕੜ ਆਕੜ ਤੁਰਦੇ ਆਉਂਦੇ ਵੇਖੇ। ਜਦੋਂ ਨੇੜੇ ਪਹੁੰਚੇ ਤਾਂ ਉਹ ਤੋਤੇ ਤੇ ਉਦੋਂ ਨੂੰ ਘੇਰ ਖਲੋਤੇ। ਜਿੱਧਰੋਂ ਉਹ ਅੱਗੇ ਤੁਰਨ ਉਹ ਉਸੇ ਪਾਸਿਓਂ ਉਹਨਾਂ ਦਾ ਰਾਹ ਰੋਕ ਖਲੋਣ। ਉਹਨਾਂ ਅਚਾਨਕ ਹੀ ਉਦੋਂ ਉੱਤੇ ਹੱਲਾ ਬੋਲ ਦਿੱਤਾ। ਤੋਤਾ ਪੂਰੇ ਜ਼ੋਰ ਨਾਲ ਉਹਨਾਂ ਵਿੱਚੋਂ ਇੱਕ ਤੇ ਟੁੱਟ ਪਿਆ। ਉਹਨਾਂ ਤੋਤੇ ਨੂੰ ਝੰਜੋੜ ਕੇ ਇੱਕ ਪਾਸੇ ਸੁੱਟ ਦਿੱਤਾ ਤੇ ਆਪਣਾ ਸਾਰਾ ਜ਼ੋਰ ਉਦੋਂ ਨੂੰ ਕੁੱਟਣ ਤੇ ਲਾ ਦਿੱਤਾ। ਉਦੋਂ ਨੇ ਉਹਨਾਂ ਵਿੱਚੋਂ ਇੱਕ ਨੂੰ ਆਪਣੇ ਹੇਠ ਲਿਆ ਹੋਇਆ ਸੀ, ਪਰ ਉਸ ਦੀ ਉਹਨਾਂ ਅੱਗੇ ਕੋਈ ਪੇਸ਼ ਨਹੀਂ ਸੀ ਜਾ ਰਹੀ। ਜਦ ਦੂਰੋਂ ਇੱਕ ਪਹਿਰੇਦਾਰ ਦੀ ਆਵਾਜ਼ ਆਈ, ਖਬਰਦਾਰ ਭਾਈ ਖਬਰਦਾਰ, ਤਾਂ ਉਹ ਅੱਲਾਹੂ ਅਕਬਰ ਦੇ ਨਾਅਰੇ ਲਾਉਂਦੇ ਜਿੱਧਰੋਂ ਆਏ ਸਨ ਉਧਰੇ ਭੱਜ ਉੱਠੇ। ਜਦ ਦੋਵੇਂ ਤੋਤੇ ਦੇ ਘਰ ਪਹੁੰਚੇ ਤਾਂ ਉਦੋਂ ਦੇ ਮੂੰਹ ਵਿੱਚੋਂ ਲਹੂ ਵਗ ਰਿਹਾ ਸੀ। ਉਸਦਾ ਸੱਜਾ ਜਬਾੜਾ ਸੁੱਜ ਗਿਆ ਸੀ। ਉਸਦੇ ਸਿਰ ਦੇ ਸੱਜੇ ਪਾਸੇ ਫੱਟ ਪੈ ਗਿਆ ਸੀ। ਉੱਥੋਂ ਵੀ ਲਹੂ ਸਿਮ ਰਿਹਾ ਸੀ।
ਤੋਤੇ ਦੀ ਮਾਂ ਤੇ ਭੈਣ ਨੇ ਜੋ ਓੜ-ਪੋੜ ਹੋ ਸਕਿਆ ਕੀਤਾ। ਰੇਸ਼ਮਾ ਨੇ ਆਪਣੇ ਬਚਪਨ ਵੇਲੇ ਦੀ ਰੇਸ਼ਮੀ ਚੁੰਨੀ ਫਾੜ ਕੇ, ਸਾੜ ਕੇ ਉਸ ਦੀ ਸਵਾਹ ਉਦੋਂ ਦੇ ਫੱਟਾਂ ਵਿੱਚ ਭਰ ਦਿੱਤੀ। ਦੁੱਧ ਗਰਮ ਕੀਤਾ, ਘਿਓ ਤੱਤਾ ਕੀਤਾ। ਘਿਓ ਦੁੱਧ ਗਰਮਾ-ਗਰਮ ਉਦੋਂ ਨੂੰ ਪਿਲਾਇਆ। ਉਦੋਂ ਨੂੰ ਜ਼ਬਰਦਸਤੀ ਬਿਸਤਰੇ ਵਿੱਚ ਲਟਾ ਕੇ ਤੋਤੇ ਦੀ ਮਾਂ ਤੇ ਭੈਣ ਉਸ ਦੀ ਤੀਮਾਰਦਾਰੀ ਲਈ ਬਹਿ ਗਈਆਂ। ਤੋਤਾ ਉਸ ਦੀ ਪੁਆਂਦੀ ਬੈਠਾ ਹੈਰਾਨੀ ਵਿੱਚ ਡੁੱਬਾ ਹੋਇਆ ਸੀ। ਉਹ ਹਮਲਾ ਕਰਨ ਵਾਲਿਆਂ ਵਿੱਚੋਂ ਕਿਸੇ ਇੱਕ ਜਵਾਨ ਨੂੰ ਵੀ ਨਹੀਂ ਸੀ ਪਛਾਣ ਸਕਿਆ। ਅਚਾਨਕ ਉਹਨਾਂ ਕਾਫੀ ਦੂਰੋਂ ਬਜਰੰਗ ਬਲੀ ਕੀ ਜੈ ਤੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਨਾਅਰੇ ਉੱਠਦੇ ਸੁਣੇ। ਫਿਰ ਉਹਨਾਂ ਆਪਣੇ ਗੁਆਂਢੋਂ ਅੱਲਾਹੂ ਅਕਬਰ ਦੇ ਨਾਅਰੇ ਉੱਠਦੇ ਸੁਣੇ। ਅਚਾਨਕ ਉਸੇ ਵੇਲੇ ਤੋਤੇ ਦੇ ਅੰਦਰੋਂ ਬੰਦ ਕੀਤੇ ਦਰਵਾਜ਼ੇ ਦੇ ਬਾਰ-ਬਾਰ ਡਾਂਗਾਂ ਖੜਕਣ ਦੀ ਆਵਾਜ਼ ਆਈ। ਫਿਰ ਬੂਹੇ ਉੱਤੇ ਡਾਂਗਾਂ ਮਾਰਨ ਦੀ ਆਵਾਜ਼ ਆਈ। ਝੱਟ ਹੀ ਪਿੱਛੋਂ ਅੱਲਾਹੂ ਅਕਬਰ ਦੇ ਨਾਅਰੇ ਉੱਠੇ। ਦਰਵਾਜ਼ੇ ਦੀਆਂ ਚੂੜਾਂ ਪੁੱਟੀਆਂ ਗਈਆਂ। ਤੋਤਾ ਤੇ ਉਸ ਦੀ ਭੈਣ ਦਰਵਾਜ਼ੇ ਨੂੰ ਅੰਦਰੋਂ ਧੱਕ ਕੇ ਬੰਦ ਰੱਖਣ ਦਾ ਯਤਨ ਕਰਦੇ ਪਿੱਛੇ ਡਿੱਗ ਪਏ। ਤੋਤਾ ਤੇ ਤੋਤੇ ਦੀ ਭੈਣ ਝਟਪਟ ਉੱਠ ਕੇ ਦਰਵਾਜ਼ਾ ਰੋਕ ਕੇ ਖਲੋ ਗਏ। ਇੱਕ ਡਾਂਗ ਤੋਤੇ ਦੀ ਭੈਣ ਦੇ ਮੋਢੇ ਉੱਤੇ ਵੱਜੀ। ਉਹ ਭੁਆਂਟਣੀ ਖਾ ਕੇ ਡਿੱਗ ਪਈ। ਤੋਤਾ ਉਸ ਨੂੰ ਸੰਭਾਲਣ ਲੱਗਾ। ਇੱਕ ਬੈਟਰੀ ਦੀ ਰੌਸ਼ਨੀ ਤੋਤੇ ਦੀ ਭੈਣ ਦੇ ਚਿਹਰੇ ਉੱਤੇ ਪਈ ਤੇ ਇੱਕਦਮ ਹਮਲਾਵਰ ਜਿੱਧਰ ਰਾਹ ਲੱਭਾ ਨੱਸ ਉੱਠੇ। ਉਦੋਂ ਮੰਜੇ ਉੱਤੋਂ ਉੱਛਲ ਕੇ ਉੱਠਿਆ। ਉਸਨੇ ਬੂਹੇ ਵੱਲ ਜਾਂਦੀ ਡਿੱਗ ਪਈ ਤੋਤੇ ਦੀ ਮਾਂ ਨੂੰ ਸੰਭਾਲਿਆ। ਫਿਰ ਤੋਤੇ ਤੇ ਉਦੋਂ ਨੇ ਰੇਸ਼ਮਾ ਨੂੰ ਸੰਭਾਲਿਆ। ਰੇਸ਼ਮਾ ਦੇ ਡੌਲੇ ਉੱਤੇ ਡਾਂਗ ਖਿਸਕਵੀਂ ਵੱਜੀ ਸੀ, ਪਰ ਫਿਰ ਵੀ ਉਸਦਾ ਡੌਲਾ ਝਟਪਟ ਸੁੱਜ ਗਿਆ। ਉਹ ਚਾਰੇ ਸੁਫੇ ਵਿੱਚ ਪਹੁੰਚੇ ਹੀ ਸਨ ਕਿ ਬੂਹੇ ਲਾਗੇ ਫਿਰ ਉਹਨਾਂ ਨੇ ਕੋਈ ਖੜਾਕ ਸੁਣਿਆ। ਉਦੋਂ ਲੱਕੜਾਂ ਪਾੜਨ ਵਾਲਾ ਕੁਹਾੜਾ ਇੱਕ ਨੁੱਕਰੋਂ ਪਿਆ ਚੁੱਕ ਕੇ ਬੂਹਿਓਂ ਬਾਹਰ ਕੰਧ ਨਾਲ ਲੱਗ ਕੇ ਖਲੋਤੇ ਦੋ ਗੁੰਡਿਆਂ ਵੱਲ ਵਧਿਆ। ਉਹ ਉਦੋਂ ਦੇ ਮੋਢੇ ਤੇ ਕੁਹਾੜਾ ਵੇਖ ਕੇ ਨੱਸ ਉੱਠੇ। ਉਦੋਂ ਇਕੱਲਾ ਹੀ ਕੁਹਾੜਾ ਮੋਢੇ ਉੱਤੇ ਰੱਖ ਕੇ ਕਿੰਨੀ ਦੇਰ ਬੂਹਿਓਂ ਬਾਹਰ ਗਲੀ ਵਿੱਚ ਖਲੋਤਾ ਰਿਹਾ। ਫਿਰ ਉਹ ਬੂਹਾ ਚੌੜ ਚੁਪੱਟ ਖੁੱਲ੍ਹਾ ਛੱਡ ਕੇ ਅੰਦਰ ਆ ਵੜਿਆ। ਮਾਂ ਰੇਤ ਗਰਮ ਕਰਕੇ ਪੋਟਲੀ ਵਿੱਚ ਲਪੇਟ ਕੇ ਰੇਸ਼ਮਾ ਦੀ ਬਾਂਹ ਤੇ ਮੋਢੇ ਉੱਤੇ ਟਕੋਰ ਕਰਨ ਲੱਗੀ। ਤੋਤਾ ਹੈਰਾਨ ਖੜਾ ਸੀ। ਵੇ ਪੁੱਤ ਉਦੋਂ ਕੀ ਹੋ ਗਿਆ? ਕਿਸ ਵਿਉ ਘੋਲੀ ਆ ਸ਼ਰਬਤ ਵਿੱਚ? ਮਾਂ ਜੀ, ਜਦੋਂ ਦੇ ਹਿੰਦੂ ਮੁਸਲਿਮ ਇਕੱਠੇ ਖਾਣ ਪੀਣ ਲੱਗੇ ਆ, ਦੁਸ਼ਮਣਾਂ ਦੇ ਗੜੀ ਪੈਣ ਲੱਗੀ ਹੈ। ਜੇ ਹਿੰਦੂ ਮੁਸਲਮਾਨ ਪਾਟੇ ਰਹਿਣ ਤਾਂ ਹੀ ਉਹਨਾਂ ਨੂੰ ਚੰਗਾ ਲੱਗਦਾ। ਵੇ ਨਿਖਸਮਿਓ, ਗਰਕ ਜਾਣਿਓ, ਬੇੜੀ ਬਹਿ ਜਾਏ ਤੁਹਾਡੀ। ਤੁਹਾਨੂੰ ਕੀ ਸੂਲ ਪੈਂਦਾ ਜੇ ਭਰਾ ਭਰਾ ਇਕੱਠੇ ਬਹਿੰਦੇ ਆ ਤਾਂ? ਮਾਂ ਜੀ, ਸਾਡੀਆਂ ਕੌਮਾਂ ਵਿੱਚ ਕਿਰਾਏ ਦੇ ਟੱਟੂ ਬੜੇ ਆ। ਉਹਨਾਂ ਦੇ ਮੂੰਹ ਵਿੱਚ ਬੁਰਕੀ ਪਾਓ ਤੇ ਜੋ ਚਾਹੋ ਕਰਾ ਲਓ। ਰੇਸ਼ਮਾ ਦੀ ਮਾਂ ਰੇਸ਼ਮਾ ਨੂੰ ਲੇਟ ਜਾਣ ਲਈ ਕਹਿ ਰਹੀ ਸੀ, ਪਰ ਉਹ ਕਹਿਣ ਲੱਗੀ, ਮੈਨੂੰ ਹੋਇਆ ਹੀ ਕੀ ਹੈ? ਉਦੋਂ ਨੇ ਰੇਸ਼ਮਾ ਦੇ ਡੌਲੇ ਉੱਤੇ ਭਰਵੀਂ ਨਜ਼ਰ ਸੁੱਟੀ। ਉਹ ਉਦੋਂ ਦੇ ਸਿਰ ਉੱਤੇ ਬੱਧੀ ਪੱਟੀ ਵੱਲ ਤੱਕ ਰਹੀ ਸੀ। ਦੋਹਾਂ ਦੀਆਂ ਅੱਖਾਂ ਮਿਲੀਆਂ। ਫਿਰ ਦੋਹਾਂ ਨੇ ਨੀਵੀਂ ਪਾ ਲਈ। ਉਦੋਂ ਮੈਂ ਬੂਹਾ ਬੰਦ ਕਰਿਆ ਵਾਂ, ਤੋਤੇ ਨੇ ਕਿਹਾ। ਨਹੀਂ ਨਹੀਂ, ਤੂੰ ਰਹਿਣ ਦੇ ਖੁੱਲ੍ਹਾ। ਪੁੱਤ, ਤੇਰੇ ਘਰ ਦੇ ਕੀ ਕਹਿਣਗੇ? ਚੰਗਾ ਗਿਆ ਤੋਤੇ ਕਿਆਂ ਦੇ। ਮੈਨੂੰ ਤਾਂ ਸ਼ਰਮ ਆ ਰਹੀ ਹੈ। ਮੇਰੇ ਪਿੱਛੇ ਰੇਸ਼ਮਾ ਨੂੰ ਡਾਂਗਾਂ ਵੱਜੀਆਂ, ਤੁਹਾਨੂੰ ਸਭ ਨੂੰ ਮੇਰੇ ਪਿੱਛੇ। ਉਦੋਂ ਦੀ ਗੱਲ ਵਿੱਚੋਂ ਫੜ ਕੇ ਤੋਤੇ ਦੀ ਮਾਂ ਨੇ ਪੁੱਛਿਆ, ਕੀ ਦੁਸ਼ਮਣੀ ਹੈ ਇਹਨਾਂ ਦੀ? ਬਸ ਦੋਵੇਂ ਲਾਣੇ ਮੂਰਖ ਹੈ, ਹੋਰ ਕੀ ਹੈ। ਗੋਰਿਆਂ ਦੇ ਢਹੇ ਚੜ੍ਹ ਕੇ ਭੂਤਰੇ ਪਏ ਐ। ਮਜ਼ਹਬੀ ਵਿਤਕਰੇ ਪਾ ਕੇ ਪਾੜਨ ਡਏ ਐ। ਹਿੰਦੂ ਹਿੰਦੂ ਨਹੀਂ ਰਿਹਾ ਤੇ ਮੁਸਲਮਾਨ ਮੁਸਲਮਾਨ ਨਹੀਂ ਰਿਹਾ। ਦੋਵੇਂ ਉਖੜੇ ਫਿਰਦੇ ਐ। ਕੋਈ ਐਸਾ ਮਜ਼ਹਬ ਹੈ ਜੋ ਨਫ਼ਰਤ ਕਰਨੀ ਸਿਖਾਉਂਦਾ? ਕੁਰਾਹੇ ਪੈ ਗਏ ਆ, ਕੁਰਾਹੇ। ਉਹ ਸਾਰੀ ਰਾਤ ਨਾ ਸੁੱਤੇ। ਤੋਤਾ ਅਛੋਪਲੇ ਹੀ ਚਿੱਟਾ ਦਿਨ ਹੁੰਦੇ ਬੂਹੇ ਦਾ ਕੁੰਡਾ ਲਾ ਆਇਆ। ਤੋਤੇ ਦੀ ਮਾਂ ਆਪਣੀ ਧੀ ਦੇ ਸਿਰਹਾਣੇ ਬੈਠੀ ਉਂਘ ਰਹੀ ਸੀ। ਉਦੋਂ ਤੇ ਤੋਤਾ ਸਵੇਰ ਹੋਣ ਨਾਲ ਹੀ ਅਸ਼ਰਫ ਹੋਰਾਂ ਦੇ ਜਾਣ ਬਾਰੇ ਗੱਲਾਂ ਕਰ ਰਹੇ ਸਨ। ਰੇਸ਼ਮਾ ਲੇਟੀ ਲੇਟੀ ਕਦੇ ਨੀਵੀਂ ਪਾ ਕੇ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ, ਕਦੇ ਉਦੋਂ ਵੱਲੇ ਝਾਕਣ ਲੱਗ ਪੈਂਦੀ। ਜਦ ਉਦੋਂ ਤੇ ਰੇਸ਼ਮਾ ਦੀਆਂ ਅੱਖਾਂ ਮਿਲਦੀਆਂ ਤਾਂ ਉਹ ਦੋਵੇਂ ਨੀਵੀਂ ਪਾ ਲੈਂਦੇ। 32 ਜਲਿਆਂਵਾਲੇ ਬਾਗ ਦੇ ਕਤਲਾਮ ਦੇ ਸਮੇਂ ਦੇ ਹਿੰਦੂ ਮੁਸਲਿਮ ਇਤਫਾਕ ਦੇ ਕਾਰਨ ਸਰਕਾਰ ਅੰਗਰੇਜ਼ੀ ਘਬਰਾ ਉੱਠੀ ਸੀ। ਸਰਕਾਰ ਨੇ ਸਾਰਾ ਟਿੱਲ ਲਾ ਕੇ ਭਰਾਵਾਂ ਵਿੱਚ ਜ਼ਹਿਰ ਨਵੇਂ ਸਿਰਿਓਂ ਫੈਲਾਉਣੀ ਸ਼ੁਰੂ ਕਰ ਦਿੱਤੀ ਸੀ। ਇੱਕ ਪਾਸੇ ਅੰਗਰੇਜ਼ ਸਿੱਖਾਂ ਨੂੰ ਗੁਰਦੁਆਰਾ ਲਹਿਰ ਵਿੱਚ ਕੁਚਲਣ ਦਾ ਯਤਨ ਕਰ ਰਹੇ ਸਨ ਤੇ ਦੂਜੇ ਪਾਸੇ ਹਿੰਦੂਆਂ ਨੂੰ ਕਹਿ ਰਹੇ ਸਨ ਕਿ ਮਾਮਲਾ ਨਿਰਾ ਸਿੱਖਾਂ ਦਾ ਹੈ ਤੇ ਇਸ ਨਾਲ ਹਿੰਦੂਆਂ ਦਾ ਕੋਈ ਸੰਬੰਧ ਨਹੀਂ। ਨਾਲ ਹੀ ਸਰਕਾਰ ਹਿੰਦੂ ਮੁਸਲਿਮ ਫਸਾਦ ਕਰਵਾ ਕੇ ਦੋਹਾਂ ਧਿਰਾਂ ਵਿੱਚ ਨਫ਼ਰਤ ਫੈਲਾ ਰਹੀ ਸੀ। ਜਦ ਉਦੋਂ ਤੇ ਤੋਤਾ ਸਵੇਰੇ ਅਸ਼ਰਫ ਹੋਰਾਂ ਦੇ ਘਰ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਅਸ਼ਰਫ ਹੋਰਾਂ ਦਾ ਸਾਰਾ ਆਲਾ ਦੁਆਲਾ ਹਿੰਦੂ ਹੋਣ ਕਰਕੇ ਅਸ਼ਰਫ ਰੌਲੇ ਗੌਲੇ ਦਾ ਡਰ ਭਾਂਪ ਕੇ ਜਾਗੋ ਨੂੰ ਆਪਣੇ ਘਰ ਲੈ ਆਇਆ ਸੀ। ਉਸਦੇ ਨਾਲ ਹੀ ਨਿਰਵੈਰੀ ਵੀ ਜਾਗੋ ਦੇ ਜ਼ੋਰ ਦੇਣ ਉੱਤੇ ਆ ਗਿਆ ਸੀ। ਉਹਨਾਂ ਸਾਰੀ ਰਾਤ ਜਾਗਦਿਆਂ ਗੁਜ਼ਾਰੀ। ਸਾਰੀ ਰਾਤ ਉਹ ਮੁਕਾਬਲੇ ਦੇ ਨਾਅਰੇ ਲੱਗਦੇ ਸੁਣਦੇ ਰਹੇ, ਪਰ ਉਹਨਾਂ ਦੀ ਰਾਤ ਸੁੱਖ ਸਾਂਦ ਦੀ ਲੰਘ ਗਈ। ਦਿਨ ਚੜ੍ਹਦਿਆਂ ਹੀ ਪੁਲਿਸ ਬਾਜ਼ਾਰਾਂ ਵਿੱਚ ਦਗੜ ਕਰਦੀ ਪਹੁੰਚ ਗਈ। ਆਪੇ ਮੁਲਜ਼ਮ ਤੇ ਆਪੇ ਮੁਨਸਫ ਸਰਕਾਰ ਨੂੰ ਵਿਸਾਖੀ ਦੇ ਮੇਲੇ ਉੱਤੇ ਕਿਸੇ ਕਿਸਮ ਦੀ ਪਾਬੰਦੀ ਲਾਉਣ ਦੀ ਲੋੜ ਨਾ ਰਹੀ। ਨਾ ਹਿੰਦੂ ਮੁਸਲਿਮ ਛਬੀਲਾਂ ਇਕੱਠੀਆਂ ਲੱਗੀਆਂ, ਨਾ ਉਹਨਾਂ ਆਪਸ ਵਿੱਚ ਪੱਗਾਂ ਵਟਾਈਆਂ, ਨਾ ਹੀ ਹਿੰਦੂ ਮੁਸਲਿਮ ਇਤਫਾਕ ਦੇ ਨਾਅਰੇ ਲੱਗੇ। ਵਿਸਾਖੀ ਲੰਘ ਗਈ। ਹਿੰਦੂ ਸਿੱਖ ਫਾੜੀਓ ਫਾੜੀ ਹੋਏ ਪਏ ਸਨ। ਸਰਕਾਰ ਦਾ ਹਿੰਦੂ ਮੁਸਲਿਮ ਇਤਫਾਕ ਦਾ ਡਰ ਜਾਂਦਾ ਰਿਹਾ। ਸਰਕਾਰ ਤੇ ਸਿੱਖਾਂ ਦੀ ਟੱਕਰ ਸੀ ਮੋਰਚਿਆਂ ਵਿੱਚ।
ਅਕਾਲੀ ਸ਼ਾਂਤਮਈ ਵਿੱਚ ਭਰੋਸਾ ਰੱਖ ਕੇ ਮੋਰਚਾ ਲਾਈ ਬੈਠੇ ਸਨ। ਦੂਜੇ ਪਾਸੇ ਅੰਗਰੇਜ਼ਾਂ ਵਿੱਚ ਭਰੋਸਾ ਨਾ ਰੱਖਣ ਵਾਲੇ ਬੱਬਰ ਅਕਾਲੀਆਂ ਨੇ ਹਥਿਆਰਬੰਦ ਹੋ ਕੇ ਜਲੰਧਰ, ਕਪੂਰਥਲੇ ਤੇ ਹੁਸ਼ਿਆਰਪੁਰ ਦੇ ਇਲਾਕਿਆਂ ਵਿੱਚ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ। ਉਦੋਂ ਕੁਝ ਦਿਨ ਅੰਮ੍ਰਿਤਸਰ ਰਹਿ ਕੇ ਬਹਾਦਰ ਸਿੰਘ ਤੇ ਸੁੱਚਾ ਸਿੰਘ ਦੀ ਖੋਜ ਵਿੱਚ ਨਿਕਲਿਆ। ਉਸ ਨੂੰ ਪਤਾ ਲੱਗਾ ਕਿ ਬਹਾਦਰ ਸਿੰਘ ਦੇ ਘਰ ਦਾ ਜੰਦਰਾ ਤੋੜ ਕੇ ਪੁਲਿਸ ਨੇ ਤਲਾਸ਼ੀ ਲਈ ਸੀ। ਪੁਲਿਸ ਨੇ ਉਸ ਦਾ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਤੇ ਉਸ ਦੇ ਵਾਰੰਟ ਜਾਰੀ ਸਨ। ਉਦੋਂ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਕੋਈ ਕਾਰਨ ਨਾ ਲੱਭ ਸਕਿਆ। ਉਸਨੇ ਸੋਚਿਆ ਕਿ ਹੋ ਸਕਦਾ ਹੈ ਉਹ ਦੋਵੇਂ ਕਿਸੇ ਅਕਾਲੀ ਮੋਰਚੇ ਵਿੱਚ ਚਲੇ ਗਏ ਹੋਣ। ਉਹ ਤੇਜਾ ਸਿੰਘ ਦੇ ਪਿੰਡ ਗਿਆ। ਤੇਜਾ ਸਿੰਘ ਨੂੰ ਨਾ ਉਹ ਕਦੇ ਮਿਲੇ ਸਨ ਤੇ ਨਾ ਹੀ ਉਹਨਾਂ ਬਾਰੇ ਉਸ ਨੂੰ ਕੋਈ ਪਤਾ ਸੀ। ਉਹ ਇੱਕ ਸ਼ਾਮ ਨੂੰ ਮੁੜ ਕੇ ਸੰਤਾਂ ਦੇ ਡੇਰੇ ਪਹੁੰਚ ਗਿਆ। ਉਸਨੇ ਲਾਹੌਰ ਜਾਣ ਦਾ ਇਰਾਦਾ ਢਿੱਲਾ ਪਾ ਦਿੱਤਾ। ਨਾ ਉਸ ਦਾ ਜੀ ਕਰੇ ਕੋਈ ਕੰਮ ਲੱਭਣ ਨੂੰ, ਨਾ ਕਰਨ ਨੂੰ। ਗਦਰ ਦਾ ਇਤਿਹਾਸ ਪੜ੍ਹਨ ਤੇ ਗਦਰ ਦੀ ਗੂੰਜ ਦੀਆਂ ਕਵਿਤਾਵਾਂ ਯਾਦ ਕਰਨ ਪਿੱਛੋਂ ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਲੈਣ ਆਏ ਕੈਨੇਡੀਅਨ ਜਥੇ ਵੱਲ ਉਸ ਦਾ ਧਿਆਨ ਲੱਗਾ ਰਿਹਾ ਕਰੇ। ਉਸਨੇ ਪੜ੍ਹਿਆ ਕਿ ਕੈਨੇਡੀਅਨ ਜਥੇ ਦੇ ਆਗੂ ਰਾਵਲਪਿੰਡੀ ਫੜੇ ਗਏ ਹਨ। ਉਸ ਦਾ ਜੀ ਕੀਤਾ ਕਿ ਉਹ ਕੈਨੇਡਾ ਤੋਂ ਆਏ ਸਿੰਘਾਂ ਨੂੰ ਮਿਲ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰੇ। ਹਰ ਰੋਜ਼ ਉਹ ਅਖਬਾਰ ਲੈਂਦਾ। ਉਸ ਨੂੰ ਪਤਾ ਲੱਗਾ ਕਿ ਉਹਨਾਂ ਦਾ ਜਥਾ ਕਈ ਸ਼ਹਿਰਾਂ ਦਾ ਦੌਰਾ ਕਰਕੇ ਅੰਮ੍ਰਿਤਸਰ ਪਹੁੰਚੇਗਾ। ਉਹ ਸਵੇਰੇ ਉੱਠਦਾ, ਗੱਤਕੇ ਵਾਲੇ ਅਖਾੜੇ ਵਿੱਚ ਜਾ ਵੜਦਾ, ਚੰਗੀ ਧੁੱਪ ਚੜੇ ਨਹਾ ਧੋ ਕੇ ਵਾਪਸ ਮੁੜਦਾ, ਅਖਬਾਰ ਪੜ੍ਹਦਾ, ਫਿਰ ਸ਼ਹੀਦੀ ਜਥਿਆਂ ਦੀਆਂ ਖਬਰਾਂ ਸੁਣਨ ਲਈ ਅਕਾਲ ਤਖਤ ਪਹੁੰਚ ਜਾਂਦਾ। ਜਦ ਜਾਗੋ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਤਾਂ ਉਹ ਕਦੇ ਰਾਮਬਾਗ ਨੂੰ ਤੇ ਕਦੇ ਨਹਿਰ ਨੂੰ ਨਿਕਲ ਤੁਰਦੇ। ਅਸ਼ਰਫ ਦੇ ਕਦੇ-ਕਦੇ ਜਾ ਆਉਂਦੇ, ਪਰ ਤੋਤੇ ਕਿਆਂ ਨੂੰ ਕਿਸੇ ਮੁਸੀਬਤ ਵਿੱਚ ਨਾ ਪਾ ਦੇਣ ਦੇ ਡਰ ਤੋਂ ਉਹਨਾਂ ਦੇ ਨਾ ਜਾਂਦੇ। ਜਾਗੋ ਨੇ ਆਪਣਾ ਵੱਖਰਾ ਕਮਰਾ ਲੈ ਲਿਆ ਹੋਇਆ ਸੀ ਪੁਤਲੀ ਘਰ ਲਾਗੇ। ਤੋਤਾ ਸ਼ਹਿਰੋਂ ਜਾਂਦਾ ਸੀ ਕਾਰਖਾਨੇ। ਉਦੋਂ ਕਈ ਵਾਰੀ ਉਹਨਾਂ ਨੂੰ ਕਾਰਖਾਨਿਓਂ ਨਿਕਲਣ ਸਾਰ ਜਾ ਮਿਲਦਾ। ਉਹ ਤਿੰਨੇ ਕਈ ਘੰਟੇ ਜਾਗੋ ਦੇ ਕਮਰੇ ਵਿੱਚ ਗੱਪਾਂ ਮਾਰਦੇ ਰਹਿੰਦੇ। ਜਾਗੋ ਤੇ ਤੋਤਾ ਖਰਾਦੀਏ ਬਣ ਗਏ ਸਨ। ਤੋਤਾ ਸਾਰੇ ਘਰ ਦਾ ਖਰਚ ਚਲਾਉਂਦਾ ਸੀ। ਜਾਗੋ ਖਾ ਉਡਾ ਛੱਡਦਾ ਸੀ। ਤੋਤਾ ਤੇ ਜਾਗੋ ਦੋਵੇਂ ਦਿਨੇ ਕੰਮ ਉੱਤੇ ਹੁੰਦੇ। ਉਦੋਂ ਜਾਗੋ ਦੇ ਕਮਰੇ ਵਿੱਚ ਜਾਂ ਸੰਤਾਂ ਦੇ ਡੇਰੇ ਕੁਝ ਪੜ੍ਹਦਾ ਰਹਿੰਦਾ। ਇੱਕ ਸਵੇਰ ਨੂੰ ਉਸਨੇ ਅਖਬਾਰ ਵਿੱਚ ਖਬਰ ਪੜ੍ਹੀ ਕਿ ਕੈਨੇਡੀਅਨ ਜਥਾ ਅੰਮ੍ਰਿਤਸਰ ਪਹੁੰਚ ਰਿਹਾ ਹੈ। ਉਹ ਜਾਗੋ ਨੂੰ ਕਾਰਖਾਨੇ ਜਾ ਕੇ ਮਿਲਿਆ, ਫਿਰ ਮੁੜ ਕੇ ਸਟੇਸ਼ਨ ਉੱਤੇ ਪਹੁੰਚ ਗਿਆ। ਜਥਾ ਉਤਰਿਆ। ਹਜ਼ਾਰਾਂ ਲੋਕਾਂ ਦੀ ਭੀੜ ਵਿੱਚ ਖਲੋ ਕੇ ਉਸਨੇ ਜਥੇ ਦੀ ਚੜ੍ਹਤ ਵੇਖੀ। ਉਸ ਨੂੰ ਪਤਾ ਲੱਗਾ ਕਿ ਸਾਰੇ ਸਿੰਘ ਕੈਨੇਡਾ ਤੋਂ ਨਹੀਂ ਸਨ ਆਏ। ਰਾਹ ਵਿੱਚੋਂ ਉਹਨਾਂ ਨਾਲ ਕਈ ਬੰਦੇ ਸ਼ੰਘਾਈ, ਹਾਂਗਕਾਂਗ, ਸਿੰਗਾਪੁਰ ਤੇ ਪੀਨਾਂਗ ਤੋਂ ਮਿਲੇ ਸਨ। ਉਸਦੀ ਉਤਸੁਕਤਾ ਹੋਰ ਵੀ ਵੱਧ ਗਈ ਉਹਨਾਂ ਨੂੰ ਮਿਲ ਕੇ ਗੱਲ ਕਰਨ ਦੀ। ਉਸਨੇ ਸਿੰਗਾਪੁਰ, ਹਾਂਗਕਾਂਗ, ਸ਼ੰਘਾਈ, ਅਮਰੀਕਾ ਤੇ ਕੈਨੇਡਾ ਤੋਂ ਆਏ ਲੋਕਾਂ ਦੀਆਂ ਕੁਰਬਾਨੀਆਂ ਦੀਆਂ ਕਹਾਣੀਆਂ ਸੁਣੀਆਂ ਸਨ। ਉਹ ਅਣਵੇਖੇ ਦੇਸ਼ਾਂ ਦੀਆਂ ਸੈਰਾਂ ਸੁੱਤਿਆਂ ਜਾਗਦਿਆਂ ਕਰਨ ਲੱਗ ਪਿਆ ਸੀ। ਉਹ ਜਥੇ ਦੇ ਨਾਲ ਦਰਬਾਰ ਸਾਹਿਬ ਤੱਕ ਤੁਰਦਾ ਗਿਆ। ਰਾਤ ਨੂੰ ਸੰਤਾਂ ਦੇ ਡੇਰੇ ਠਹਿਰ ਗਿਆ। ਜਦ ਜਥਾ ਤੁਰਿਆ ਤਾਂ ਉਹ ਜਥੇ ਦੇ ਪਿੱਛੇ ਹੋ ਤੁਰਿਆ। ਜਥੇ ਨੇ ਕਈ ਥਾਈਂ ਰੁਕ ਕੇ ਜੈਤੋਂ ਪਹੁੰਚਣਾ ਸੀ। ਹਰ ਵੇਲੇ ਇਹ ਅਵਾਈ ਉੱਡਦੀ ਰਹਿੰਦੀ ਸੀ ਕਿ ਜਥਾ ਹੁਣੇ ਫੜਿਆ ਗਿਆ ਕਿ ਫੜਿਆ ਗਿਆ। ਉਦੋਂ ਜਥੇ ਨਾਲ ਫੜੇ ਜਾਣ ਦੇ ਹੱਕ ਵਿੱਚ ਨਹੀਂ ਸੀ। ਉਹ ਪੁਲਿਸ ਸਾਹਮਣੇ ਨਿਹੱਥਾ ਖਲੋ ਕੇ ਡਾਂਗਾਂ ਖਾਣ ਦੇ ਹੱਕ ਵਿੱਚ ਨਹੀਂ ਸੀ। ਉਹ ਜਥੇ ਦਾ ਪਿੱਛਾ ਛੱਡ ਕੇ ਸੁਨਾਮ ਪਹੁੰਚ ਗਿਆ। ਜਿਸ ਦਿਨ ਜਥੇ ਦਾ ਪ੍ਰੋਗਰਾਮ ਜੈਤੋਂ ਪਹੁੰਚਣ ਦਾ ਸੀ, ਉਸ ਦਿਨ ਉਹ ਵੀ ਜੈਤੋਂ ਪਹੁੰਚ ਗਿਆ। ਜਥੇ ਦੀ ਗ੍ਰਿਫਤਾਰੀ ਵੇਲੇ ਹਜ਼ਾਰਾਂ ਦਰਸ਼ਕ ਸਨ। ਪੁਲਿਸ ਨੇ ਖਿੰਡ-ਪੁੰਡ ਜਾਣ ਦਾ ਹੁਕਮ ਦਿੱਤਾ। ਲੋਕੀ ਆਪਣੀਆਂ ਥਾਵਾਂ ਤੋਂ ਹਿੱਲਦੇ, ਉੱਥੋਂ 2 ਕਦਮ ਹਟ ਕੇ ਫਿਰ ਖਲੋ ਜਾਂਦੇ। ਪੁਲਿਸ ਨੇ ਕਈ ਦਰਸ਼ਕ ਵੀ ਫੜ ਲਏ। ਉਹਨਾਂ ਵਿੱਚ ਉਦੋਂ ਵੀ ਫੜਿਆ ਗਿਆ। ਉਸ ਨੂੰ ਜੇਲ੍ਹ ਜਾਣਾ ਬੜਾ ਬੁਰਾ ਲੱਗਾ। ਤਰਕਾਲਾਂ ਵੇਲੇ ਸਭ ਨੇ ਰਲ ਕੇ ਲੰਗਰ ਛਕਿਆ। ਉਸ ਨੂੰ ਪਰਦੇਸੀ ਸਿੰਘਾਂ ਨੂੰ ਮਿਲ ਕੇ ਪਰਦੇਸਾਂ ਦੇ ਹਾਲਾਤ ਜਾਣਨ ਦੀ ਤੀਬਰ ਇੱਛਾ ਜਾਗ ਉੱਠੀ। ਉਸ ਦੇ ਮਨ ਅੰਦਰ ਪਰਦੇਸਾਂ ਦੇ ਹਾਲਾਤ ਸੁਣਨ ਦੀ ਬੜੀ ਕਾਹਲੀ ਉਮੰਗ ਸੀ। ਉਹ ਵਾਰੀ-ਵਾਰੀ ਇੱਕ-ਇੱਕ ਸਿੰਘ ਕੋਲ ਬਹਿ ਕੇ ਗੱਲਾਂ ਪੁੱਛਦਾ। ਸਵਾਲਾਂ ਉੱਤੇ ਸਵਾਲ ਕਰਦਾ ਨਾ ਥੱਕਦਾ। ਜਹਾਜ਼ਾਂ ਦੇ ਸਫ਼ਰ, ਸਮੁੰਦਰਾਂ ਦੀਆਂ ਤਾਰੀਆਂ, ਚੀਨੀਆਂ ਤੇ ਜਾਪਾਨੀਆਂ ਤੇ ਹੋਰ ਵੱਖੋ-ਵੱਖਰੇ ਲੋਕਾਂ ਦੀਆਂ ਗੱਲਾਂ ਉਸ ਨੂੰ ਬੜੀਆਂ ਦਿਲਚਸਪ ਲੱਗਦੀਆਂ। ਉਹ ਉਹਨਾਂ ਦੀਆਂ ਗੱਲਾਂ ਸੁਣਦਾ ਨਾ ਥੱਕਦਾ। ਉਸ ਦਾ ਮਨ ਕਰਨ ਲੱਗ ਪਿਆ ਕਿ ਉਹ ਜੇਲ੍ਹ ਭੰਨ ਕੇ, ਦੇਸ਼ ਛੱਡ ਕੇ ਉਹਨਾਂ ਲੋਕਾਂ ਵਿੱਚ ਜਾ ਮਿਲੇ ਜੋ ਪਰਦੇਸਾਂ ਤੋਂ ਦੇਸ਼ ਭਗਤੀ ਦੀ ਲਗਨ ਲੈ ਕੇ ਮੁੜਦੇ ਹਨ ਤੇ ਯੋਧਿਆਂ ਵਾਂਗੂ ਸਿਰ ਤਲੀ ਉੱਤੇ ਰੱਖ ਕੇ ਜੂਝ ਜਾਂਦੇ ਹਨ। ਇੱਕ ਦਿਨ ਅੰਮ੍ਰਿਤ ਵੇਲੇ ਉਹ ਘੂਕ ਸੁੱਤਾ ਪਿਆ ਸੀ। ਸੁਪਨੇ ਵਿੱਚ ਉਸਨੇ ਜਲਿਆਂਵਾਲੇ ਬਾਗ ਦੇ ਕਤਲਾਮ ਦਾ ਦ੍ਰਿਸ਼ ਦੁਹਰਾਇਆ ਜਾਂਦਾ ਵੇਖਿਆ। ਉਹ ਬੜਾ ਉੱਠਿਆ। ਨਾਲ ਦੇ ਸਾਥੀ ਨੇ ਉਸ ਨੂੰ ਹਿਲਾ ਕੇ ਜਗਾ ਦਿੱਤਾ। ਉਦੋਂ ਉੱਠ ਕੇ ਮੁੱਢੋਂ ਸੁੱਢੋਂ ਜਲਿਆਂਵਾਲੇ ਬਾਗ ਦੇ ਸਾਕੇ ਦਾ ਬਿਆਨ ਕਰਨ ਲੱਗ ਪਿਆ। ਉਸ ਦਾ ਸਾਥੀ ਕੈਨੇਡੀਅਨ ਸਿੰਘ ਸੀ। ਉਹ ਹੈਰਾਨ ਹੋ ਕੇ ਸੁਣਦਾ ਰਿਹਾ। ਚਿੱਟਾ ਦਿਨ ਹੋਣ ਵਾਲਾ ਸੀ। ਉਦੋਂ ਨੇ ਆਪਣੇ ਪਿੱਛੇ ਧਿਆਨ ਮਾਰਿਆ ਤਾਂ ਉਸ ਨੂੰ ਪਤਾ ਲੱਗਾ ਕਿ ਹਾਂਗਕਾਂਗ, ਸ਼ੰਘਾਈ, ਪੀਨਾਂਗ ਤੇ ਕੈਨੇਡਾ ਤੋਂ ਆਏ 8-10 ਬੰਦੇ ਚੁੱਪ-ਚੁਪੀਤੇ ਬੈਠੇ ਅੰਮ੍ਰਿਤਸਰ ਦੇ ਖੂਨੀ ਸਾਕੇ ਦਾ ਬਿਆਨ ਸੁਣਦੇ ਸੁਣ ਬੈਠੇ ਸਨ। ਉਹ ਇੱਕਦਮ ਚੁੱਪ ਹੋ ਗਿਆ। ਸੂਰਜ ਦੀ ਟਿੱਕੀ ਨਿਕਲੀ ਹੀ ਸੀ ਕਿ ਇੱਕ ਸਿੰਘ ਨੇ ਖਬਰ ਦਿੱਤੀ, ਸਿੰਘੋ, ਬੱਬਰਾਂ ਨੇ ਬੀਟੀ ਜਹਾਜ਼ੇ ਚੜਾ ਦਿੱਤਾ ਹੈ। ਸਿੰਘਾਂ ਨੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ। ਉਦੋਂ ਨੂੰ ਜਾਗੋ ਦੀ ਅੱਖ ਉੱਤੇ ਪਏ ਨੀਲ ਦੀ ਯਾਦ ਆ ਗਈ। ਫਿਰ ਉਸ ਨੂੰ ਖਿਆਲ ਆਇਆ ਕਿ ਇਹ ਸ਼ਾਂਤਮਈ ਵਿੱਚ ਭਰੋਸਾ ਰੱਖਣ ਵਾਲੇ ਲੋਕ ਬੱਬਰਾਂ ਵੱਲੋਂ ਬੀਟੀ ਨੂੰ ਜਹਾਜ਼ੇ ਚੜਾ ਦੇਣ ਲਈ ਖੁਸ਼ੀਆਂ ਕਿਉਂ ਮਨਾ ਰਹੇ ਹਨ? ਕੀ ਇਹਨਾਂ ਦੀ ਸ਼ਾਂਤਮਈ ਇਹਨਾਂ ਦੀ ਇੱਕ ਮਜਬੂਰੀ ਹੈ? ਉਂਝ ਅੰਦਰੋਂ ਹਥਿਆਰਬੰਦ ਬੱਬਰਾਂ ਦੇ ਹਾਮੀ ਹਨ।
ਸ਼ਾਹ ਵੇਲਾ ਕਰਨ ਦੇ ਨਾਲ ਹੀ ਫੜੇ ਗਏ ਦਰਸ਼ਕਾਂ ਨੂੰ ਛੱਡਣ ਦਾ ਹੁਕਮ ਆ ਗਿਆ। ਉਹ ਸਿੱਧਾ ਅੰਮ੍ਰਿਤਸਰ ਪਹੁੰਚਾ। ਜਾਗੋ ਪਾਸ ਪਹੁੰਚਾ ਹੀ ਸੀ ਕਿ ਜਾਗੋ ਨੇ ਉਸਨੂੰ ਦੱਸਿਆ, ਉਦੋਂ ਸੁੱਚਾ ਸਿੰਘ ਨੂੰ ਬੱਬਰਾਂ ਨਾਲ ਰਲ ਜਾਣ ਕਰਕੇ ਤੇ ਪੁਲਿਸ ਮੁਕਾਬਲੇ ਦੇ ਇਲਜ਼ਾਮ ਵਿੱਚ ਗੋਲੀ ਮਾਰ ਦਿੱਤਾ ਗਿਆ। ਉਹਦੀ ਲਾਸ਼ ਵੀ ਉਹਨਾਂ ਨਹੀਂ ਦਿੱਤੀ ਤੇ ਬਹਾਦਰ ਸਿੰਘ ਨੂੰ ਹੋਰ ਬੱਬਰਾਂ ਨਾਲ 7 ਸਾਲਾਂ ਦੀ ਸਖਤ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋ ਗਈ ਹੈ। ਜਾਗੋ ਦੀ ਗੱਲ ਸੁਣਦਿਆਂ ਹੀ ਉਦੋਂ ਦੋਵੇਂ ਹੱਥ ਛਾਤੀ ਉੱਤੇ ਰੱਖ ਕੇ ਬਹਿ ਗਿਆ। 33 ਸ਼ੀਰੀਂ ਜਵਾਨ ਹੋ ਰਹੀ ਸੀ। ਇੱਕ ਸ਼ਾਮ ਨੂੰ ਆਪਣੇ ਘਰ ਦੀਆਂ ਪੌੜੀਆਂ ਚੜ੍ਹ ਰਹੀ ਸੀ। 2 ਮੁਸ਼ਟੰਡੇ ਉਸ ਦਾ ਰਾਹ ਘੇਰ ਖਲੋਤੇ। ਉਸਨੇ ਚੀਕਾਂ ਮਾਰੀਆਂ। ਝਗੜਾ ਹੋ ਗਿਆ। ਉਹ ਝਗੜਾ ਹਿੰਦੂ ਮੁਸਲਿਮ ਸਵਾਲ ਬਣ ਗਿਆ। ਜਦ ਕੁਝ ਠੰਡ ਠੰਡੋਰਾ ਹੋਇਆ, ਮੁਹੰਮਦ ਲਤੀਫ ਨੇ ਘਰ ਵੇਚਿਆ, ਦੁਕਾਨ ਵੇਚੀ, ਟੱਬਰ ਲੈ ਕੇ ਇਸਲਾਮਾਬਾਦ ਜਾ ਵਸਿਆ। ਮਹੱਲਾ ਛੱਡ ਕੇ ਨਿਰੋਲ ਮੁਸਲਮਾਨ ਮਹੱਲੇ ਵਿੱਚ ਜਾ ਵਸਣ ਕਰਕੇ ਉਦੋਂ ਦਾ ਮੇਲ ਮਿਲਾਪ ਅਸ਼ਰਫ ਨਾਲੋਂ ਟੁੱਟ ਗਿਆ। ਤੋਤਾ ਤੇ ਜਾਗੋ ਇਕੱਠੇ ਕੰਮ ਕਰਦੇ ਸਨ। ਅਸ਼ਰਫ ਉਹਨਾਂ ਕੋਲ 2-3 ਵਾਰੀ ਆਇਆ, ਫਿਰ ਉਹਨਾਂ ਕੋਲ ਆਉਣੋਂ ਹਟ ਗਿਆ। ਤੋਤੇ ਹੋਰਾਂ ਦਾ ਮਹੱਲਾ ਉਹਨਾਂ ਦੇ ਉਲਟ ਸੀ। ਫਸਾਦਾਂ ਪਿੱਛੋਂ ਉਦੋਂ ਤੇ ਜਾਗੋ ਨੇ ਉਹਨਾਂ ਦੇ ਜਾਣਾ ਬਿਲਕੁਲ ਬੰਦ ਕਰ ਦਿੱਤਾ ਸੀ। ਰੇਸ਼ਮਾ ਦੇ ਆਪਣੇ ਮਜ਼ਹਬ ਦੇ ਆਂਢੀ ਗੁਆਂਢੀ ਮੁੰਡੇ ਉਸ ਵੱਲ ਬੁਰੀਆਂ ਨਜ਼ਰਾਂ ਨਾਲ ਤੱਕਦੇ। ਉਹ ਮਨ ਹੀ ਮਨ ਵਿੱਚ ਉਦੋਂ ਨੂੰ ਚਾਹੁਣ ਲੱਗ ਪਈ ਸੀ, ਪਰ ਡਰਦੀ ਉਭਾਸਰਦੀ ਨਹੀਂ ਸੀ, ਕਿਉਂਕਿ ਉਹ ਸਮਝਦੀ ਸੀ ਇੱਕ ਸਿੱਖ ਮੁੰਡੇ ਤੇ ਮੁਸਲਮਾਨ ਕੁੜੀ ਦਾ ਮਿਲਾਪ ਇੱਕ ਨਾਮੁਮਕਿਨ ਗੱਲ ਸੀ। ਤੋਤੇ ਤੇ ਰੇਸ਼ਮਾ ਦੀ ਮਾਂ ਇੱਕ ਰਾਤ ਚੰਗੀ ਭਲੀ ਸੁੱਤੀ ਤੇ ਸਵੇਰੇ ਸੁੱਤੀ ਨਾ ਉੱਠੀ। ਮਾਂ ਦੇ ਮਰਨ ਪਿੱਛੋਂ ਤੋਤਾ ਕਈ ਵਾਰੀ ਸੋਚ ਚੁੱਕਾ ਸੀ ਕਿ ਉਹ ਆਪਣਾ ਮਹੱਲਾ ਛੱਡ ਕੇ ਕਿਸੇ ਹੋਰ ਮਹੱਲੇ ਜਾ ਵਸਣ, ਪਰ ਉਸਨੂੰ ਕੁਝ ਨਾ ਸੁਝਦਾ। ਇੱਕ ਦਿਨ ਗੱਲਾਂ-ਗੱਲਾਂ ਵਿੱਚ ਹੀ ਉਦੋਂ ਨੇ ਤੋਤੇ ਨੂੰ ਜਾਗੋ ਦੇ ਕਮਰੇ ਵਿੱਚ ਬੈਠਿਆਂ ਲਾਹੌਰ ਚੱਲ ਵਸਣ ਦੀ ਸਲਾਹ ਦਿੱਤੀ। ਉਸਨੂੰ ਉਦੋਂ ਦੀ ਸਲਾਹ ਕੁਝ ਅਜੀਬ ਤੇ ਅਨੋਖੀ ਲੱਗੀ। ਉਹ ਸੋਚਣ ਲੱਗਾ, ਆਪਣਾ ਜੱਦੀ ਘਰ ਛੱਡ ਕੇ ਉਹ ਕਿਵੇਂ ਕਿਸੇ ਹੋਰ ਸ਼ਹਿਰ ਜਾ ਸਕਦਾ ਹੈ। ਜਦ ਉਸਨੇ ਘਰ ਜਾ ਕੇ ਗੱਲ ਛੇੜੀ ਤਾਂ ਰੇਸ਼ਮਾ ਝਟਪਟ ਤਿਆਰ ਹੋ ਪਈ। ਰੇਸ਼ਮਾ ਨੇ ਆਪਣੇ ਦੀਨ ਦੇ ਜਨੂਨੀਆਂ ਪਾਸੋਂ ਬਚਣ ਲਈ ਮਨ ਬਣਾ ਲਿਆ। ਤੋਤਾ ਆਪਣੇ ਮਨ ਨਾਲ ਕੋਈ ਪੱਕਾ ਫੈਸਲਾ ਨਾ ਕਰ ਸਕਿਆ। ਰੇਸ਼ਮਾ ਦੇ ਮਨ ਵਿੱਚ ਖਿਆਲ ਆਉਣ ਲੱਗ ਪਿਆ ਕਿ ਉਦੋਂ ਉਸਨੂੰ ਜ਼ਰੂਰ ਚਾਹੁੰਦਾ ਹੈ, ਨਹੀਂ ਤਾਂ ਲਾਹੌਰ ਜਾਣ ਦੀ ਸਲਾਹ ਨਾ ਦਿੰਦਾ। ਉਹ ਮਨ ਹੀ ਮਨ ਵਿੱਚ ਕਈ ਗੁੰਦਾਂ ਗੁੰਦਦੀ ਰਹਿੰਦੀ, ਕਈ ਉਸਾਰੀਆਂ ਉਸਾਰਦੀ ਤੇ ਫਿਰ ਢਾਹ ਦਿੰਦੀ। ਹੁਣ ਉਸ ਦਾ ਮਨ ਉਦੋਂ ਲਈ ਤੜਫਣ ਲੱਗ ਪਿਆ। ਉਸਨੂੰ ਉਦੋਂ ਦਾ ਮਿਲਾਪ ਇੱਕ ਸੁਪਨਾ ਜਾਪਦਾ। ਉਹ ਉਸ ਸੁਪਨੇ ਨੂੰ ਸਾਕਾਰ ਕਰਨਾ ਲੋੜਨ ਲੱਗ ਪਈ, ਪਰ ਇਹ ਸਭ ਕੁਝ ਉਸਨੂੰ ਨਾਮੁਮਕਿਨ ਜਾਪਦਾ। ਲੋਹਾਰਾਂ ਦਾ ਇੱਕ ਮੁੰਡਾ ਹਰ ਰੋਜ਼ ਉਹਨਾਂ ਦੇ ਫੇਰੇ ਮਾਰਨ ਲੱਗ ਪਿਆ। ਉਹ ਤੋਤੇ ਦੇ ਕੋਲ ਬੈਠ ਕੇ ਕਿੰਨੀ ਦੇਰ ਇੱਧਰ-ਉੱਧਰ ਦੀਆਂ ਗੱਲਾਂ ਕਰਦਾ ਰਿਹਾ ਕਰੇ। ਜਿੰਨੀ ਦੇਰ ਉਹ ਤੋਤੇ ਕੋਲ ਬੈਠਾ ਰਹਿੰਦਾ, ਰੇਸ਼ਮਾ ਅੰਦਰੋਂ ਨਾ ਨਿਕਲਦੀ। ਉਹ ਅੰਦਰ ਬੈਠੀ ਅੱਕ ਜਾਂਦੀ। ਇੱਕ ਦਿਨ ਤੋਤਾ ਘਰ ਨਹੀਂ ਸੀ। ਉਹ ਮੁੰਡਾ ਅਚਾਨਕ ਬੂਹਾ ਖੋਲ੍ਹ ਕੇ ਵਿਹੜੇ ਵਿੱਚ ਆ ਖਲੋਤਾ। ਬਿਟ ਰੇਸ਼ਮਾ ਵੱਲ ਤੱਕਣ ਲੱਗਾ। ਫਿਰ ਉਸਨੇ ਪੁੱਛਿਆ, ਤੋਤਾ ਕਿੱਥੇ ਹੈ? ਘਰ ਹੈ ਨਹੀਂ। ਫਿਰ ਤਾਂ ਹੋਰ ਵੀ ਚੰਗਾ। ਕੀ ਮਤਲਬ? ਮਤਲਬ ਕਿ ਅਸੀਂ ਦੋਵੇਂ ਇਕੱਲੇ ਹਾਂ। ਰੇਸ਼ਮਾ ਦੀਆਂ ਅੱਖਾਂ ਵਿੱਚ ਲਹੂ ਉੱਤਰ ਆਇਆ। ਉਸਨੇ ਦੌੜ ਕੇ ਚੁੱਲ੍ਹੇ ਵਿੱਚੋਂ ਬਲਦੀ ਚੁਆਤੀ ਕੱਢੀ ਤੇ ਵਗਾਹ ਕੇ ਉਹਦੇ ਵੱਲ ਮਾਰੀ। ਚੁਆਤੀ ਕੰਧ ਵਿੱਚ ਜਾ ਵੱਜੀ। ਉਹ ਨੱਸ ਕੇ ਬੂਹਿਓਂ ਬਾਹਰ ਹੋ ਗਿਆ। ਰੇਸ਼ਮਾ ਨੇ ਬੂਹੇ ਵਿੱਚ ਖਲੋ ਕੇ ਉਹਨੂੰ ਭੱਜੇ ਜਾਂਦੇ ਵੇਖ ਕੇ ਕਿਹਾ, ਕਿਤੋਂ ਦਾ ਕਬੂਤਰ ਬਾਜ਼ ਨਾ ਹੋਵੇ ਤਾਂ। ਜਦ ਤੋਤਾ ਘਰ ਆਇਆ ਤਾਂ ਰੇਸ਼ਮਾ ਨੇ ਉਸਨੂੰ ਸਾਰੀ ਗੱਲ ਦੱਸੀ। ਤੋਤਾ ਉਸਦੀ ਗੱਲ ਸੁਣ ਕੇ ਸੋਚਾਂ ਵਿੱਚ ਡੁੱਬ ਗਿਆ। 34 ਬੇਟਾ ਜਾਓ, ਖੁਸ਼ੀ ਨਾਲ ਜਾਓ। ਵਲਾਇਤ ਜਾਓ, ਅਮਰੀਕਾ ਜਾਓ, ਕੈਨੇਡਾ ਜਾਓ। ਜਿੰਨੇ ਆਪਣੇ ਬੰਦੇ ਪਰਦੇਸਾਂ ਵਿੱਚ ਮਜ਼ਦੂਰੀ ਕਰਨ ਜਾਂ ਪੜ੍ਹਨ ਗਏ ਹੈ, ਆਜ਼ਾਦੀ ਦੀ ਤੜਪ ਲੈ ਕੇ ਆਏ ਹੈ। ਪਤਾ ਨਹੀਂ ਉਹਨਾਂ ਦੇਸ਼ਾਂ ਵਿੱਚ ਕਿੰਨੀ ਖੁੱਲ੍ਹ ਹੈ। ਜੋ ਜਾਂਦਾ ਹੈ ਨਵਾਂ ਨਰੋਆ ਹੋ ਕੇ ਮੁੜਦਾ ਹੈ। ਕੀ ਪੜ੍ਹਿਆ ਤੇ ਕੀ ਅਨਪੜ੍ਹਿਆ। ਫਰੰਗੀ ਦਾ ਡਰ ਉਹਨਾਂ ਦੀ ਖਲੜੀ ਵਿੱਚੋਂ ਨਿਕਲ ਹੀ ਜਾਂਦਾ ਹੈ। ਡਟ ਜਾਂਦੇ ਆ ਵਿਦੇਸ਼ੀ ਰਾਜ ਦੇ ਸਾਹਮਣੇ। ਉਮਰ ਕੈਦਾਂ ਕੱਟਦੇ ਹੈ। ਦੁੱਖਾਂ ਦੀਆਂ ਹਨੇਰੀਆਂ ਝੱਲਦੇ ਹੈ। ਜੇ ਸਾਰਾ ਸਰੀਰ ਖੁਰ ਜਾਏ, ਭੋਰਾ ਹੋ ਕੇ ਭੁਰ ਜਾਏ, ਚੱਕ ਵਰਗੀਆਂ ਛਾਤੀਆਂ ਬਿਜੜੇ ਦੇ ਆਲ੍ਹਣੇ ਵਾਂਗੂ ਆ ਨਿਕਲਣ ਤਾਂ ਵੀ ਉਹ ਨਹੀਂ ਨਿਉਂਦੇ, ਨਹੀਂ ਝੁਕਦੇ, ਨਹੀਂ ਈਨ ਮੰਨਦੇ ਕਿਸੇ ਦੀ। ਫਾਂਸੀ ਦੇ ਰੱਸਿਆਂ ਨੂੰ ਹੱਸ ਗਲਾਂ ਵਿੱਚ ਪਾਉਂਦੇ ਹੈ। ਦੇਸ਼ ਦੀ ਆਜ਼ਾਦੀ ਦੇ ਨਾਅਰੇ ਲਾਉਂਦਿਆਂ ਆਪਣਾ 5 ਭੂਤਕ ਸਰੀਰ ਛੱਡ ਜਾਂਦੇ ਹੈ। ਸ਼ਹੀਦੀਆਂ ਪਾ ਜਾਂਦੇ ਹੈ, ਪਰ ਉਹਨਾਂ ਦੀ ਆਤਮਾ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਝੁਕਾ ਸਕੀ। ਕਾਸ਼ ਮੈਂ ਵੀ ਕੁਝ ਕਰ ਸਕਦਾ ਆਪਣੇ ਲੋਕਾਂ ਲਈ। ਸੰਤਾਂ ਨੇ ਜ਼ਰਾ ਰੁਕਦਿਆਂ ਪੁੱਛਿਆ, ਊਧਮ ਸਿਆਂ, ਤੈਨੂੰ ਪਤਾ ਹੈ ਮੇਰੇ ਪਾਸ ਇੱਕ ਖਿਡੌਣਾ ਹੈ। ਉਹ ਹੁਣ ਮੇਰੇ ਕਿਸੇ ਕੰਮ ਨਹੀਂ। ਜਿਸ ਕੰਮ ਲਈ ਲਿਆਂਦਾ ਸੀ ਉਹ ਵੇਲਾ ਮੈਨੂੰ ਵੰਗਾਰਦਾ ਮੇਰੇ ਕੋਲੋਂ ਦੀ ਲੰਘ ਗਿਆ। ਮੈਂ ਅਵੇਸਲੇ ਹੋ ਕੇ ਜਾਣ ਬੁੱਝ ਕੇ ਘੇਸ ਵੱਟ ਰੱਖੀ। ਮੇਰਾ ਮਨ ਹਮੇਸ਼ਾ ਦੁਚਿੱਤੀਆਂ ਵਿੱਚ ਰਿਹਾ ਹੈ। ਮੈਂ ਕਿਸੇ ਕੰਮ ਲਈ ਕਦੇ ਵੀ ਭਰੋਸੇ ਨਾਲ ਕਦਮ ਨਹੀਂ ਪੁੱਟ ਸਕਿਆ। ਸਾਰਾ ਜੀਵਨ ਜਕਦਿਆਂ ਲੰਘਾ ਦਿੱਤਾ ਹੈ ਦੁਚਿੱਤੀਆਂ ਵਿੱਚ। ਊਧਮ ਸਿੰਘ ਬੜੇ ਧਿਆਨ ਨਾਲ ਸੰਤਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਸਨੇ ਸੰਤਾਂ ਦੇ ਚਿਹਰੇ ਉੱਤੇ ਪਿਲੱਤਣ ਜਿਹੀ ਵੇਖ ਕੇ ਨੀਵੀਂ ਪਾ ਲਈ। ਸੰਤ ਫਿਰ ਬੋਲ ਉੱਠੇ, ਨਾ ਮੈਂ ਸ਼ਾਂਤਮਈ ਵਾਲੇ ਪਾਸੇ ਹੋ ਕੇ ਅਕਾਲੀਆਂ ਨਾਲ ਰਲਿਆ ਤੇ ਨਾ ਹੀ ਬੱਬਰ ਬਹਾਦਰਾਂ ਨਾਲ ਰਲ ਕੇ ਤੇਗ ਉਠਾ ਸਕਿਆ। ਧੰਨ ਹਨ ਉਹ ਬੱਬਰ ਜੋ ਤਲੀ ਉੱਤੇ ਸਿਰ ਰੱਖ ਕੇ ਗੱਜੇ ਹੈ।
ਸੰਤ ਤੇ ਊਧਮ ਸਿੰਘ ਦੋਵੇਂ ਕੁਝ ਚਿਰ ਇੱਕ ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਗੱਡ ਕੇ ਵੇਖਦੇ ਰਹੇ। ਫਿਰ ਸੰਤਾਂ ਨੇ ਹੌਲੀ ਜਿਹੀ ਬੁੱਕਲ ਵਿੱਚੋਂ ਪਿਸਤੌਲ ਕੱਢ ਕੇ ਊਧੋ ਦੇ ਸਾਹਮਣੇ ਰੱਖ ਦਿੱਤਾ। 35 ਨੌਜਵਾਨ ਭਾਰਤ ਸਭਾ ਦੇ ਨੌਜਵਾਨਾਂ ਨੇ ਕਰਤਾਰ ਸਿੰਘ ਸਰਾਭਾ ਤੇ ਉਹਦੇ ਨਾਲ ਸ਼ਹੀਦ ਹੋਏ ਸੂਰਬੀਰਾਂ ਦਾ ਦਿਨ ਮਨਾਉਣ ਲਈ ਬ੍ਰੈਡਲੇ ਹਾਲ ਵਿੱਚ ਜਲਸਾ ਰੱਖਿਆ। ਦਰੀਆਂ ਤੇ ਤੱਪੜ ਵਿਛਾਏ ਜਾ ਰਹੇ ਸਨ। ਭਗਵਤੀ ਚਰਨ, ਭਗਤ ਸਿੰਘ, ਸੁਖਦੇਵ, ਧਨਵੰਤਰੀ, ਅਹਿਸਾਨ ਤੇ ਉਹਨਾਂ ਦੇ ਹੋਰ ਸਾਥੀ ਜਲਸੇ ਦੇ ਪ੍ਰਬੰਧ ਵਿੱਚ ਲੱਗੇ ਹੋਏ ਸਨ। ਭਗਤ ਸਿੰਘ ਨੇ ਕਰਤਾਰ ਸਿੰਘ ਦੀ ਇੱਕ ਨਿੱਕੀ ਤਸਵੀਰ ਲੱਭ ਕੇ ਭਗਵਤੀ ਨੂੰ ਦਿੱਤੀ ਸੀ। ਉਸਨੇ ਤਸਵੀਰ ਇੱਕ ਚਿੱਤਰਕਾਰ ਪਾਸੋਂ ਆਦਮ ਕੱਦ ਸਾਈਜ਼ ਦੀ ਤਿਆਰ ਕਰਵਾ ਲਈ ਸੀ। ਉਹ ਤਸਵੀਰ ਇੱਕ ਵੱਡੇ ਮੇਜ਼ ਉੱਤੇ ਕੰਧ ਦਾ ਸਹਾਰਾ ਦੇ ਕੇ ਰੱਖੀ ਹੋਈ ਸੀ। ਉਸਨੂੰ ਖੱਦਰ ਦੇ ਕੱਪੜੇ ਨਾਲ ਢਕਿਆ ਹੋਇਆ ਸੀ। ਹੌਲੀ-ਹੌਲੀ ਸਾਰਾ ਹਾਲ ਲੋਕਾਂ ਨਾਲ ਭਰ ਗਿਆ। ਊਧਮ ਸਿੰਘ ਨੂੰ ਇੱਕ ਨੁੱਕਰ ਵਿੱਚ ਚੁੱਪ-ਚੁਪਾਤਾ ਖਲੋਤਾ ਵੇਖ ਕੇ ਭਗਤ ਸਿੰਘ ਉਸਦੇ ਕੋਲ ਆ ਖਲੋਤਾ। ਫਿਰ ਉਸਨੇ ਊਧਮ ਸਿੰਘ ਕੋਲ ਖਲੋਤੇ ਤੋਤੇ ਤੇ ਰੇਸ਼ਮਾ ਵੱਲ ਨਿਗਾਹ ਮਾਰੀ। ਊਧਮ ਸਿੰਘ ਨੇ ਕਿਹਾ, ਭਗਤ, ਇਹ ਰੇਸ਼ਮਾ ਹੈ ਤੇ ਇਹ ਸਾਡਾ ਯਾਰ ਤੋਤਾ। ਤੋਤੇ ਦਾ ਨਾਂ ਸੁਣ ਕੇ ਭਗਤ ਸਿੰਘ ਮੁਸਕਰਾ ਪਿਆ। ਉਹ ਕੁਝ ਕਹਿਣ ਹੀ ਲੱਗਾ ਸੀ ਕਿ ਉਸਦਾ ਧਿਆਨ ਸਟੇਜ ਵੱਲ ਚਲਾ ਗਿਆ। ਦੁਰਗਾ ਤੇ ਸੁਸ਼ੀਲਾ ਆਪਣੀਆਂ ਉਂਗਲੀਆਂ ਵਿੱਚੋਂ ਲਹੂ ਕੱਢ ਕੇ ਕਰਤਾਰ ਸਿੰਘ ਸਰਾਭੇ ਦੀ ਤਸਵੀਰ ਦੇ ਉੱਤੇ ਦਿੱਤੇ ਖੱਦਰ ਦੇ ਪਰਦੇ ਉੱਤੇ ਛਿਟਕ ਰਹੀਆਂ ਸਨ। ਰੇਸ਼ਮਾ ਟਿਕਟਿਕੀ ਲਾ ਕੇ ਦੁਰਗਾ ਤੇ ਸੁਸ਼ੀਲਾ ਵੱਲ ਤੱਕ ਰਹੀ ਸੀ। ਸਾਰਾ ਹਾਲ ਲੋਕਾਂ ਨਾਲ ਖਚਾ-ਖਚ ਭਰਿਆ ਹੋਇਆ ਸੀ, ਪਰ ਸੁੰਨਸਾਨ ਵਰਗੀ ਚੁੱਪ ਸੀ। ਭਗਤ ਸਿੰਘ ਨੇ ਊਧਮ ਸਿੰਘ ਦੇ ਕੰਨ ਕੋਲ ਮੂੰਹ ਕਰਕੇ ਪੁੱਛਿਆ, ਬਾਵੇ, ਕਿੱਧਰ ਚੁੱਭੀ ਮਾਰ ਗਿਆ ਸੈਂ? ਕਿੰਨੀ ਦੇਰ ਤੇਰਾ ਸੁਰ ਪਤਾ ਹੀ ਕੋਈ ਨਾ ਲੱਗਾ। ਮੈਂ ਸਮਝਿਆ ਰਗੜਿਆ ਗਿਆ ਬੱਬਰਾਂ ਦੇ ਨਾਲ। ਫਿਰ ਉਹਨਾਂ ਆਪਸ ਵਿੱਚ ਇੱਕ ਦੂਜੇ ਦਾ ਹੱਥ ਘੁੱਟਿਆ। ਭਗਤ ਸਿੰਘ ਸਟੇਜ ਵੱਲ ਵਧਿਆ। ਊਧਮ ਸਿੰਘ ਹੋਰੀ ਉੱਥੇ ਖਲੋਤੇ ਰਹੇ। ਭਗਵਤੀ ਚਰਨ ਨੇ ਕਰਤਾਰ ਸਿੰਘ ਸਰਾਭੇ ਦੀ ਤਸਵੀਰ ਉੱਤੋਂ ਪਰਦਾ ਚੁੱਕਿਆ। ਭਗਤ ਸਿੰਘ ਦੀ ਆਵਾਜ਼ ਉੱਠੀ, ਸ਼ਹੀदों की चिताओं पर लगेंगे हर बरस मेले, वतन पे मरने वालों का यही नामो निशां होगा। ਦੁਰਗਾ ਤੇ ਸੁਸ਼ੀਲਾ ਨੇ ਫਿਰ ਵਾਰੀ-ਵਾਰੀ ਸਰਾਭੇ ਦੀ ਤਸਵੀਰ ਦੇ ਮੱਥੇ ਉੱਤੇ ਆਪਣੇ ਖੂਨ ਨਾਲ ਤਿਲਕ ਲਾਏ। ਕਰਤਾਰ ਸਿੰਘ ਸਰਾਭਾ ਤੇ ਉਸਦੇ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਆਜ਼ਾਦੀ ਖਾਤਰ ਸ਼ਹੀਦ ਹੋਏ ਤੇ ਜੇਲ੍ਹਾਂ ਵਿੱਚ ਸੜ ਰਹੇ ਸਭ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਯਾਦ ਤਾਜ਼ਾ ਕੀਤੀ ਗਈ। ਬੱਬਰ ਬਹਾਦਰਾਂ ਦੀਆਂ ਕੁਰਬਾਨੀਆਂ ਦੀ ਪ੍ਰਸ਼ੰਸਾ ਕੀਤੀ ਗਈ। ਭਗਵਤੀ ਚਰਨ ਨੇ ਆਪਣੇ ਭਾਸ਼ਣ ਵਿੱਚ ਕਿਹਾ, ਜੋ ਲੋਕ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੇ ਹਨ, ਉਹਨਾਂ ਦੇ ਦਿਲਾਂ ਵਿੱਚ ਕਾਇਰਤਾ ਘਰ ਕਰ ਜਾਂਦੀ ਹੈ। ਕਾਇਰ ਮਰਨੋਂ ਡਰਦਾ ਹੈ। ਜੋ ਮਰਨੋਂ ਡਰਦਾ ਹੈ, ਮੌਤ ਉਸ ਨੂੰ ਹੋਰ ਡਰਾਉਂਦੀ ਹੈ। ਜੋ ਲੋਕ ਮੌਤ ਨੂੰ ਹੱਸ-ਹੱਸ ਕੇ ਜੱਫੀਆਂ ਪਾਉਂਦੇ ਹਨ, ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਡਰਾ ਸਕਦੀ। ਅਸੀਂ ਜਾਣਦੇ ਹਾਂ ਕਿ ਸਾਡੇ ਆਪਣੇ ਕਈ ਭਰਾ ਹਨ ਜੋ ਸੁਭਾਵਕ ਹੀ ਕਾਇਰ, ਚਾਪਲੂਸ ਤੇ ਜੁੱਤੀ ਚੱਟ ਹਨ। ਉਹਨਾਂ ਦਾ ਕੰਮ ਹੈ ਤਾਕਤ ਅੱਗੇ ਝੁਕਣਾ, ਚੜ੍ਹਦੇ ਸੂਰਜ ਨੂੰ ਸਲਾਮਾਂ ਕਰਨੀਆਂ। ਉਹਨਾਂ ਕਮਜ਼ੋਰ, ਬੁਜ਼ਦਿਲ ਸਰਕਾਰੀ ਖੁਫੀਆ ਲੋਕਾਂ ਨੂੰ ਅਸੀਂ ਤਾੜਨਾ ਕਰਦੇ ਹਾਂ ਕਿ ਜ਼ੁਲਮ ਤੇ ਜ਼ਾਲਮ ਦੋਹਾਂ ਦੇ ਗਿਣਵੇਂ ਮਿਥਵੇਂ ਦਿਨ ਬਾਕੀ ਹਨ ਤੇ ਉਹਨਾਂ ਨਾਲ ਹੀ ਕਾਇਰਾਂ ਤੇ ਚਾਪਲੂਸਾਂ ਦੀਆਂ ਸਫਾਂ ਲਪੇਟੀਆਂ ਜਾਣਗੀਆਂ। ਜਿਹੜੇ ਲੋਕ ਰਿਪੋਰਟਾਂ ਲਿਖਣ ਆਏ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਰਿਪੋਰਟ ਪੂਰੀ ਦੇਣ। ਜਦ ਭਗਵਤੀ ਚਰਨ ਨੇ ਭਾਸ਼ਣ ਖਤਮ ਕੀਤਾ ਤਾਂ ਫਿਰ ਹਾਲ ਗੂੰਜ ਉੱਠਿਆ। ਕਰਤਾਰ ਸਿੰਘ ਸਰਾਭਾ ਜ਼ਿੰਦਾਬਾਦ, ਹਿੰਦੁਸਤਾਨ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ। 36 ਤੋਤਾ ਖਰਾਦ ਤੇ ਢਲਾਈ ਦੇ ਕਾਰਖਾਨੇ ਵਿੱਚ ਕੰਮ ਕਰ ਰਿਹਾ ਸੀ। ਭਗਤ ਸਿੰਘ ਤੇ ਅਹਿਸਾਨ ਨੂੰ ਉਸਨੇ ਹੱਥ ਬੰਬਾਂ ਦੇ ਖੋਲ ਬਣਾ ਕੇ ਵਿਖਾਏ, ਪਰ ਉਹ ਉਹਨਾਂ ਨੂੰ ਪਸੰਦ ਨਾ ਆਏ। ਤੋਤਾ ਚੋਰੀ ਛੱਪੀ ਚੰਗੇ ਖੋਲ ਬਣਾਉਣ ਵਿੱਚ ਰੁੱਝਾ ਰਿਹਾ। ਊਧਮ ਸਿੰਘ ਟੈਕਨੀਕਲ ਸਕੂਲ ਵਿੱਚ ਦਾਖਲ ਹੋ ਗਿਆ। ਤੋਤਾ ਤੇ ਰੇਸ਼ਮਾ ਜਿਸ ਘਰ ਵਿੱਚ ਰਹਿੰਦੇ ਸਨ, ਉਸੇ ਘਰ ਦੇ ਚੁਬਾਰੇ ਵਿੱਚ ਊਧਮ ਸਿੰਘ ਰਹਿੰਦਾ ਸੀ। ਇਹ ਘਰ ਤੇ ਖਾਸ ਕਰਕੇ ਚੁਬਾਰਾ ਨੌਜਵਾਨ ਭਾਰਤ ਸਭਾ ਦੇ ਅੱਡਿਆਂ ਵਿੱਚੋਂ ਇੱਕ ਸੀ। ਇਸ ਚੁਬਾਰੇ ਨੂੰ ਗਲੀ ਵਿੱਚੋਂ ਵੀ ਤੇ ਘਰ ਦੇ ਅੰਦਰੋਂ ਵੀ ਪੌੜੀਆਂ ਚੜ੍ਹਦੀਆਂ ਸਨ। ਵੇਲੇ ਕੁ ਵੇਲੇ ਗਲੀ ਵਾਲੀਆਂ ਪੌੜੀਆਂ ਹੀ ਵਰਤੀਆਂ ਜਾਂਦੀਆਂ ਸਨ। ਰੇਸ਼ਮਾ ਹਰ ਵੇਲੇ ਬਿੜਕ ਰੱਖਦੀ ਕਿ ਕੌਣ ਆਇਆ ਤੇ ਕੌਣ ਗਿਆ। ਹਨੇਰੇ ਹੋਏ ਜਦ ਕਿਸੇ ਨੌਜਵਾਨ ਔਰਤ ਨੂੰ ਊਧਮ ਸਿੰਘ ਦੇ ਚੁਬਾਰੇ ਵੱਲ ਚੜ੍ਹਦਿਆਂ ਵੇਖਦੀ ਤਾਂ ਉਸਨੂੰ ਸ਼ੱਕ ਹੋ ਉੱਠਦਾ। ਉਹ ਕਈ ਵਾਰੀ ਅਜਿਹੇ ਸ਼ੱਕ ਵਿੱਚ ਡੁੱਬੀ, ਪਰ ਫਿਰ ਉਸਦਾ ਸ਼ੱਕ ਛਾਈ-ਮਾਈ ਹੋ ਜਾਂਦਾ। ਇੱਕ ਤਰਕਾਲਾਂ ਨੂੰ ਉਹ ਇਕੱਲੀ ਹੀ ਘਰ ਸੀ। ਇੱਕ ਨੌਜਵਾਨ ਔਰਤ ਊਧਮ ਸਿੰਘ ਦੇ ਚੁਬਾਰੇ ਵਿੱਚ ਗਈ ਤੇ ਕਿੰਨੀ ਦੇਰ ਵਾਪਸ ਨਾ ਮੁੜੀ। ਰੇਸ਼ਮਾ ਅੰਦਰੋਂ ਅੰਦਰ ਕ੍ਰਿੱਝਦੀ ਹੌਲੀ-ਹੌਲੀ ਪੌੜੀਆਂ ਚੜ੍ਹ ਗਈ। ਉਸਨੇ ਚੁਬਾਰੇ ਦਾ ਬੂਹਾ ਭੀੜਿਆ ਵੇਖਿਆ ਤਾਂ ਉਸਦਾ ਸ਼ੱਕ ਹੋਰ ਵੱਧ ਗਿਆ। ਜਦ ਉਸਨੇ ਪੋਲੇ ਪੈਰੀਂ ਦਰਵਾਜ਼ੇ ਨੂੰ ਟੋਇਆ ਤਾਂ ਉਸਨੂੰ ਅੰਦਰੋਂ ਕੁੰਡਾ ਮਾਰਿਆ ਜਾਪਿਆ। ਉਹ ਆਪੇ ਤੋਂ ਬਾਹਰ ਹੋ ਗਈ। ਉਸਦਾ ਮਨ ਕੀਤਾ ਕਿ ਬੂਹਾ ਭੰਨ ਕੇ ਅੰਦਰ ਜਾ ਵੜੇ। ਫਿਰ ਉਹ ਗੁੱਸੇ ਵਿੱਚ ਭਰੀ ਪੀਤੀ ਦੌੜ ਕੇ ਪੌੜੀਆਂ ਉਤਰਨ ਲੱਗੀ। ਖੜਾਕ ਸੁਣ ਕੇ ਊਧਮ ਸਿੰਘ ਨੇ ਬੂਹਾ ਖੋਲ੍ਹਿਆ। ਰੇਸ਼ਮਾ ਨੇ ਪੌੜੀਆਂ ਉਤਰਦਿਆਂ ਮੁੜ ਕੇ ਪਿੱਛੇ ਵੇਖਿਆ। ਊਧਮ ਸਿੰਘ ਦੇ ਕੋਲ ਇੱਕ ਮੁਟਿਆਰ ਦੀ ਥਾਂ ਇੱਕ ਨੌਜਵਾਨ ਨੂੰ ਖਲੋਤਾ ਵੇਖ ਕੇ ਹੈਰਾਨ ਹੋ ਗਈ। ਉਸਨੂੰ ਇਉਂ ਜਾਪਿਆ ਜਿਵੇਂ ਉਹ ਕੋਈ ਸੁਪਨਾ ਵੇਖ ਰਹੀ ਹੋਵੇ। ਉਹ ਜਿੱਥੇ ਸੀ ਉੱਥੇ ਹੀ ਅੜ ਕੇ ਖਲੋ ਗਈ। ਕਿੰਨੀ ਦੇਰ ਖਲੋਤੀ ਰਹੀ। ਊਧਮ ਸਿੰਘ ਹੱਸ ਪਿਆ। ਰੇਸ਼ਮਾ ਸ਼ਰਮਿੰਦੀ ਜਿਹੀ ਹੋ ਕੇ ਬਿਨਾਂ ਕੁਝ ਕਹੇ ਪੌੜੀਆਂ ਉਤਰ ਗਈ। ਕੁਝ ਦੇਰ ਬਾਅਦ ਉਸਨੇ ਊਧਮ ਸਿੰਘ ਨਾਲ ਇੱਕ ਮੁਟਿਆਰ ਨੂੰ ਗਲੀ ਵਿੱਚ ਉਤਰਦਿਆਂ ਵੇਖਿਆ।
ਉਹ ਫਿਰ ਖਿਝ ਉੱਠੀ। ਉਸਨੂੰ ਜਾਪਿਆ ਕਿ ਉਸਦਾ ਸਿਰ ਫਿਰ ਗਿਆ ਹੈ। ਉਹ ਬੇਹਿੱਸ ਜਿਹੀ ਹੋ ਕੇ ਮੰਜੇ ਉੱਤੇ ਢਹਿ ਪਈ ਤੇ ਲੰਮੀ ਪੈ ਗਈ। ਕੁਝ ਦੇਰ ਬਾਅਦ ਭਗਤ ਸਿੰਘ ਨੂੰ ਬਰੂਹਾਂ ਟੱਪਦਿਆਂ ਵੇਖ ਕੇ ਉਹ ਉੱਠ ਬੈਠੀ। ਕਿਉਂ ਭਾਬੀ, ਕਿੱਥੇ ਹੈ ਭਾਊ ਸਾਡਾ? ਰੇਸ਼ਮਾ ਉਸਦਾ ਉੱਤਰ ਨਾ ਦੇ ਕੇ ਡੌਰ ਭੌਰ ਹੋਈ ਉਸ ਵੱਲ ਤੱਕਦੀ ਰਹੀ। ਕਿਉਂ ਰੇਸ਼ਮਾ, ਤਕੜੀ ਤਾਂ ਹੈ? ਚੰਗੀ ਭਲੀ ਆਂ। ਤੂੰ ਇਕੱਲੀ ਬੈਠੀ ਐ ਹਨੇਰੇ, ਲੈਂਪ ਕਿਉਂ ਨਹੀਂ ਉਹ ਜਗਾਇਆ? ਉਹ ਲਾਲਟੈਨ ਜਗਾਉਣ ਲੱਗ ਪਈ। ਕਿਉਂ, ਬਾਵੇ ਨੇ ਕੋਈ ਖਰੂਦ ਤਾਂ ਨਹੀਂ ਕੀਤਾ? ਜੇ ਕੋਈ ਖਾਸ ਗੱਲ ਹੈ ਤਾਂ ਦੱਸ, ਮੈਂ ਉਹਦੇ ਸਾਰੇ ਵਿੰਗ ਟੇਢ ਕੱਢ ਦੂੰ। ਕਹਿੰਦਿਆਂ ਉਹ ਮੰਜੀ ਉੱਤੇ ਬਹਿ ਗਿਆ। ਰੇਸ਼ਮਾ ਨੇ ਸੋਚਿਆ ਕਿ ਉਹ ਸਾਰੀ ਗੱਲ ਉਸਨੂੰ ਦੱਸੇ, ਪਰ ਫਿਰ ਕੁਝ ਸੋਚ ਕੇ ਬੋਲ ਉੱਠੀ। ਆਏ ਗਏ ਦਾ ਤਾਂਤਾ ਲੱਗਿਆ ਰਹਿੰਦਾ, ਮੈਂ ਤਾਂ ਬੌਰੀ ਹੋ ਗਈ ਆਂ, ਸਿਰ ਫਿਰ ਗਿਆ ਜਾਪਦਾ। ਉਹ ਸਿਰ ਫਿਰੇ ਦੁਸ਼ਮਣਾਂ ਦਾ, ਲਿਆ ਠੰਡੇ ਪਾਣੀ ਦਾ ਗਲਾਸ, ਬੜੀ ਤੇਹ ਲੱਗੀ ਐ। ਉਸਨੇ ਪਾਣੀ ਪੀਂਦਿਆਂ ਕਿਹਾ, ਬਾਵੇ ਨੂੰ ਕਹੀਂ ਸਵੇਰੇ ਘਰੇ ਰਹੇ। ਬਹਿ ਜਾ, ਫਿਰ ਝੱਟ ਆਉਂਦੇ ਹੀ ਹੋਣਗੇ। ਨਹੀਂ ਭਾਬੀ, ਜੋਗੀ ਚੱਲਦੇ ਹੀ ਭਲੇ। ਫਿਰ ਦੋਵੇਂ ਇੱਕ ਦੂਜੇ ਵੱਲ ਦੇਖ ਕੇ ਮੁਸਕਰਾ ਪਏ। ਰੇਸ਼ਮਾ ਬਰੂਹਾਂ ਵਿੱਚ ਖਲੋਤੀ ਕਿੰਨੀ ਦੇਰ ਸੋਚੀ ਪਈ ਰਹੀ। 37 ਦਿੱਲੀ ਦੇ ਸਟੇਸ਼ਨ ਤੋਂ ਗੱਡੀ ਨਿਕਲੀ ਹੀ ਸੀ ਕਿ ਟਿਕਟ ਬਾਬੂ ਨੇ ਮੁਸਾਫਰਾਂ ਦੀਆਂ ਟਿਕਟਾਂ ਵੇਖਣੀਆਂ ਸ਼ੁਰੂ ਕਰ ਦਿੱਤੀਆਂ। ਤੀਜੇ ਦਰਜੇ ਦਾ ਡੱਬਾ ਮੁਸਾਫਰਾਂ ਨਾਲ ਖਚਾ-ਖਚ ਭਰਿਆ ਹੋਇਆ ਸੀ। ਲੰਮੇ ਸਫ਼ਰ ਵਾਲੇ ਲੋਕ ਦਰੀਆਂ ਖੇਸ ਵਿਛਾ ਕੇ ਥਾਵਾਂ ਮੱਲ ਕੇ ਬੈਠੇ ਸਨ। ਸਮਾਨ ਰੱਖਣ ਵਾਲੇ ਫੱਟਿਆਂ ਉੱਤੇ ਵੀ ਲੋਕੀ ਦਰੀਆਂ ਖੇਸ ਵਿਛਾ ਕੇ ਥਾਵਾਂ ਮੱਲੀ ਬੈਠੇ ਸਨ। ਬਾਬੂ ਕਦੇ ਹੇਠਲਿਆਂ ਮੁਸਾਫਰਾਂ ਤੇ ਕਦੇ ਉਤਲੇ ਫੱਟਿਆਂ ਉੱਤੇ ਡਟੇ ਮੁਸਾਫਰਾਂ ਦੇ ਟਿਕਟ ਵੇਖਦਾ। ਇੱਕ ਫੱਟੇ ਉੱਤੇ ਉਸਨੇ ਇੱਕ ਸਾਧ ਨੂੰ ਲੰਮਾ ਪਿਆ ਤਾੜ ਕੇ ਟਿਕਟ ਮੰਗੀ। ਉਹ ਅੱਗੋਂ ਬਿਟ-ਬਿਟ ਬਾਬੂ ਵੱਲ ਤੱਕਦਾ ਰਿਹਾ ਤੇ ਮੂੰਹੋਂ ਨਾ ਬੋਲਿਆ। ਬਾਬੂ ਨੇ ਫਿਰ ਇੱਕ ਵਾਰੀ ਟਿਕਟ ਮੰਗੀ। ਉਸਨੇ ਅੱਗੋਂ ਇਸ਼ਾਰਿਆਂ ਨਾਲ ਬਾਬੂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਉਹ ਗੂੰਗਾ ਤੇ ਬੋਲਾ ਹੈ। ਬਾਬੂ ਨੇ ਉਸਨੂੰ ਮਕਾਰ ਸਮਝ ਕੇ ਖਿੱਚ ਕੇ ਹੇਠਾਂ ਉਤਾਰ ਲਿਆ। ਲੋਕਾਂ ਨੇ ਸਾਧੂ ਸਮਝ ਕੇ ਉਸਨੂੰ ਬਹਿਣ ਲਈ ਥਾਂ ਦੇ ਦਿੱਤੀ। ਬਾਬੂ ਨੇ ਕਿਹਾ, ਇਹ ਗੱਡੀ ਮੁਫਤਖੋਰਾਂ ਲਈ ਨਹੀਂ, ਜੇਲ੍ਹ ਦੀ ਹਵਾ ਖਾਏਗਾ ਤੇ ਆਪੇ ਸੂਤ ਹੋ ਜਾਏਗਾ। ਕਿੱਡਾ ਹੱਟਾ ਕੱਟਾ ਹੈ, ਹੱਥ ਪੈਰ ਨਰੋਏ ਸੂ, ਮਖੱਟੂ ਜਾਪਦਾ, ਕੰਮ ਚੋਰ ਹੋਣਾ। ਸੌਣ ਦੇ ਚਮਾਸਿਆਂ ਤੋਂ ਡਰਦੇ ਜੱਟਾਂ ਦੇ ਮੁੰਡੇ ਸਾਧ ਹੋ ਜਾਂਦੇ ਆ। ਉਤਾਰੂ ਇਹਨੂੰ ਅਗਲੇ ਜੰਕਸ਼ਨ ਤੇ, ਕਰੂੰ ਇਹਨੂੰ ਪੁਲਿਸ ਦੇ ਹਵਾਲੇ। ਊਧਮ ਸਿੰਘ ਮੁਸਾਫਰਾਂ ਵਿੱਚ ਫਸ ਕੇ ਔਖਾ ਬੈਠਾ ਸੀ। ਉਹ ਉੱਠ ਕੇ ਮੁਸਾਫਰਾਂ ਦੇ ਪੈਰਾਂ ਵਿੱਚ ਭੁੰਜਾਂ ਹੀ ਚੌਂਕੜਾ ਮਾਰ ਕੇ ਬੈਠ ਗਿਆ। ਇੱਕ ਮੁਸਾਫਰ ਨੇ ਉਸਨੂੰ ਆਪਣੀ ਥਾਂ ਦੇ ਦਿੱਤੀ, ਪਰ ਫਿਰ ਵੀ ਉਹ ਭੁੰਜਾਂ ਹੀ ਬੈਠਾ ਰਿਹਾ। ਉਸਦੀ ਭਗਵੀਂ ਗੋਲ ਤੇ ਢਿੱਲੀ ਜਿਹੀ ਪੱਗ, ਪੈਰਾਂ ਤੱਕ ਭਗਵਾਂ ਲੰਮਾ ਚੋਲਾ, ਪੈਰੀਂ ਲੱਕੜ ਦੀਆਂ ਖੜਾਵਾਂ, ਬਗਲ ਵਿੱਚ ਇੱਕ ਭਗਵਾਂ ਥੈਲਾ ਤੇ ਭਗਵੇਂ ਕੱਪੜੇ ਵਿੱਚ ਲਪੇਟੀ ਇੱਕ ਪੋਥੀ। ਨਿੱਕੀਆਂ-ਨਿੱਕੀਆਂ ਮੁੱਛਾਂ ਤੇ ਜਵਾਨ ਕਾਲੀ ਖੁੱਲ੍ਹੀ ਦਾੜ੍ਹੀ, ਗੋਰਾ ਰੰਗ, ਭਰਵਾਂ ਸਰੀਰ ਤੇ ਮੋਟੀਆਂ-ਮੋਟੀਆਂ ਅੱਖਾਂ ਉਸਦੇ ਸੱਚੀ-ਮੁੱਚੀ ਦੇ ਸਾਧੂ ਹੋਣ ਦਾ ਪ੍ਰਭਾਵ ਦੇ ਰਹੀਆਂ ਸਨ। ਗੱਡੀ ਬੜੀ ਤੇਜ਼ ਜਾ ਰਹੀ ਸੀ। ਨਿੱਕੇ-ਨਿੱਕੇ ਸਟੇਸ਼ਨ ਪਿੱਛੇ ਛੱਡਦੀ ਜਾ ਰਹੀ ਸੀ। ਬੰਬਈ ਮੇਲ ਹੋਣ ਕਰਕੇ ਉਸਨੇ ਕੇਵਲ ਵੱਡੇ-ਵੱਡੇ ਜੰਕਸ਼ਨਾਂ ਉੱਤੇ ਹੀ ਰੁਕਣਾ ਸੀ। ਬਾਬੂ ਸੱਜੇ ਕੰਨ ਉੱਤੇ ਪੈਨਸਲ ਟੰਗ ਕੇ ਬੂਹੇ ਕੋਲ ਖਲੋਤਾ ਬਾਰੀ ਵਿੱਚੋਂ ਬਾਹਰ ਵੇਖ ਰਿਹਾ ਸੀ। ਉਸਦਾ ਧਿਆਨ ਘਰ ਜਾ ਪਹੁੰਚਾ। ਉਸਦੀ ਵਹੁਟੀ ਚੌਂਕੇ ਵਿੱਚ ਬੈਠੀ ਉਸਨੂੰ ਸਮਝਾ ਰਹੀ ਸੀ, ਵੇਖੋ ਨਾ ਗੱਡੀ ਸਰਕਾਰ ਦੀ, ਜੇ ਕੋਈ ਅੰਨਾ, ਲੰਘਾ, ਲੂਲਾ, ਮੰਗਤਾ ਗਰੀਬ ਬੇਟਿਕਟਾ ਗੱਡੀ ਚੜ੍ਹ ਬੈਠੇ ਤੇ ਗੱਡੀ ਦਾ ਭਾਰ ਥੋੜ੍ਹੀ ਵੱਧ ਜਾਂਦਾ। ਐਵੇਂ ਗਰੀਬਾਂ ਦੀਆਂ ਬਦਅਸੀਸਾਂ ਨਾ ਲਿਆ ਕਰੋ। ਪੈਸੇ ਨਾ ਹੋਣ ਤਾਂ ਦੇਣ ਕਿੱਥੋਂ? ਪਿਛਲੇ ਸਾਲ 10 ਗੜਵੀਆਂ ਦੁੱਧ ਦਿੰਦੀ ਗਾਂ ਪਲ ਵਿੱਚ ਤੜਫ ਕੇ ਮਰ ਗਈ। ਗਰੀਬਾਂ ਦੀਆਂ ਆਹਾਂ ਬੁਰੀਆਂ ਹੁੰਦੀਆਂ, ਅਸਮਾਨੇ ਅੱਗ ਲਾ ਦਿੰਦੀਆਂ। ਇੱਕ ਨਿੱਕੇ ਸਟੇਸ਼ਨ ਤੋਂ ਗੱਡੀ ਲੰਘ ਰਹੀ ਸੀ। ਗੱਡੀ ਲਾਈਨਾਂ ਬਦਲ ਰਹੀ ਸੀ। 2-3 ਹੁਜਕੇ ਲੱਗੇ। ਬਾਬੂ ਦਾ ਸੁਪਨਾ ਟੁੱਟ ਗਿਆ। ਉਹ ਹੌਲੀ-ਹੌਲੀ ਊਧਮ ਸਿੰਘ ਪਾਸ ਗਿਆ। ਉਸਨੇ ਉਸਨੂੰ ਬਾਹੋਂ ਫੜ ਕੇ ਉਠਾਇਆ ਤੇ ਉਤਲੇ ਫੱਟੇ ਚੜ੍ਹ ਜਾਣ ਦਾ ਇਸ਼ਾਰਾ ਕੀਤਾ। ਆਪ ਫਿਰ ਬਾਰੀ ਕੋਲ ਜਾ ਖਲੋਤਾ। ਕੁਝ ਦੇਰ ਬਾਅਦ ਇੱਕ ਵੱਡੇ ਸਟੇਸ਼ਨ ਉੱਤੇ ਗੱਡੀ ਰੁਕਣ ਵਾਲੀ ਸੀ। ਬਾਬੂ ਆਪਣੇ ਰੋਹਬ ਨੂੰ ਕਾਇਮ ਰੱਖਣ ਲਈ ਫਿਰ ਊਧਮ ਸਿੰਘ ਕੋਲ ਪਹੁੰਚਾ। ਉਸਨੇ ਆਲੇ-ਦੁਆਲੇ ਬੈਠੇ ਮੁਸਾਫਰਾਂ ਨੂੰ ਕਿਹਾ, ਸੰਤਾਂ ਨੂੰ ਅਗਲੇ ਸਟੇਸ਼ਨ ਉੱਤੇ ਉਤਾਰ ਦਿਆ ਜੇ। ਉਸਨੂੰ ਪਤਾ ਸੀ ਕਿ ਨਾ ਮੁਸਾਫਰਾਂ ਉਸਨੂੰ ਉਤਾਰਨਾ ਹੈ ਤੇ ਨਾ ਉਸਨੇ ਉਤਰਨਾ ਹੈ। ਉਸਨੇ ਗੱਡੀ ਹੌਲੀ ਹੋਣ ਉੱਤੇ ਦੂਜੇ ਡੱਬੇ ਵਿੱਚ ਜਾਂਦਿਆਂ ਸੋਚਿਆ ਕਿ ਉਸਦੇ ਸਿਰੋਂ ਬਲਾ ਟਲੀ। ਊਧਮ ਸਿੰਘ ਉਤਲੇ ਫੱਟੇ ਦੀ ਸਾਰੀ ਸੀਟ ਮੱਲ ਕੇ ਲੰਮਾ ਪੈ ਗਿਆ। 38 ਤੋਤਿਆ, ਤੂੰ ਉਦੋਂ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ ਤੇ ਮੈਨੂੰ ਵੀ। ਅਸੀਂ ਦੋਵੇਂ ਅੱਡੋ-ਅੱਡਰੇ ਮਾਂ-ਪਿਓ ਨੂੰ ਜੰਮੇ ਆ, ਪਰ ਰੂਹ ਸਾਡੀ ਇੱਕੋ ਆ। ਉਹਦਾ ਵਿਛੋੜਾ ਮੈਨੂੰ ਵੱਡ-ਵੱਡ ਖਾਂਦਾ, ਪਰ ਇਲਾਜ ਇਹਦਾ ਕੋਈ ਨਹੀਂ। ਰੇਸ਼ਮਾ ਨੂੰ ਵੀ ਸਬਰ ਤੋਂ ਕੰਮ ਲੈਣਾ ਚਾਹੀਦਾ। ਰੋ-ਰੋ ਫਾਵੀ ਹੁੰਦੀ ਰਹਿੰਦੀ ਹੈ ਸਾਰਾ ਦਿਨ। ਜਾਗੋ, ਇਹ ਗੱਲ ਨਹੀਂ। ਗੱਲ ਅਸਲ ਵਿੱਚ ਇਹ ਹੈ ਬਈ ਉਹ ਹੈਗਾ ਵੀ ਹੈ ਕਿ ਨਹੀਂ। ਕਈ ਬੰਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਆ। ਮਾਰੇ ਗਏ ਬੰਦਿਆਂ ਦਾ ਖੁਰਾ ਖੋਜ ਵੀ ਪੁਲਿਸ ਨਹੀਂ ਰਹਿਣ ਦਿੰਦੀ। ਨਾਲੇ ਤੂੰ ਹੀ ਦੱਸਦਾ ਵੀ ਉਹ ਬੱਬਰਾਂ ਨਾਲ ਤੁਰਿਆ ਫਿਰਦਾ ਰਿਹਾ। ਉਹ ਤੋਤਿਆ, ਕੌਣ ਕਿਸੇ ਨੂੰ ਬੰਨ੍ਹ ਕੇ ਰੱਖ ਸਕਦਾ? ਤੈਨੂੰ ਪਤਾ ਮੈਂ ਬੜਾ ਸੌਖਾ ਸੀਗਾ ਅੰਬਰਸਰ, ਪਰ ਉਦੋਂ ਦਾ ਆਖਾ ਕਿਵੇਂ ਮੋੜਦਾ। ਤੁਹਾਡੇ ਬਿਨਾਂ ਇੱਥੇ ਨਾ ਕਿਸੇ ਨੂੰ ਜਾਣਾ ਨਾ ਬੁੱਝਾਂ, ਸਭ ਕੁਝ ਓਪਰਾ-ਓਪਰਾ ਲੱਗਦਾ। ਉਹ ਤੇ ਅਸੀਂ ਵੀ ਤਾਂ ਉਹਦੇ ਕਰਕੇ ਹੀ ਇੱਥੇ ਆਏ ਸੀਗੇ, ਸਾਡਾ ਇੱਥੇ ਕੌਣ ਸੀ? ਪਰ ਤੋਤਿਆ, ਇੱਕ ਗੱਲ ਮੈਂ ਤੈਨੂੰ ਦੱਸਦਾ, ਮੇਰਾ ਯਕੀਨ ਕਰੀਂ, ਮੇਰਾ ਮਨ ਜ਼ਰਾ ਨਹੀਂ ਧੜਕਿਆ, ਨਾ ਹੀ ਮੇਰੇ ਮਨ ਅੰਦਰ ਕੋਈ ਤੌਖਲਾ ਹੈ।
ਉਹਦਾ ਵਾਲ ਵੀ ਵਿੰਗਾ ਨਹੀਂ ਹੋਇਆ। ਕਿਧਰੇ ਨਿਕਲ ਗਿਆ ਦੂਰ ਦਰਾਡੇ ਜੋਗੀਆਂ ਦੀ ਫੇਰੀ। ਆਪੇ ਆ ਜਾਊ। ਪਰ ਜਾਗੋ ਉਡੀਕ ਦੀ ਵੀ ਕੋਈ ਹੱਦ ਹੁੰਦੀ ਹੈ, ਦੱਸ ਕੇ ਤਾਂ ਜਾਂਦਾ। ਜਾਗੋ ਹੱਸ ਪਿਆ। ਦੱਸ ਕੇ ਜਾਂਦਾ? ਜੇ ਦੱਸ ਕੇ ਜਾਣ ਵਾਲੀ ਗੱਲ ਹੀ ਨਾ ਹੁੰਦੀ ਤਾਂ? ਫਿਰ ਜਾਗੋ ਨੇ ਮੂੰਹ ਪਰਾਂ ਕਰਕੇ ਪੁੱਛਿਆ, ਤੂੰ ਸਾਰੇ ਕੰਮ ਦੱਸ ਕੇ ਕਰਦਾ? ਪਤਾ ਹੈ ਰੇਸ਼ਮਾ ਨੂੰ ਬਈ ਕਿ ਤੂੰ ਪਟਾਕੇ ਤੇ ਖਿਡੌਣੇ ਖਰਾਦਦਾ? ਤੋਤੇ ਨੇ ਇੱਕ ਭਰਵੀਂ ਨਜ਼ਰ ਨਾਲ ਜਾਗੋ ਵੱਲ ਤੱਕਿਆ। ਤੁਹਾਨੂੰ ਪਤਾ ਮੈਂ ਤੁਹਾਡੇ ਕੰਮ ਨਾਲ ਸਹਿਮਤ ਨਹੀਂ। ਥੋੜ੍ਹੇ ਜਿਹੇ ਖਿਡੌਣਿਆਂ ਤੇ ਪਟਾਕਿਆਂ ਨਾਲ ਤੋਪਾਂ ਤੇ ਹਵਾਈ ਜਹਾਜ਼ਾਂ ਦਾ ਮੁਕਾਬਲਾ ਥੋੜ੍ਹਾ ਹੀ ਕੀਤਾ ਜਾ ਸਕਦਾ। ਫਿਰ ਤੂੰ ਉਹ ਕੰਮ ਕਰਦਾ ਹੀ ਕਿਉਂ ਹੈ ਜਿਹਦੇ ਲਈ ਤੇਰਾ ਦਿਲ ਨਹੀਂ ਮੰਨਦਾ? ਤੈਨੂੰ ਪਤਾ ਮੈਂ ਉਹਦਾ ਆਖਾ ਨਹੀਂ ਮੋੜ ਸਕਦਾ। ਤੇ ਤੂੰ ਦੱਸ, ਤੂੰ ਉਹਦੇ ਕਹੇ ਤੇ ਕਿਹੜਾ ਕੰਮ ਨਹੀਂ ਕਰਦਾ? ਉਹ ਰੇਸ਼ਮਾ ਨੂੰ ਚੁਬਾਰੇ ਵੱਲ ਆਉਂਦਾ ਵੇਖ ਕੇ ਚੁੱਪ ਹੋ ਗਏ। ਉਹਦੇ ਪਿੱਛੇ ਪਿੱਛੇ ਬੁਰਕੇ ਵਾਲੀ ਇੱਕ ਔਰਤ ਪੌੜੀਆਂ ਚੜ੍ਹ ਰਹੀ ਸੀ। ਉਸਨੇ ਚੁਬਾਰੇ ਦੇ ਬੂਹੇ ਵਿੱਚ ਪਹੁੰਚਦਿਆਂ ਹੀ ਬੁਰਕਾ ਚੁੱਕ ਕੇ ਬਿਨਾਂ ਬੋਲੇ ਇੱਕ ਕਾਗਜ਼ ਤੋਤੇ ਦੇ ਹੱਥ ਵਿੱਚ ਦੇ ਦਿੱਤਾ। ਰੇਸ਼ਮਾ ਉਸੇ ਮੁਟਿਆਰ ਨੂੰ, ਜੋ ਊਧਮ ਸਿੰਘ ਕੋਲ ਪਹਿਲੋਂ ਵੀ ਆਉਂਦੀ ਸੀ, ਵੇਖ ਕੇ ਹੈਰਾਨ ਹੋ ਗਈ। ਫਿਰ ਉਸ ਦੀਆਂ ਅੱਖਾਂ ਚੁੰਧਿਆ ਗਈਆਂ। ਉਸ ਮੁਟਿਆਰ ਵਿੱਚੋਂ ਉਹ ਉਸੇ ਨੌਜਵਾਨ ਨੂੰ ਵੇਖਣ ਲੱਗ ਪਈ ਜਿਸ ਨੂੰ ਉਸਨੇ ਊਧਮ ਸਿੰਘ ਦੇ ਕੋਲ ਚੁਬਾਰੇ ਵਿੱਚ ਵੇਖਿਆ ਸੀ। ਉਸਨੇ ਸੋਚਿਆ ਕਿ ਉਸ ਦਿਨ ਵਾਂਗੂ ਅੱਜ ਫਿਰ ਉਸ ਦਾ ਸਿਰ ਫਿਰ ਗਿਆ ਹੈ। ਤੋਤੇ ਨੇ ਕਾਗਜ਼ ਖੋਲ੍ਹਿਆ। ਫਿਰ ਉਸਨੇ ਬੁਰਕੇ ਵਾਲੀ ਮੁਟਿਆਰ ਵੱਲ ਅੱਖ ਭਰ ਕੇ ਤੱਕਿਆ ਤੇ ਕਾਗਜ਼ ਉਜਾਗਰ ਦੇ ਹੱਥ ਵਿੱਚ ਦੇ ਦਿੱਤਾ। ਬੁਰਕੇ ਵਾਲੀ ਮੁਟਿਆਰ 19 ਕਦਮੀ ਮੁੜ ਗਈ। ਜਾਗੋ ਪੜ੍ਹਨ ਲੱਗਾ। ਉਹ ਵਾਰਿਸ ਸ਼ਾਹ ਦੀ ਹੀਰ ਦਾ ਇੱਕ ਬੰਦ ਕਾਗਜ਼ ਉੱਤੇ ਲਿਖਿਆ ਪੜ੍ਹ ਕੇ ਕੁਝ ਨਾ ਸਮਝ ਸਕਿਆ। ਉਸਨੇ ਰੇਸ਼ਮਾ ਤੇ ਤੋਤੇ ਵੱਲ ਹੈਰਾਨੀ ਨਾਲ ਤੱਕਿਆ। ਤੋਤੇ ਨੇ ਪੁੱਛਿਆ, ਜਾਗੋ ਕੀ ਲਿਖਿਆ? ਵਾਰਿਸ ਸ਼ਾਹ ਦੀ ਹੀਰ ਦਾ ਇੱਕ ਬੰਦ ਲਿਖਿਆ? ਕੀ ਕਿਹਾ ਹੀ? ਹੀਰ ਦਾ ਕਿੱਸਾ ਲਿਖਿਆ? ਮੈਂ ਆਪ ਹੈਰਾਨ ਹਾਂ, ਇਹ ਕੀ ਗੱਲ ਹੋਈ? ਮਖੌਲ ਕਰ ਗਈ ਹੈ ਬੁਰਕੇ ਵਾਲੀ। ਪੜ੍ਹ ਤਾਂ ਸਹੀ। ਜਾਗੋ ਪੜ੍ਹਨ ਲੱਗਾ। ਮੂੰਹ ਵਿੱਚ ਹੀ ਪੜ੍ਹੀ ਜਾਵੇ। ਤੋਤੇ ਨੇ ਕਿਹਾ, ਕੁਝ ਸਾਡੇ ਵੀ ਪੱਲੇ ਪਾ। ਉਹ ਅਖੀਰਲੇ ਬੰਦਾਂ ਉੱਤੇ ਪਹੁੰਚ ਚੁੱਕਾ ਸੀ। ਉਸਨੇ ਜ਼ਰਾ ਉੱਚੀ ਪੜ੍ਹਿਆ, ਘੁੰਡ ਹੁਸਨ ਦੀ ਆਬ ਛੁਪਾ ਲੈਂਦਾ, ਵੱਡੇ ਘੁੰਡ ਵਾਲੀ ਗੜੇ ਮਾਰੀਏ ਨੀ। ਘੁੰਡ ਆਸ਼ਕਾਂ ਦੀ ਬੇੜੀ ਡੋਬ ਦਿੰਦਾ, ਮੈਂ ਨਾ ਤਾੜ ਨਾ ਪਿੰਜਰੇ ਮਾਰੀਏ ਨੀ। ਤਦੋਂ ਇਹ ਜਹਾਨ ਸਭ ਨਜ਼ਰ ਆਵੇ, ਜਦੋਂ ਘੁੰਡ ਨੂੰ ਚਾਅ ਉਤਾਰੀਏ ਨੀ। ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ, ਘੁੰਡ ਮੂੰਹ ਉੱਤੋਂ ਲਾਹ ਲਾੜੀਏ ਨੀ। ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨੀ। ਅਖੀਰਲਾ ਬੰਦ ਸੁਣਦਿਆਂ ਹੀ ਰੇਸ਼ਮਾ ਨੇ ਕਾਗਜ਼ ਜਾਗੋ ਦੇ ਹੱਥੋਂ ਖੋਹ ਲਿਆ। ਜਾਗੋ ਤੇ ਤੋਤਾ ਉਸਦੀ ਇਸ ਹਰਕਤ ਉੱਤੇ ਹੈਰਾਨ ਹੋਏ। ਜਾਗੋ ਨੇ ਕਿਹਾ, ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹ ਤਾਂ ਲੈਣ ਦੇ। ਉਸਨੇ ਰੇਸ਼ਮਾ ਤੋਂ ਕਾਗਜ਼ ਲੈ ਕੇ ਫਿਰ ਪੜ੍ਹਨਾ ਸ਼ੁਰੂ ਕੀਤਾ। ਝੱਟ ਹੀ ਉਸਨੂੰ ਖਿਆਲ ਆਇਆ ਕਿ ਇਹ ਬੈਂਤ ਤਾਂ ਊਧਮ ਸਿੰਘ ਦੇ ਹੱਥਾਂ ਦੇ ਲਿਖੇ ਹੋਏ ਹਨ। ਉਸਨੇ ਧਿਆਨ ਮਾਰਿਆ ਤਾਂ ਬੈਂਤਾਂ ਦੇ ਹੇਠਾਂ ਨਿੱਕਾ ਜਿਹਾ ਲਿਖਿਆ ਹੋਇਆ ਸੀ, ਕੈਲੀਫੋਰਨੀਆ। ਜਾਗੋ ਨੇ ਹੈਰਾਨੀ ਨਾਲ ਕੈਲੀਫੋਰਨੀਆ ਲਫ਼ਜ਼ ਕਈ ਵਾਰੀ ਪੜ੍ਹਿਆ ਤੇ ਉੱਚੀ ਸਾਰੀ ਕਿਹਾ, ਜਾਪਦਾ ਉਦੋਂ ਨੇ ਇਹ ਬੈਂਤ ਕੈਲੀਫੋਰਨੀਆ ਤੋਂ ਲਿਖੇ ਹੈ। ਕੀ ਮਤਲਬ? ਰੇਸ਼ਮਾ ਨੇ ਪੁੱਛਿਆ। ਇਹੋ ਕਿ ਇਹ ਬੈਂਤ ਉਦੋਂ ਨੇ ਕੈਲੀਫੋਰਨੀਆ ਤੋਂ ਲਿਖੇ ਹੈ। ਜਾਗੋ ਰੇਸ਼ਮਾ ਵੱਲ ਹੈਰਾਨੀ ਨਾਲ ਵੇਖ ਰਿਹਾ ਸੀ। ਫਿਰ ਉਸਨੇ ਬੇਧਿਆਨੇ ਜਿਹੇ ਹੋ ਕੇ ਕਾਗਜ਼ ਉਸਨੂੰ ਫੜਾ ਦਿੱਤਾ। ਰੇਸ਼ਮਾ ਪੌੜੀਆਂ ਉੱਤਰ ਰਹੀ ਸੀ। ਉਸਦੇ ਪੈਰ ਮਣ-ਮਣ ਭਾਰੇ ਹੋ ਰਹੇ ਸਨ। ਉਸਨੂੰ ਆਪਣਾ ਸਰੀਰ ਭਾਰਾ ਲੱਗਾ। ਪੌੜੀਆਂ ਉਤਰਦੀ ਹੀ ਉਹ ਬੇਸੁੱਧ ਜਿਹੀ ਹੋ ਕੇ ਵਾਹਣੇ ਮੰਜੇ ਉੱਤੇ ਲੰਮੀ ਪੈ ਗਈ। ਉਸਦੀ ਬੇਸੁੱਧੀ ਵਿੱਚ ਉਹ ਸਾਰਾ ਦ੍ਰਿਸ਼ ਉਸਦੇ ਸਾਹਮਣੇ ਆ ਖਲੋਤਾ ਜਦ ਉਦੋਂ ਤੇ ਰੇਸ਼ਮਾ ਨੇ ਵਾਰਿਸ ਸ਼ਾਹ ਦੀ ਹੀਰ ਦੇ ਕਿੱਸੇ ਉੱਤੇ ਆਪਣੇ ਦੋਵੇਂ ਹੱਥ ਰੱਖ ਕੇ ਇੱਕ ਦੂਜੇ ਦਾ ਸਾਥ ਨਿਭਾਉਣ ਲਈ ਕਸਮਾਂ ਚੁੱਕੀਆਂ ਸਨ ਤੇ ਕਸਮਾਂ ਖਾਣ ਪਿੱਛੋਂ ਉਸਨੇ ਹੀਰ ਦੇ ਕਿੱਸੇ ਵਿੱਚੋਂ ਆਏ ਰੁੱਕੇ ਵਿੱਚ ਲਿਖੇ ਬੰਦ ਪੜ੍ਹ ਕੇ ਸੁਣਾਏ ਸਨ। ਉਹ ਬੇਸੁੱਧੀ ਜਿਹੀ ਵਿੱਚ ਬੁੜਬੁੜਾ ਰਹੀ ਸੀ, ਘੁੰਡ ਅੰਨ੍ਹਿਆਂ ਕਰੇ ਸੁਜਾਖਿਆਂ ਨੂੰ, ਘੁੰਡ ਮੂੰਹ ਉੱਤੋਂ ਲਾਹ ਲਾੜੀਏ ਨੀ। ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ, ਫੁੱਲ ਅੱਗ ਦੇ ਵਿੱਚ ਨਾ ਸਾੜੀਏ ਨੀ। 39 ਭਗਤ ਸਿੰਘ ਨੇ ਊਧਮ ਸਿੰਘ ਨੂੰ ਛੇਤੀ ਦੇਸ਼ ਮੁੜਨ ਲਈ ਆਖਿਆ। ਊਧਮ ਸਿੰਘ ਨੇ ਕੁਝ ਦੇਰ ਹੋਰ ਅਮਰੀਕਾ ਰਹਿ ਕੇ ਜਿਸ ਮਕਸਦ ਲਈ ਗਿਆ ਸੀ ਉਸਨੂੰ ਸਿਰੇ ਚੜ੍ਹਾ ਕੇ ਵਾਪਸ ਮੁੜਨ ਦੀ ਇੱਛਾ ਪ੍ਰਗਟ ਕੀਤੀ। ਪਰ ਭਗਤ ਸਿੰਘ ਦੀ ਦੂਜੀ ਚਿੱਠੀ ਵਿੱਚ ਝਟਪਟ ਮੁੜਨ ਲਈ ਤਾਕੀਦ ਕੀਤੀ ਪੜ੍ਹ ਕੇ ਉਹ ਅਧੂਰਾ ਕੰਮ ਵਿੱਚੇ ਛੱਡ ਕੇ ਤੁਰ ਪਿਆ। ਉਹ ਕਲਕੱਤੇ ਵਾਪਸ ਪਹੁੰਚਾ ਹੀ ਸੀ ਕਿ ਉਸਨੂੰ ਸੌਂਡਰਸ ਦੇ ਕਤਲ ਦੀ ਖਬਰ ਮਿਲੀ। ਉਸਨੇ ਪੰਜਾਬ ਪਹੁੰਚ ਕੇ ਲਾਹੌਰ ਜਾਣਾ ਖਤਰਨਾਕ ਸਮਝਿਆ। ਉਹ ਮਾਨਾ ਵਾਲੇ ਤੋਂ ਡਾਂਡੇ ਮੀਂਡੇ ਸੁਲਤਾਨਵਿੰਡ ਦੇ ਬਾਹਰੋਂ ਬਾਹਰ ਲੰਘਦਾ ਸੰਤਾਂ ਦੇ ਡੇਰੇ ਪਹੁੰਚ ਗਿਆ। ਨਿਰਵੈਰੀ ਤੋਂ ਸੰਤਾਂ ਦੇ ਵਿਛੋੜਾ ਦੇ ਜਾਣ ਦੀ ਖਬਰ ਸੁਣ ਕੇ ਉਹ ਉਦਾਸ ਹੋ ਗਿਆ। ਬਹੁਤ ਥੱਕਿਆ ਹੋਣ ਕਰਕੇ ਝੱਟ ਹੀ ਉਸਦੀ ਅੱਖ ਲੱਗ ਗਈ। ਜਦ ਉਹ ਸਵੇਰੇ ਉੱਠਿਆ ਤਾਂ ਸੂਰਜ ਚੜ੍ਹ ਚੁੱਕਾ ਸੀ। ਉਸਨੇ ਨਿਰਵੈਰੀ ਨੂੰ ਜਾਗੋ ਦਾ ਪਤਾ ਕਰਨ ਲਈ ਆਖਿਆ। ਨਿਰਵੈਰੀ ਦੁਪਹਿਰਾਂ ਵੇਲੇ ਜਾਗੋ ਨੂੰ ਨਾਲ ਲੈ ਆਇਆ। ਉਹ ਦੋਵੇਂ ਜੱਫੀ ਪਾ ਕੇ ਘੁੱਟ ਕੇ ਮਿਲੇ। ਜਾਗੋ ਨੇ ਉਸਦੇ ਘਰ ਧੀ ਹੋਣ ਦੀ ਖਬਰ ਦਿੱਤੀ। ਉਹ ਮੁਸਕਰਾ ਪਿਆ। ਫਿਰ ਜਾਗੋ ਨੇ ਦੱਸਿਆ, ਤੋਤੇ ਹੋਰਾਂ ਦਾ ਕੋਈ ਪਤਾ ਨਹੀਂ ਹੈ ਕਿ ਉਹ ਕਿੱਧਰ ਛਿੜ ਗਏ ਹੈ। ਲੱਭਿਆ ਨਹੀਂ ਲੱਭਦੇ ਤੇ ਲਾਹੌਰ ਜਾਣਾ ਬੜਾ ਖਤਰਨਾਕ ਹੈ। ਉਹਨਾਂ ਨੂੰ ਮੇਰੇ ਟਿਕਾਣੇ ਦਾ ਪਤਾ ਹੈ। ਉਹਨਾਂ ਨੇ ਕਈ ਦਿਨ ਉਡੀਕ ਕੀਤੀ। ਫਿਰ ਊਧਮ ਸਿੰਘ ਲਾਹੌਰ ਜਾਣ ਦੀ ਜ਼ਿੱਦ ਕਰਨ ਲੱਗਾ। ਜਾਗੋ ਨੇ ਕਿਹਾ, ਜੇ ਤੂੰ ਜਾਣ ਬੁੱਝ ਕੇ ਉਖਲੀ ਵਿੱਚ ਸਿਰ ਦੇਣਾ ਹੈ ਤਾਂ ਤੇਰੀ ਮਰਜ਼ੀ।
ਉਦੋਂ ਉਸ ਵੱਲ ਘੂਰ ਕੇ ਤੱਕਣ ਲੱਗਾ। ਆਹੋ ਠੀਕ ਹੈ, ਜੇ ਤੂੰ ਕੁਟਹਿਰਾ ਹੀ ਖਾਣਾ ਹੈ ਤਾਂ ਮੇਰੇ ਨਾਲ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਚਲਾ ਜਾਂਦਾ। ਜਾਗੋ ਆਪਣੀ ਗੱਲ ਉੱਤੇ ਖਿੜਖਿੜ ਕਰਕੇ ਹੱਸ ਪਿਆ। ਉਦੋਂ ਦਾ ਵੀ ਹਾਸਾ ਨਿਕਲ ਗਿਆ। ਜਾਗੋ ਉਸਦੇ ਸਫ਼ਰ ਦੀਆਂ ਗੱਲਾਂ ਪੁੱਛਦਾ ਰਿਹਾ ਤੇ ਉਹ ਆਪਣੇ ਤਜਰਬੇ ਸੁਣਾਉਂਦਾ ਰਿਹਾ ਕਿ ਕਿਵੇਂ ਉਸਨੇ ਕੇਸ ਲੁਹਾ ਕੇ ਅੰਗਰੇਜ਼ੀ ਟੋਪੀ ਪਾਈ, ਭਾਰ ਬਰਦਾਰੀ ਵਾਲੇ ਜਹਾਜ਼ ਵਿੱਚ ਕੋਇਲੇ ਪਾਉਣ ਦਾ ਕੰਮ ਕੀਤਾ, ਖਲਾਸੀ ਦਾ ਕੰਮ ਕੀਤਾ, ਜਿਹੜੇ ਕੰਮ ਨੂੰ ਮਨ ਨਹੀਂ ਸੀ ਮੰਨਦਾ ਉਹ ਵੀ ਕੀਤਾ, ਕਿਵੇਂ ਸਾਰੇ ਕੈਲੀਫੋਰਨੀਆ ਵਿੱਚ ਘੁੰਮਿਆ, ਕਿਵੇਂ ਗਦਰ ਪਾਰਟੀ ਦੇ ਯੋਧਿਆਂ ਦੀਆਂ ਕੁਰਬਾਨੀਆਂ ਦੀਆਂ ਸਦਾ ਯਾਦ ਰਹਿਣ ਵਾਲੀਆਂ ਤਿਆਰੀਆਂ ਸੁਣੀਆਂ ਤੇ ਕਿਵੇਂ ਉਸਨੇ ਗਦਰ ਦੀ ਗੂੰਜ ਦੀਆਂ ਨਜ਼ਮਾਂ ਤੇ ਬੈਂਤ ਜ਼ਬਾਨੀ ਯਾਦ ਕੀਤੇ ਤੇ ਫਿਰ ਉਸਨੇ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਵਾਲੀ ਕਵਿਤਾ ਸੁਣਾਈ। ਵਿੱਚ ਜਾਗੋ ਉੱਠ ਕੇ ਤਾੜ ਲੈਂਦਾ ਰਿਹਾ ਕਿ ਕਿਧਰੇ ਨਿਰਵੈਰੀ ਤਾਂ ਉਹਨਾਂ ਦੀਆਂ ਗੱਲਾਂ ਨਹੀਂ ਸੁਣ ਰਿਹਾ। ਨਿਰਵੈਰੀ ਕਿਧਰੇ ਬਾਹਰ ਗਿਆ ਹੋਇਆ ਸੀ। ਉਹਨਾਂ ਦੇ ਗੱਲਾਂ ਕਰਦਿਆਂ ਤਰਕਾਲਾਂ ਪੈ ਗਈਆਂ। ਹੁਣ ਊਧਮ ਸਿੰਘ ਦੇ ਕੇਸ ਤੇ ਦਾੜੀ ਉਸੇ ਤਰ੍ਹਾਂ ਸਨ ਜਿਵੇਂ ਉਸਦੇ ਪੰਜਾਬ ਛੱਡਣ ਵੇਲੇ ਸਨ। ਫਰਕ ਕੇਵਲ ਇੰਨਾ ਸੀ ਕਿ ਹੁਣ ਉਸਨੇ ਦਾੜੀ ਬੰਨ੍ਹ ਲਈ ਹੋਈ ਸੀ, ਕਾਲਾ ਧਾਗਾ ਲਪੇਟ ਕੇ। ਹਨੇਰਾ ਹੁੰਦਿਆਂ ਹੀ ਉਹ ਦੋਵੇਂ ਬਾਹਰ ਨਿਕਲ ਤੁਰੇ। ਊਧਮ ਸਿੰਘ ਨੇ ਕਿਹਾ, ਜਾਗੋ 2-2.5 ਸਾਲ ਹੋ ਗਏ ਰਸਗੁੱਲੇ ਖਾਧਿਆਂ। ਲੈ ਬੜੀ ਵੱਡੀ ਮੰਗ ਕੀਤੀ ਸੂ। ਉਹ ਦਰਬਾਰ ਸਾਹਿਬ ਦੇ ਚੌਂਕ ਸਿੰਧੀ ਹਲਵਾਈ ਦੀ ਦੁਕਾਨ ਉੱਤੇ ਜਾ ਚੜ੍ਹੇ। ਉਹਨਾਂ ਰੱਜ ਕੇ ਰਸਗੁੱਲੇ ਖਾਧੇ। ਤੁਰਨ ਲੱਗਿਆਂ ਊਧਮ ਸਿੰਘ ਨੇ ਰਸਗੁੱਲਿਆਂ ਦਾ ਇੱਕ ਕਸੋਰਾ ਭਰਵਾ ਲਿਆ ਤੇ ਕਹਿਣ ਲੱਗਾ, ਰਾਤ ਖਾਵਾਂਗੇ। ਉਹ ਦੋਵੇਂ ਚਾਟੀਵਿੰਡ ਦਰਵਾਜ਼ੇ ਵੱਲ ਜਾ ਰਹੇ ਸਨ। ਦਰਵਾਜ਼ਿਓਂ ਬਾਹਰ ਹੁੰਦਿਆਂ ਹੀ ਊਧਮ ਸਿੰਘ ਨੂੰ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ ਯਾਦ ਆ ਗਈ। ਤਾਰੂ ਸਿੰਘ ਯਾਦ ਆ ਗਿਆ। ਉਸਦਾ ਮਨ ਉਦਾਸ ਹੋ ਗਿਆ। ਕਸੋਰਾ ਉਸਨੇ ਜਾਗੋ ਨੂੰ ਫੜਾ ਦਿੱਤਾ। ਕੁਝ ਦੇਰ ਉਹ ਚੁੱਪ ਚੁਪਾਤੇ ਨਹਿਰ ਵੱਲ ਜਾਂਦੀ ਸੜਕ ਉੱਤੇ ਤੁਰੇ ਗਏ। ਕੋਈ ਤਾਂਗਾ ਉਹਨਾਂ ਕੋਲੋਂ ਆਉਂਦਾ ਜਾਂਦਾ ਲੰਘ ਜਾਂਦਾ ਸੀ। ਜਾਗੋ ਨੇ ਹੌਸਲਾ ਕਰਕੇ ਪੁੱਛਿਆ, ਉਦੋਂ ਤੂੰ ਕੈਲੀਫੋਰਨੀਆ ਤੋਂ ਹੀਰ ਦੇ ਬੈਂਤ ਲਿਖੇ ਸੀਗੇ? ਊਧਮ ਸਿੰਘ ਉਸਦਾ ਸਵਾਲ ਸੁਣ ਕੇ ਹੈਰਾਨ ਹੋ ਗਿਆ। ਤੈਨੂੰ ਕਿਵੇਂ ਪਤਾ? ਮੈਂ ਹੀ ਤਾਂ ਪੜ੍ਹ ਕੇ ਸੁਣਾਏ ਸੀਗੇ। ਫਿਰ ਉਹ ਕੁਝ ਚਿਰ ਚੁੱਪ ਚੁਪਾਤੇ ਤੁਰੇ ਗਏ। ਉਜਾਗਰ ਨੇ ਫਿਰ ਸਵਾਲ ਕਰ ਦਿੱਤਾ, ਤੂੰ ਕਰਨ ਕੀ ਗਿਆ ਸੈਂ? ਊਧਮ ਸਿੰਘ ਅੱਗੋਂ ਚੁੱਪ ਰਿਹਾ। ਉਜਾਗਰ ਨੇ ਫਿਰ ਉਹੀ ਸਵਾਲ ਕੀਤਾ। ਊਧਮ ਸਿੰਘ ਨੇ ਜ਼ਰਾ ਤਿੱਖੇ ਹੋ ਕੇ ਕਿਹਾ, ਲੋਕੀ ਕੀ ਕਰਨ ਜਾਂਦੇ ਐ? ਪੈਸੇ ਕਮਾਉਣ। ਤੇ ਫੇਰ ਤੂੰ ਇੰਨੀ ਛੇਤੀ ਮੁੜ ਕਿਉਂ ਆਇਆ? ਨਾਲੇ ਦੱਸ ਕੇ ਕਿਉਂ ਨਹੀਂ ਸੀ ਗਿਆ? ਸਭ ਨੂੰ ਧੁੱਪੇ ਸੁੱਕਣੇ ਪਾਈ ਰੱਖਿਆ ਤੂੰ ਕੋਈ ਡੈਰੀ ਦੇਣੀ ਹੈ ਖੁਫੀਆ ਪੁਲਿਸ ਨੂੰ? ਉਦੋਂ ਤੈਨੂੰ ਪਤਾ ਜਿਹੜੇ ਖੋਲ ਤੇ ਖਿਡੌਣੇ ਤੂੰ ਤੋਤੇ ਤੋਂ ਬਣਵਾਉਂਦਾ ਰਿਹਾ, ਉਹ ਤੋਤਾ ਮੈਥੋਂ ਵੀ ਬਣਵਾਉਂਦਾ ਰਿਹਾ। ਉਜਾਗਰ ਦੀ ਗੱਲ ਸੁਣ ਕੇ ਊਧਮ ਸਿੰਘ ਦੇ ਕੰਨ ਖੁੱਲ੍ਹ ਗਏ। ਉਹ ਗੰਭੀਰ ਸੋਚੀ ਪੈ ਗਿਆ। ਉਜਾਗਰ ਨਾਲ ਪੱਕੀ ਯਾਰੀ ਹੋਣ ਦੇ ਬਾਵਜੂਦ ਉਹ ਉਸਨੂੰ ਕੋਈ ਗੱਲ ਨਹੀਂ ਸੀ ਦੱਸਣਾ ਚਾਹੁੰਦਾ ਜੋ ਉਜਾਗਰ ਨੂੰ ਦੱਸਣੀ ਜ਼ਰੂਰੀ ਨਾ ਹੋਵੇ। ਉਸਦੀ ਗੈਰ ਹਾਜ਼ਰੀ ਵਿੱਚ ਕੀ ਹੋਇਆ ਸੀ ਉਸਦਾ ਉਸਨੂੰ ਕੋਈ ਗਿਆਨ ਨਹੀਂ ਸੀ। ਉਹ ਇਹ ਗੱਲ ਜਾਣਨ ਲਈ ਉਤਾਵਲਾ ਹੋ ਬੈਠਾ ਕਿ ਭਗਤ ਸਿੰਘ ਤੇ ਉਸਦੇ ਸਾਥੀਆਂ ਬਾਰੇ ਵੀ ਉਜਾਗਰ ਨੂੰ ਕੁਝ ਪਤਾ ਹੈ ਕਿ ਨਹੀਂ, ਪਰ ਉਸਨੇ ਇਸ ਸੰਬੰਧ ਵਿੱਚ ਕੋਈ ਸਵਾਲ ਕਰਨਾ ਚੰਗਾ ਨਾ ਸਮਝਿਆ। ਜਾਗੋ ਨੇ ਗੰਭੀਰ ਆਵਾਜ਼ ਵਿੱਚ ਪੁੱਛਿਆ, ਉਦੋਂ ਸੱਚ-ਸੱਚ ਦੱਸੀ, ਤੂੰ ਕਦੇ ਭਗਤ ਸਿੰਘ ਨੂੰ ਮਿਲਿਆ? ਉਜਾਗਰ ਦਾ ਇਹ ਸਵਾਲ ਸੁਣ ਕੇ ਊਧਮ ਸਿੰਘ ਨੂੰ ਜਾਪਿਆ ਕਿ ਉਜਾਗਰ ਨੂੰ ਭੇਤ ਵਿੱਚ ਲਏ ਬਿਨਾਂ ਕੰਮ ਨਹੀਂ ਬਣਨਾ। ਉਸਨੇ ਉੱਤਰ ਦਿੱਤਾ, ਹਾਂ ਮਿਲਿਆ। ਫੇਰ ਕੀ? ਸੁਣਿਆ ਬੜਾ ਜਾਨਬਾਜ਼ ਹੈ। ਸਾਰੀ ਪੁਲਿਸ ਉਹਦੇ ਪਿੱਛੇ ਹੱਥ ਧੋ ਕੇ ਪੈ ਗਈ ਹੈ, ਕਾਬੂ ਨਹੀਂ ਆਇਆ। ਇੱਕ ਖਾਲੀ ਤਾਂਗਾ ਆਉਂਦਾ ਵੇਖ ਕੇ ਊਧਮ ਸਿੰਘ ਨੇ ਕਿਹਾ, ਜਾਗੋ ਤਾਂਗੇ ਚੜ੍ਹਿਆ ਮੁੱਦਤਾਂ ਹੋ ਗਈਆਂ। ਤੇ ਨਾਲ ਹੀ ਉਸਨੇ ਤਾਂਗਾ ਖੜਾ ਕਰਾ ਲਿਆ। ਉਹ ਦੋਵੇਂ ਤਾਂਗੇ ਦੇ ਪਿੱਛੇ ਬਹਿ ਗਏ। ਤਾਂਗਾ ਉਲਾਰ ਹੋ ਗਿਆ। ਊਧਮ ਸਿੰਘ ਉੱਠ ਕੇ ਅੱਗੇ ਜਾਣ ਲੱਗਾ ਤਾਂ ਤਾਂਗੇ ਵਾਲੇ ਨੇ ਕਿਹਾ, ਸਰਦਾਰ ਜੀ, ਛੋਟੇ ਸਰਦਾਰ ਜੀ ਨੂੰ ਅੱਗੇ ਭੇਜ ਦਿਓ। ਚੰਗਾ ਭਾਈ, ਮੈਂ ਪਿੱਛੇ ਹੀ ਬਹਿਦਾ, ਤੂੰ ਪਾਸਕੂ ਕੱਢ ਲੈ। 40 ਊਧਮ ਸਿੰਘ ਤੇ ਉਜਾਗਰ ਸਿੰਘ ਨੇ ਰਲ ਕੇ ਦੁਕਾਨ ਖੋਲ੍ਹ ਲਈ। ਆੜਤ ਦਾ ਕੰਮ ਕਰਨ ਲੱਗੇ। ਇੱਕ ਵੱਡੇ ਸਾਰੇ ਤਖਤਪੋਸ਼ ਉੱਤੇ ਦਰੀ ਤੇ ਦਰੀ ਉੱਤੇ ਚਿੱਟੀ ਚਾਦਰ ਤੇ ਢੋਲ ਲਾਉਣ ਵਾਲਾ ਚਿੱਟਾ ਗੋਲ ਸਰਾਣਾ। ਉਜਾਗਰ ਸਿੰਘ ਤਖਤਪੋਸ਼ ਉੱਤੇ ਡਟ ਕੇ ਬੈਠਾ ਵਿਖਾਈ ਦਿੰਦਾ। ਦੁਕਾਨ ਦੀ ਇੱਕ ਨੁੱਕਰ ਵਿੱਚ ਕੁਝ ਖਾਲੀ ਬੋਰੀਆਂ ਪਈਆਂ ਰਹਿੰਦੀਆਂ। ਦੂਜੀ ਨੁੱਕਰ ਵਿੱਚ ਲੱਕੜ ਦੀਆਂ 2-3 ਕੁਰਸੀਆਂ ਪਈਆਂ ਹੁੰਦੀਆਂ। ਉਜਾਗਰ ਲੱਠੇ ਜਾਂ ਖੱਦਰ ਦਾ ਖੁੱਲ੍ਹਾ ਕੁੜਤਾ ਤੇ ਖੁੱਲ੍ਹਾ ਪਜਾਮਾ ਪਾਉਂਦਾ। ਊਧਮ ਸਿੰਘ ਨਿੱਕਰ ਤੇ ਕਮੀਜ਼ ਪਾ ਕੇ ਖੁਸ਼ ਹੁੰਦਾ। ਉਜਾਗਰ ਦੁਕਾਨ ਉੱਤੇ ਰਹਿੰਦਾ। ਊਧਮ ਸਿੰਘ ਬਾਹਰ ਦਾ ਕੰਮ ਕਰਦਾ। ਮਹੀਨਾ ਡੇਢ ਮਹੀਨਾ ਲੰਘ ਗਿਆ। ਉਹਨਾਂ ਨੂੰ ਤੋਤੇ ਹੋਰਾਂ ਦਾ ਕੋਈ ਸੁਨੇਹਾ ਪਤਾ ਨਾ ਆਇਆ। ਇੱਕ ਦਿਨ ਉਜਾਗਰ ਨੂੰ ਸ਼ੱਕ ਪਿਆ ਕਿ ਇੱਕ ਬੰਦਾ ਘੜੀ ਮੁੜੀ ਉਹਨਾਂ ਦੀ ਦੁਕਾਨ ਅੱਗੋਂ ਲੰਘਦਾ ਹੈ। ਉਸਦਾ ਲਿਬਾਸ ਧੋਤੀ ਤੇ ਖੁੱਲ੍ਹੇ ਗਲਮੇ ਵਾਲਾ ਕੁੜਤਾ ਵੇਖ ਕੇ ਉਹ ਸਮਝਦਾ ਕਿ ਕੋਈ ਵਿਹਲੜ ਬਾਬੂ ਹੋਣਾ ਹੈ। ਦੂਜੇ ਦਿਨ ਸਵੇਰੇ ਉਸਨੇ ਇੱਕ ਨੌਜਵਾਨ ਨੂੰ ਚਿੱਟੀ ਪਸ਼ੌਰੀ ਸਲਵਾਰ, ਕੁੜਤੇ ਤੇ ਕੁੱਲੇ ਵਾਲੀ ਮੁਸ਼ੱਦੀ ਪੱਗ ਵਿੱਚ 2-3 ਵਾਰੀ ਦੁਕਾਨ ਅੱਗੋਂ ਇੱਧਰ-ਉੱਧਰ ਘੁੰਮਦੇ ਵੇਖਿਆ। ਉਜਾਗਰ ਨੇ ਦੁਕਾਨ ਦੇ ਪਿਛਲੇ ਕਮਰੇ ਵਿੱਚ ਬੈਠੇ ਊਧਮ ਸਿੰਘ ਨੂੰ ਜਾ ਕੇ ਸਾਰੀ ਗੱਲ ਦੱਸੀ। ਊਧਮ ਸਿੰਘ ਅਜੇ ਦੁਕਾਨ ਦੇ ਅਗਲੇ ਹਿੱਸੇ ਵਿੱਚ ਹੀ ਆਇਆ ਸੀ ਕਿ ਉਹ ਨੌਜਵਾਨ ਤੇ ਉਸਦੇ ਨਾਲ ਦੀ ਬੁਰਕੇ ਵਾਲੀ ਇੱਕ ਔਰਤ ਦੁਕਾਨ ਦੀਆਂ ਪੌੜੀਆਂ ਚੜ੍ਹ ਕੇ ਊਧਮ ਸਿੰਘ ਕੋਲ ਜਾ ਖਲੋਤੇ। ਊਧਮ ਸਿੰਘ ਨੇ ਭਗਤ ਸਿੰਘ ਨੂੰ ਅੱਖ ਦੇ ਪਲਕਾਰੇ ਵਿੱਚ ਪਛਾਣ ਲਿਆ। ਉਹ ਪਿਛਲੇ ਕਮਰੇ ਵੱਲ ਤੁਰ ਪਿਆ। ਊਧਮ ਸਿੰਘ ਦੇ ਪਿੱਛੇ ਭਗਤ ਸਿੰਘ ਤੇ ਬੁਰਕੇ ਵਾਲੀ ਪਿਛਲੇ ਕਮਰੇ ਵਿੱਚ ਪਹੁੰਚ ਗਏ। ਬੁਰਕੇ ਵਾਲੀ ਨੇ ਮੂੰਹ ਨੰਗਾ ਕੀਤਾ।
ਊਧਮ ਸਿੰਘ ਭਗਤ ਸਿੰਘ ਦੀ ਜੱਫੀ ਵਿੱਚੋਂ ਨਿਕਲ ਕੇ ਰੇਸ਼ਮਾ ਦੀ ਜੱਫੀ ਵਿੱਚ ਕੁੱਟਿਆ ਗਿਆ। ਉਜਾਗਰ ਦੁਕਾਨ ਨੂੰ ਬਾਹਰੋਂ ਜੰਦਰਾ ਲਾ ਕੇ ਗਲੀ ਵਿੱਚੋਂ ਹੋ ਕੇ ਦੁਕਾਨ ਦੇ ਪਿਛਲੇ ਪਾਸੇ ਜਾ ਪਹੁੰਚਾ। ਭਗਤ ਸਿੰਘ ਨੂੰ ਆਪਣੇ ਸਾਹਮਣੇ ਖਲੋਤਾ ਵੇਖ ਕੇ ਉਜਾਗਰ ਦੀ ਛਾਤੀ ਤਣ ਗਈ। ਮੈਂ ਜਾਗੋ ਨੂੰ ਜਾਣਦਾ, ਇਹ ਭਾਵੇਂ ਮੈਨੂੰ ਨਹੀਂ ਜਾਣਦਾ। ਭਗਤ, ਤੈਨੂੰ ਕੌਣ ਨਹੀਂ ਜਾਣਦਾ? ਪੁਲਿਸ ਕੰਬਦੀ ਫਿਰਦੀ ਐ। ਉਹ ਜਾ ਯਾਰ, ਝੇਡਾ ਨਾ ਕਰ ਐਵੇਂ। ਜਾ ਜਾਗੋ, ਪਹਿਲਾਂ ਭਾਬੀ ਨੂੰ ਟਿਕਾਣੇ ਪਹੁੰਚਾ। ਸ਼ਰੀਫਪੁਰੇ ਤਾਂਗਿਆਂ ਦੇ ਅੱਡੇ ਉੱਤੇ ਛੱਡ ਦਈ, ਅੱਗੋਂ ਆਪੇ ਚਲੀ ਜਾਊ। ਤੂੰ ਅਗਾਹਾਂ ਨਾ ਜਾਈਂ, ਨਾਲੇ ਮੁੜ ਕੇ ਦੁਕਾਨ ਵੱਲ ਨਾ ਆਈ। ਮੈਂ ਸੰਤਾਂ ਦੇ ਡੇਰੇ ਮਿਲੂੰ, ਸ਼ਾਇਦ ਡੇਰ ਹੋ ਜਾਏ। ਰੇਸ਼ਮਾ ਨੇ ਬੁਰਕੇ ਦੀ ਪੋਟਲੀ ਬੱਧੀ, ਛੇਤੀ ਮਿਲਣ ਦੇ ਕੌਲ ਕਰਾਰ ਲਏ। ਉਜਾਗਰ ਦੇ ਪਿੱਛੇ ਪਿੱਛੇ ਉਹ ਬਾਜ਼ਾਰ ਵਿੱਚ ਉਤਰ ਗਈ। ਉਹਨਾਂ ਤਾਂਗਾ ਕੀਤਾ, ਤਾਂਗਾ ਤੁਰ ਪਿਆ। ਭਗਤ ਸਿੰਘ ਤੇ ਊਧਮ ਸਿੰਘ ਕਾਫੀ ਦੇਰ ਗੱਲਾਂ ਬਾਤਾਂ ਕਰਦੇ ਰਹੇ। ਸੂਰਜ ਡੁੱਬ ਰਿਹਾ ਸੀ, ਠੰਡ ਵਧਣ ਲੱਗ ਪਈ ਸੀ। ਊਧਮ ਸਿੰਘ ਨੇ ਉਜਾਗਰ ਦਾ ਬਾਈਸਿਕਲ ਫੜਿਆ, ਆਪਣਾ ਭਗਤ ਸਿੰਘ ਦੇ ਹਵਾਲੇ ਕੀਤਾ। ਭਗਤ ਸਿੰਘ ਨੇ ਕੱਪੜੇ ਬਦਲ ਕੇ ਊਧਮ ਸਿੰਘ ਦੀ ਨਿੱਕਰ ਤੇ ਕਮੀਜ਼ ਪਾ ਲਈ। ਉਹ ਨਿੱਕਰਾਂ ਕਮੀਜ਼ਾਂ ਵਿੱਚ ਸਾਈਕਲ ਦੌੜਾਉਂਦੇ ਮਾਨਾਂ ਵਾਲੇ ਜਾ ਪਹੁੰਚੇ। ਹਨੇਰਾ ਹੋ ਗਿਆ ਸੀ। ਊਧਮ ਸਿੰਘ ਨੇ ਰੇਲ ਦੀ ਪਟੜੀ ਦੇ ਨਾਲ-ਨਾਲ ਜਾਣਾ ਸ਼ੁਰੂ ਕੀਤਾ। ਇੱਕ ਥਾਂ ਉਹ ਅਚਾਨਕ ਅਟਕ ਗਿਆ। ਉਸਨੇ ਇੱਕ ਗੋਲ ਪੱਥਰ ਚੁੱਕ ਕੇ ਨੰਗੇ ਹੱਥਾਂ ਨਾਲ ਜ਼ਮੀਨ ਪੁੱਟਣੀ ਸ਼ੁਰੂ ਕਰ ਦਿੱਤੀ। ਧਰਤੀ ਵਿੱਚੋਂ ਦੱਬਿਆ ਇੱਕ ਟੀਨ ਕੱਢ ਕੇ ਭਗਤ ਸਿੰਘ ਦੇ ਹੱਥ ਫੜਾਉਂਦਿਆਂ ਕਿਹਾ, ਇਹ ਲੈ ਪੰਜੀਰੀ ਵਾਲਾ ਡੱਬਾ। ਭਗਤ ਸਿੰਘ ਨੋਟਾਂ ਦੀਆਂ ਥਈਆਂ ਇੱਕ ਪਾਸੇ ਹਟਾ ਕੇ ਉਹਨਾਂ ਦੇ ਹੇਠ ਕਈ ਰਿਵਾਲਵਰ ਦੇਖ ਕੇ ਪ੍ਰਸੰਨ ਹੋ ਗਿਆ। ਉਸਨੇ ਖੁਸ਼ ਹੋ ਕੇ ਕਿਹਾ, ਸਾਦਾ, ਤੇਰੀ ਸਾਧਨਾ ਪੂਰੀ ਹੋਈ। ਫਿਰ ਉਹ ਰੇਲ ਦੀ ਪਟੜੀ ਸ਼ਹਿਰ ਨੂੰ ਮੁੜ ਪਏ। ਸ਼ਰੀਫਪੁਰੇ ਪਹੁੰਚ ਕੇ ਉਹ ਅੱਡ-ਅੱਡ ਹੋ ਗਏ। 41 ਹੋਲੀ ਦਾ ਤਿਉਹਾਰ ਨੇੜੇ ਢੁੱਕ ਰਿਹਾ ਸੀ। ਲੋਕ ਰੰਗ ਤੇ ਪਿਚਕਾਰੀਆਂ ਇਕੱਠੀਆਂ ਕਰਨ ਲੱਗ ਪਏ। ਇੱਕ ਪਾਸੇ ਲੋਕੀ ਹੋਲੀ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ ਤੇ ਦੂਜੇ ਪਾਸੇ ਹਿੰਦੂ ਮੁਸਲਿਮ ਫਸਾਦ ਦੀਆਂ ਅਫਵਾਹਾਂ ਫੈਲਣ ਲੱਗ ਪਈਆਂ। ਪਹਿਲੀ ਹੋਲੀ ਵਾਲੇ ਦਿਨ ਹੀ ਹਿੰਦੂ ਮੁਸਲਿਮ ਫਸਾਦ ਮਸਾਂ-ਮਸਾਂ ਹੁੰਦਾ ਬਚਿਆ। ਦੂਜੇ ਦਿਨ ਦੁਪਹਿਰੇ ਊਧਮ ਸਿੰਘ ਨੇ ਬਾਜ਼ਾਰ ਵਿੱਚ ਖਲੋ ਕੇ ਹੋਲੀ ਮਨਾਉਣ ਵਾਲਿਆਂ ਨੂੰ ਸਮਝਾਇਆ ਕਿ ਜੋ ਲੋਕ ਰੰਗ ਨਹੀਂ ਪਵਾਉਣਾ ਚਾਹੁੰਦੇ ਉਹਨਾਂ ਉੱਤੇ ਰੰਗ ਨਾ ਪਾਇਆ ਜਾਏ ਤੇ ਖਾਸ ਕਰਕੇ ਮੁਸਲਮਾਨਾਂ ਉੱਤੇ ਤਾਂ ਉੱਕਾ ਹੀ ਨਾ ਪਾਇਆ ਜਾਏ। ਫਸਾਦ ਕਰਾਉਣ ਦੇ ਹਾਮੀ ਪੁਲਸੀਆਂ ਨੂੰ ਊਧਮ ਸਿੰਘ ਦੀ ਗੱਲ ਚੰਗੀ ਨਾ ਲੱਗੀ। ਦੂਜੇ ਦਿਨ ਇੱਕ ਥਾਣੇਦਾਰ ਅਮਨ ਰੱਖਣ ਦੇ ਬਹਾਨੇ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਬਾਜ਼ਾਰ ਵਿੱਚ ਆ ਖਲੋਤਾ। ਊਧਮ ਸਿੰਘ ਨੇ ਹੋਲੀ ਮਨਾਉਣ ਵਾਲਿਆਂ ਨੂੰ ਫਿਰ ਪਹਿਲੇ ਦਿਨ ਵਾਲੀ ਨਸੀਹਤ ਕੀਤੀ। ਲੋਕੀ ਉਸ ਦੀ ਗੱਲ ਮੰਨਦੇ ਵੇਖ ਕੇ ਥਾਣੇਦਾਰ ਖੁਣਸ ਖਾ ਗਿਆ ਤੇ ਕਹਿਣ ਲੱਗਾ, ਅਮਨ ਰੱਖਣਾ ਰਖਾਉਣਾ ਸਰਕਾਰ ਦਾ ਕੰਮ ਹੈ ਤੇ ਫਿਰ ਫਸਾਦ ਕਰਨਾ ਕਰਾਉਣਾ ਕਿਸ ਦਾ ਕੰਮ ਹੈ? ਊਧਮ ਸਿੰਘ ਦਾ ਤਾਨਾ ਸੁਣ ਕੇ ਥਾਣੇਦਾਰ ਅੱਗੇ ਵਧਿਆ, ਤੂੰ ਹੀ ਹੈ ਫਸਾਦ ਕਰਾਉਣ ਵਾਲਾ, ਤੈਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਨਾਲ ਹੀ 8-10 ਪੁਲਸੀਏ ਉਸ ਦੇ ਦੁਆਲੇ ਹੋ ਗਏ। ਉਹਨਾਂ ਉਸ ਨੂੰ ਘੇਰ ਕੇ ਹੱਥਕੜੀ ਲਾ ਲਈ। ਫਿਰ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਗਈ। ਪਿਛਲੇ ਕਮਰੇ ਦੇ ਮੇਜ਼ ਦੇ ਦਰਾਜ਼ ਵਿੱਚੋਂ ਇੱਕ ਰਿਵਾਲਵਰ ਤੇ ਕੁਝ ਰੌਂਦ ਨਿਕਲ ਆਏ। ਫਿਰ ਕੀ ਸੀ? ਥਾਣੇਦਾਰ ਦੀ ਚੜ੍ਹ ਮੱਚ ਗਈ। ਅੰਮ੍ਰਿਤਸਰ ਏਡੀਐਮ ਦੀ ਕਚਹਿਰੀ ਵਿੱਚ ਮੁਕੱਦਮਾ ਚੱਲਿਆ। 10-15 ਮਿੰਟਾਂ ਦੀ ਕਾਰਵਾਈ ਪਿੱਛੋਂ ਕਾਨੂੰਨ ਦੇ ਉਲਟ ਰਿਵਾਲਵਰ ਤੇ ਅਸਲਾ ਰੱਖਣ ਦੇ ਜੁਰਮ ਵਿੱਚ ਇੰਡੀਅਨ ਆਰਮਜ਼ ਐਕਟ ਦੀ ਧਾਰਾ ਅਨੁਸਾਰ ਊਧਮ ਸਿੰਘ ਨੂੰ 4 ਸਾਲ ਕੈਦ ਬਾਮੁਸ਼ੱਕਤ ਬੋਲੀ ਗਈ। ਇਸ ਮੁਕੱਦਮੇ ਵਿੱਚ ਊਧਮ ਸਿੰਘ ਨੂੰ ਸ਼ੇਰ ਸਿੰਘ ਦੇ ਨਾਂ ਉੱਤੇ ਸਜ਼ਾ ਹੋਈ। ਉਸ ਨੂੰ ਕੁਝ ਦਿਨ ਅੰਮ੍ਰਿਤਸਰ ਜੇਲ੍ਹ ਵਿੱਚ ਰੱਖਿਆ ਗਿਆ। ਫਿਰ ਲਾਹੌਰ ਜੇਲ੍ਹ ਵਿੱਚ ਬਦਲ ਦਿੱਤਾ ਗਿਆ। ਉੱਥੇ ਉਸ ਨੂੰ ਇਖਲਾਕੀ ਕੈਦੀਆਂ ਤੋਂ ਪਤਾ ਲੱਗਾ ਕਿ ਉੱਥੇ ਗਦਰ ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਭਕਨਾ ਤੇ ਕੁਝ ਬੱਬਰ ਬਹਾਦਰ ਵੀ ਬੰਦ ਸਨ। ਉਸ ਦੀ ਬੜੀ ਇੱਛਾ ਹੋਈ ਉਹਨਾਂ ਨੂੰ ਮਿਲਣ ਦੀ, ਪਰ ਥੋੜ੍ਹੇ ਦਿਨਾਂ ਮਗਰੋਂ ਹੀ ਉਸ ਨੂੰ ਲਾਹੌਰ ਜੇਲ੍ਹ ਤੋਂ ਮੀਆਂ ਵਾਲੀ ਜੇਲ੍ਹ ਵਿੱਚ ਬਦਲ ਦਿੱਤਾ ਗਿਆ। ਉਹ ਉੱਥੇ ਪਹੁੰਚਾ ਹੀ ਸੀ ਕਿ ਉਸ ਦਾ ਮਿਲਾਪ ਬਹਾਦਰ ਸਿੰਘ ਨਾਲ ਹੋ ਗਿਆ। ਉਹ ਦੋਵੇਂ ਆਪਸ ਵਿੱਚ ਮਿਲ ਕੇ ਬੜੇ ਪ੍ਰਸੰਨ ਹੋਏ। ਬਹਾਦਰ ਸਿੰਘ ਪਾਸੋਂ ਸੁੱਚਾ ਸਿੰਘ ਦੀ ਸ਼ਹਾਦਤ ਦੀ ਵਿਥਿਆ ਸੁਣ ਕੇ ਊਧਮ ਸਿੰਘ ਦਾ ਖੂਨ ਉੱਬਲ ਉੱਠਿਆ। ਬਹਾਦਰ ਸਿੰਘ ਇਖਲਾਕੀ ਕੈਦੀਆਂ ਵਿੱਚ ਸੀ। ਊਧਮ ਸਿੰਘ ਨੂੰ ਵੀ ਇਖਲਾਕੀ ਕੈਦੀਆਂ ਵਿੱਚ ਰੱਖਿਆ ਗਿਆ। ਬਹਾਦਰ ਸਿੰਘ ਮੁੰਜ ਕੁੱਟਣ ਉੱਤੇ ਲੱਗਾ ਹੋਇਆ ਸੀ। ਊਧਮ ਸਿੰਘ ਨੂੰ ਵੀ ਮੁੰਜ ਕੁੱਟਣ ਉੱਤੇ ਲਾ ਦਿੱਤਾ ਗਿਆ। 42 ਊਧਮ ਸਿੰਘ ਦੀ ਗ੍ਰਿਫਤਾਰੀ ਵੇਲੇ ਉਜਾਗਰ ਦੁਕਾਨ ਉੱਤੇ ਨਹੀਂ ਸੀ। ਜਦ ਉਸ ਨੂੰ ਉਸ ਦੀ ਗ੍ਰਿਫਤਾਰੀ ਦਾ ਪਤਾ ਲੱਗਾ ਤਾਂ ਉਸਨੇ ਦੁਕਾਨ ਵੱਲ ਨਾ ਜਾਣ ਦਾ ਫੈਸਲਾ ਕਰ ਲਿਆ। ਉਂਝ ਦੁਕਾਨ ਵਿੱਚ ਹੈ ਵੀ ਕੀ ਸੀ? ਜਦ ਊਧਮ ਸਿੰਘ ਨੂੰ 4 ਸਾਲ ਦੀ ਕੈਦ ਸੁਣਾ ਦਿੱਤੀ ਗਈ ਤਾਂ ਉਜਾਗਰ ਨੂੰ ਇਉਂ ਜਾਪਿਆ ਉਹ ਇਸ ਏਡੀ ਵੱਡੀ ਦੁਨੀਆ ਵਿੱਚ ਇੱਕ ਬੇਆਸਰਾ ਰਹਿ ਗਿਆ ਹੈ। ਉਸ ਨੂੰ ਕੋਈ ਪਤਾ ਨਾ ਲੱਗਾ ਕਿ ਉਹ ਕਿਹੜੀ ਜੇਲ੍ਹ ਵਿੱਚ ਰੱਖਿਆ ਜਾਏਗਾ। ਉਹ ਬੜਾ ਬੇਹੌਸਲਾ ਜਿਹਾ ਹੋ ਗਿਆ। ਇੱਕ ਸਵੇਰ ਨੂੰ ਉਹ ਜੀ ਭਿਆਣਾ ਤੁਰਦਾ ਹਾਲ ਬਾਜ਼ਾਰ ਜਾ ਨਿਕਲਿਆ। ਰੇਲ ਦੀ ਪਟੜੀ ਉੱਤੋਂ ਲੰਘਣ ਵਾਲੇ ਪੌੜੀਆਂ ਵਾਲੇ ਪੁਲ ਉੱਤੇ ਜਾ ਚੜ੍ਹਿਆ। ਕਿੰਨੀ ਦੇਰ ਆਉਂਦੀਆਂ ਜਾਂਦੀਆਂ ਗੱਡੀਆਂ ਤੇ ਛੈਂਟੀ ਕਰਦੇ ਇੰਜਣਾਂ ਵੱਲ ਤੱਕਦਾ ਰਿਹਾ। ਉਸਨੇ ਸੋਚਿਆ ਕਿ ਹੋਲਾ ਮਹੱਲਾ ਨੇੜੇ ਹੈ। ਗੱਡੀ ਚੜ੍ਹੇ ਤੇ ਆਨੰਦਪੁਰ ਨੂੰ ਤੁਰ ਪਵੇ। ਫਿਰ ਉਸਨੇ ਸੋਚਿਆ ਕਿ ਉੱਥੋਂ ਫਿਰ ਕਿੱਧਰ ਜਾਏਗਾ। ਉਹ ਨਿਰਾਸ਼ ਜਿਹਾ ਹੋ ਕੇ ਪੁਲ ਦੀਆਂ ਪੌੜੀਆਂ ਉੱਤਰ ਕੇ ਸਟੇਸ਼ਨ ਵੱਲ ਤੁਰ ਪਿਆ। ਅੱਗੋਂ ਉਸਨੇ 10-12 ਟੌਮੀ ਚਿੱਟਿਆਂ ਕੱਪੜਿਆਂ ਵਿੱਚ ਸੀਟੀਆਂ ਵਜਾਉਂਦੇ ਆਉਂਦੇ ਵੇਖੇ। ਉਹ ਇੱਕ ਪਾਸੇ ਹੋ ਕੇ ਖਲੋ ਗਿਆ। ਗੋਰਿਆਂ ਵਿੱਚੋਂ ਇੱਕ ਟੌਮੀ ਨੇ ਉਜਾਗਰ ਨੂੰ ਅੱਖ ਮਾਰੀ। ਉਜਾਗਰ ਨੇ ਵੀ ਅੱਗੋਂ ਅੱਖ ਮਾਰ ਕੇ ਜਵਾਬ ਦਿੱਤਾ। ਟੌਮੀ ਹੱਸ ਪਿਆ, ਉਜਾਗਰ ਵੀ ਹੱਸ ਪਿਆ। ਗੋਰੇ ਸੀਟੀਆਂ ਮਾਰਦੇ ਲੰਘ ਗਏ। ਉਸ ਦਾ ਮਨ ਕੁਝ ਹੌਲਾ ਹੋਣ ਲੱਗਾ। ਉਸ ਨੂੰ ਭੁੱਖ ਜਾਗ ਆਈ।
ਪਹਿਲੋਂ ਉਸਨੇ ਗੋਲ ਗੱਪਿਆਂ ਵਾਲੇ ਦੀ ਟੋਕਰੀ ਵੱਲ ਨਜ਼ਰ ਸੁੱਟੀ, ਫਿਰ ਕੁਝ ਅੱਗੇ ਜਾ ਕੇ ਛੋਲੇ ਕੁਲਚੇ ਨਜ਼ਰੀਂ ਪੈ ਗਏ। ਉਹ ਬਿਨਾਂ ਰੁਕੇ ਇੱਕ ਤੰਦੂਰ ਅੱਗੇ ਜਾ ਖਲੋਤਾ। ਮਹੀਨਾ ਮਾਰਚ ਦਾ ਸੀ, ਪਰ ਫਿਰ ਵੀ ਤੰਦੂਰ ਦੇ ਆਲੇ ਦੁਆਲੇ ਢੇਰ ਸਾਰੀਆਂ ਮੱਖੀਆਂ ਭਿਣ-ਭਿਣ ਕਰ ਰਹੀਆਂ ਸਨ। ਉਸਨੂੰ ਆਪਣੇ ਬਚਪਨ ਦੇ ਬੇਲੀ ਸਰੂਪ ਦੀ ਗੱਲ ਯਾਦ ਆ ਗਈ। ਮੈਂ ਤਾਂ ਬਾਜ਼ਾਰ ਦੀ ਕੋਈ ਪੱਕੀ ਚੀਜ਼ ਨਹੀਂ ਖਾਂਦਾ ਜਦ ਦਾ ਹੈਜ਼ੇ ਤੋਂ ਬਚਿਆ ਹਾਂ। ਸਰੂਪ ਦਾ ਚੇਤਾ ਆਉਂਦਿਆਂ ਹੀ ਉਸਨੂੰ ਇਉਂ ਜਾਪਿਆ ਜਿਵੇਂ ਉਸਨੂੰ ਕੋਈ ਸਹਾਰਾ ਮਿਲ ਗਿਆ ਹੋਵੇ। ਸਰੂਪ ਇੱਕ ਡਾਕਟਰ ਪਾਸ ਕੰਪਾਊਂਡਰ ਦਾ ਕੰਮ ਕਰਦਾ ਸੀ। ਉਸਨੇ ਇੱਕ ਦੁਕਾਨ ਤੋਂ ਨਿਓਜੇ ਖਰੀਦੇ। ਨਿਓਜੇ ਲੈ ਕੇ ਉਹ ਰਾਮਬਾਗ ਦਰਵਾਜ਼ੇ ਵੱਲ ਤੁਰ ਪਿਆ। ਉਸਨੇ ਸੋਚਿਆ ਸਰੂਪ ਨੂੰ ਮਿਲਿਆ ਮੁੱਦਤਾਂ ਲੰਘ ਗਈਆਂ ਹਨ। ਪਤਾ ਨਹੀਂ ਅੱਗੋਂ ਕਿਹੋ ਜਿਹਾ ਸਲੂਕ ਕਰਦਾ ਹੈ। ਉਹ ਉੱਥੇ ਪਹੁੰਚ ਕੇ ਮਰੀਜ਼ਾਂ ਦੇ ਨਾਲ ਹੀ ਇੱਕ ਬੈਂਚ ਉੱਤੇ ਬੈਠ ਗਿਆ। ਡਾਕਟਰ ਕਿਸੇ ਹਾਦਸੇ ਵਿੱਚ ਜ਼ਖਮੀ ਹੋਏ ਕਿਸੇ ਬੰਦੇ ਨੂੰ ਮਲਮ ਪੱਟੀ ਕਰਨ ਲਈ ਰਾਮਬਾਗ ਦਰਵਾਜ਼ੇ ਦੇ ਥਾਣੇ ਗਿਆ ਸੀ। ਮਰੀਜ਼ ਉਡੀਕ ਰਹੇ ਸਨ। ਜਿਨ੍ਹਾਂ ਮਰੀਜ਼ਾਂ ਦਾ ਮਾੜਾ ਮੋਟਾ ਕੰਮ ਸੀ ਉਹਨਾਂ ਨੂੰ ਸਰੂਪ ਵੇਖ ਰਿਹਾ ਸੀ। ਸਰੂਪ 2-3 ਵਾਰੀ ਬਾਹਰ ਆਇਆ ਤੇ ਅੰਦਰ ਗਿਆ, ਪਰ ਉਸਨੇ ਉਜਾਗਰ ਵੱਲ ਕੋਈ ਧਿਆਨ ਨਾ ਦਿੱਤਾ। ਉਜਾਗਰ ਦੀ ਅਖੀਰਲੀ ਵਾਰੀ ਸੀ। ਜਦ ਉਸਦੀ ਵਾਰੀ ਆਈ ਤਾਂ ਇੱਕ ਹੋਰ ਮਰੀਜ਼ ਨੂੰ ਦਵਾਈ ਫੜਾਉਂਦਿਆਂ ਉਜਾਗਰ ਵੱਲ ਬਿਨਾਂ ਵੇਖੇ ਸਰੂਪ ਨੇ ਪੁੱਛਿਆ, ਕੀ ਬਿਮਾਰੀ ਹੈ ਸਰਦਾਰ ਜੀ? ਪੇਟ ਵਿੱਚ ਬੜਾ ਦਰਦ ਹੁੰਦਾ ਹੈ। ਉਜਾਗਰ ਬੋਲਿਆ ਹੀ ਸੀ ਕਿ ਸਰੂਪ ਨੇ ਉਸਨੂੰ ਪਛਾਣ ਲਿਆ। ਸਰਦਾਰ ਉਜਾਗਰ ਸਿੰਘ ਜੀ, ਭੁੱਖ ਕਰਕੇ ਕੁੜੱਲ ਪੈਂਦੇ ਹੋਣੇ ਆ। ਦੱਸੋ ਕੀ ਸੇਵਾ ਕਰੀਏ? ਗੁਲਾਮ ਹਾਜ਼ਰ ਹੈ। ਸਰੂਪ ਦੀ ਗੱਲ ਸੁਣ ਕੇ ਇੱਕ ਤੁਰਿਆ ਜਾਂਦਾ ਮਰੀਜ਼ ਮੁੜ ਕੇ ਉਸਦੇ ਮੂੰਹ ਵੱਲ ਵੇਖਣ ਲੱਗਾ। ਇਹ ਮੇਰਾ ਲੰਗੋਟੀਆ ਯਾਰ ਹੈ, ਬਿਮਾਰ ਬਮੂਰ ਕੋਈ ਨਹੀਂ, ਸ਼ੁਗਲੀ ਬੰਦਾ ਹੈ, ਮੁੱਦਤਾਂ ਪਿੱਛੋਂ ਆ ਵੜਿਆ ਦਰਸ਼ਨ ਦੇਣ। ਫਿਰ ਸਰੂਪ ਉਸਨੂੰ ਬਾਹੋਂ ਫੜ ਕੇ ਡਿਸਪੈਂਸਰੀ ਦੇ ਅੰਦਰ ਲੈ ਗਿਆ। ਉਜਾਗਰ ਨੇ ਉਸਦੇ ਨੱਕ ਅੱਗੇ ਡੱਬਾ ਦਿੰਦਿਆਂ ਕਿਹਾ, ਸਰੂਪੇ ਤੇਰਾ ਨੱਕ ਤਾਂ ਮਰ ਗਿਆ ਹੋਣਾ ਹੈ। ਯਾਰ ਜਾਗੋ, ਪੇਟ ਜੂ ਭਰਨਾ ਹੋਇਆ, ਨਾਲ ਟੱਬਰ ਵੀ ਪਾਲਣਾ ਹੋਇਆ। ਤੂੰ ਤਾਂ ਮਿਲਣਾ ਹੀ ਛੱਡਤਾ। ਤੇਰੀ ਭਰਜਾਈ ਮੈਨੂੰ ਹਮੇਸ਼ਾ ਤਾਨੇ ਮਾਰਦੀ ਹੈ, ਕਹਿੰਦੀ ਹੈ ਨਾ ਤੇਰੀ ਮਾਂ, ਨਾ ਤੇਰਾ ਪਿਓ, ਨਾ ਤੇਰੀ ਭੈਣ, ਨਾ ਤੇਰਾ ਭਰਾ, ਨਾ ਕੋਈ ਯਾਰ ਤੇ ਨਾ ਕੋਈ ਦੋਸਤ। ਸਰੂਪ, ਬਾਕੀ ਗੱਲਾਂ ਤਾਂ ਸਾਡੇ ਵੱਸ ਦੀਆਂ ਨਹੀਂ, ਪਰ ਇੱਕ ਗੱਲ ਉਹ ਸੱਚੀ ਕਹਿੰਦੀ ਹੋ, ਨਾ ਤੇਰਾ ਕੋਈ ਯਾਰ ਤੇ ਨਾ ਤੇਰਾ ਕੋਈ ਦੋਸਤ। ਤੈਨੂੰ ਪਤਾ ਤੂੰ ਮੁੱਢੋਂ ਹੀ ਸ਼ੂਮ ਰਿਹਾ ਹੈ। ਉਹ ਨਹੀਂ ਜਾਗੋ, ਹੁਣ ਇਹ ਗੱਲ ਨਹੀਂ। ਅੱਜ ਮੈਂ ਤੈਨੂੰ ਜ਼ਰੂਰ ਘਰ ਲੈ ਕੇ ਜਾਣਾ। ਨਾਲੇ ਵੇਖੇਂਗਾ ਆਪਣਾ ਭਤੀਜਾ, ਅਜੇ ਸਾਲ ਦਾ ਵੀ ਨਹੀਂ ਹੋਇਆ, ਪਰ ਤੂਫਾਨ ਹੈ ਤੂਫਾਨ। ਆਪਾਂ ਤਾਂ ਪਹਿਲੋਂ ਹੀ ਤੈਨੂੰ ਸਹੀ ਗੱਲ ਦੱਸ ਦਿੱਤੀ, ਕੜੱਲ ਪੈ ਰਹੇ ਆ ਕੜੱਲ ਭੁੱਖ ਨਾਲ। ਫਿਰ ਉਸਨੇ ਬਚ ਰਹੇ ਕੁਝ ਨਿਓਜੇ ਜੇਬ ਵਿੱਚੋਂ ਕੱਢ ਕੇ ਸਰੂਪ ਵੱਲ ਹੱਥ ਵਧਾਉਂਦਿਆਂ ਕਿਹਾ, ਆ ਲੈ ਨਿਓਜੇ, ਕਰ ਲੈ ਤੂੰ ਵੀ ਦਿਮਾਗ ਤਿੱਖਾ, ਖੁਸ਼ਕੀ ਹਟ ਜਾਊ ਤੇਰੀ। ਉਹ ਜਾਗੋ, ਤੇਰਾ ਕੀ ਬਣਿਆ ਹੋਊ ਨੇਜਿਆਂ ਨਾਲ? ਊਠ ਦੇ ਮੂੰਹ ਵਿੱਚ ਲਾਚੀਆਂ ਵਾਲੀ ਗੱਲ ਹੋਈ ਹੋਊ। ਇੰਨੇ ਨੂੰ ਡਾਕਟਰ ਆ ਗਿਆ। ਸਰੂਪ ਘਰ ਜਾਣ ਲਈ ਤਿਆਰ ਹੋਣ ਲੱਗਾ। ਉਜਾਗਰ ਓਨੀ ਦੇਰ ਬੈਂਚ ਉੱਤੇ ਬੈਠਾ ਉਸਦੀ ਉਡੀਕ ਕਰਦਾ ਰਿਹਾ। 43 ਸਰੂਪ ਹੋਰਾਂ ਪਾਸ ਇੱਕ ਕਮਰਾ ਤੇ ਇੱਕ ਰਸੋਈ ਸੀ। ਕਮਰੇ ਵਿੱਚ ਸਰੂਪ ਦੀ ਵਹੁਟੀ ਤੇ ਬੱਚਾ ਸੌਂ ਗਏ। ਸਰੂਪ ਨੇ 2 ਮੰਜੀਆਂ ਬਰਾਂਡੇ ਵਿੱਚ ਡਾਹੀਆਂ, ਰਜ਼ਾਈਆਂ ਉੱਤੇ ਲੈ ਕੇ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲੱਗੇ। ਕਿੰਨੀ ਦੇਰ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ। ਫਿਰ ਉਹ ਆਪਣੇ ਪੁਰਾਣੇ ਦੋਸਤਾਂ ਦੀਆਂ ਗੱਲਾਂ ਕਰਨ ਲੱਗੇ। ਉਹਨਾਂ ਨੂੰ ਤਾਰੂ ਸਿੰਘ ਦੀ ਸ਼ਹੀਦੀ ਦੀ ਯਾਦ ਆ ਗਈ। ਉਜਾਗਰ ਨੇ ਜਦ ਸਰੂਪ ਨੂੰ ਦੱਸਿਆ ਕਿ ਨਿਰਵੈਰੀ ਡੇਰੇ ਬਹਿ ਗਿਆ ਹੈ ਤਾਂ ਉਸਨੂੰ ਕੋਈ ਹੈਰਾਨੀ ਨਾ ਹੋਈ। ਸਰੂਪ ਨੇ ਉਜਾਗਰ ਨੂੰ ਦੱਸਿਆ ਕਿ ਗੁਰਮੀਤ ਟਾਟਾ ਨਗਰ ਦੇ ਕਾਰਖਾਨੇ ਵਿੱਚ ਕਲਰਕ ਲੱਗਾ ਹੋਇਆ ਹੈ। ਜਦ ਊਧਮ ਸਿੰਘ ਦੀ ਗੱਲ ਚੱਲੀ ਤਾਂ ਉਜਾਗਰ ਚੁੱਪ ਹੋ ਗਿਆ। ਉਸਨੇ ਸੋਚਿਆ ਕਿ ਸਰੂਪ ਨੂੰ ਉਸਦੀ ਗ੍ਰਿਫਤਾਰੀ ਤੇ ਸਜ਼ਾ ਦਾ ਪਤਾ ਲੱਗ ਚੁੱਕਾ ਹੋਵੇਗਾ। ਜਦ ਉਸਨੂੰ ਭਰੋਸਾ ਹੋ ਗਿਆ ਕਿ ਸਰੂਪ ਨੂੰ ਅਖਬਾਰ ਪੜ੍ਹਨ ਦੀ ਉੱਕੀ ਵੇਲ ਨਹੀਂ ਤੇ ਨਾ ਹੀ ਊਧਮ ਸਿੰਘ ਬਾਰੇ ਉਸਨੂੰ ਕੁਝ ਪਤਾ ਹੈ, ਤਾਂ ਉਜਾਗਰ ਨੇ ਉਸ ਪਾਸੋਂ ਰਿਵਾਲਵਰ ਫੜੇ ਜਾਣ ਤੇ 4 ਸਾਲ ਸਜ਼ਾ ਹੋਣ ਦੀ ਗੱਲ ਸੁਣਾ ਦਿੱਤੀ, ਪਰ ਹੋਰ ਕੋਈ ਗੱਲ ਨਾ ਦੱਸੀ। ਜਾਗੋ, ਰਿਵਾਲਵਰ ਉਹਨੇ ਕੀ ਕਰਨਾ ਸੀ? ਉਜਾਗਰ ਅੱਗੋਂ ਚੁੱਪ ਰਿਹਾ। ਇੱਕ ਵਾਰੀ ਮੈਂ ਹਵਾਈ ਸੁਣੀ ਸੀ ਕਿ ਉਦੋਂ ਬੱਬਰਾਂ ਨਾਲ ਰਲ ਗਿਆ ਸੀ। ਉਜਾਗਰ ਹੂੰ ਕਰਕੇ ਫਿਰ ਚੁੱਪ ਹੋ ਗਿਆ। ਤੈਨੂੰ ਯਾਦ ਹੈ, ਸਾਧੂ ਸਿੰਘ ਦੇ ਗੁਜ਼ਰਨ ਉੱਤੇ ਉਹ ਗੁੰਮਸੁੰਮ ਹੋ ਗਿਆ ਸੀ। ਇੱਕੋ ਇੱਕ ਭਰਾ ਦੇ ਗੁਜ਼ਰ ਜਾਣ ਉੱਤੇ ਉਸਦਾ ਰੋਣ ਵੀ ਨਹੀਂ ਸੀ ਨਿਕਲਿਆ। ਯਾਦ ਹੈ ਯਾਰ, ਉਹ ਭਰਾ ਹੁੰਦੇ ਹੋਏ ਇੱਕ ਦੂਜੇ ਦੇ ਮਾਂ-ਪਿਓ ਬਣ ਕੇ ਰਹਿੰਦੇ ਸੀਗੇ। ਬਿਲਕੁਲ ਠੀਕ ਆਖੀ ਉਹ। ਫਿਰ ਕੁਝ ਚਿਰ ਚੁੱਪ ਰਹਿਣ ਪਿੱਛੋਂ ਸਰੂਪ ਨੇ ਕਿਹਾ, ਜੇ ਉਦੋਂ ਨੂੰ ਰੁਪਏ ਪੈਸੇ ਦੀ ਮਾੜੀ ਮੋਟੀ ਲੋੜ ਹੁੰਦੀ ਤਾਂ ਕੁਝ ਸੇਵਾ ਕਰ ਦਿੰਦੇ, ਪਰ ਜੇਲ੍ਹ ਵਿੱਚ ਬੈਠੇ ਦੀ ਅਸੀਂ ਕੀ ਮਦਦ ਕਰ ਸਕਦੇ ਹਾਂ? ਕਿਹੜੀ ਜੇਲ੍ਹ ਵਿੱਚ ਬੰਦ ਹੈ? ਪਤਾ ਨਹੀਂ ਲੱਗਾ ਅਜੇ ਤੱਕ। ਮੁਲਾਕਾਤ ਦਾ ਬੰਦੋਬਸਤ ਹੋ ਸਕਦਾ? ਮੈਂ ਤਾਂ ਮੁਲਾਕਾਤ ਬਾਰੇ ਕਦੇ ਸੋਚਿਆ ਵੀ ਨਹੀਂ। ਇੰਨਾ ਯਰਕ ਗਿਆ? ਯਰਕ ਗਿਆ ਹੀ ਸਮਝ। ਉਜਾਗਰ ਨੇ ਸਰੂਪ ਦੀ ਗੱਲ ਦਾ ਰੁਖ ਮੋੜਨ ਲਈ ਪੁੱਛਿਆ, ਮੀਤੂ ਦਾ ਪਤਾ ਹੈਗਾ ਤੇਰੇ ਕੋਲ? ਹੈਗਾ, ਮਹੀਨੇ 2 ਹੀ ਮਹੀਨੇ ਚਿੱਠੀ ਪਾ ਛੱਡਦਾ। ਜੇ ਤੂੰ ਸਲਾਹ ਦੇਂ ਤਾਂ ਮੈਂ ਉਹਦੇ ਕੋਲ ਹੀ ਚਲਾ ਜਾਵਾਂ। ਸੁਣਿਆ ਉੱਥੇ ਖਰਾਦ ਤੇ ਢਲਾਈ ਦਾ ਬੜਾ ਕੰਮ ਹੈ, ਪੈਸੇ ਵੀ ਚੋਖੇ ਮਿਲਦੇ ਆ। ਤੈਨੂੰ ਕੰਮ ਮਿਲਣ ਵਿੱਚ ਜ਼ਰਾ ਦੇਰ ਨਹੀਂ ਲੱਗਣੀ। ਹਜ਼ਾਰਾਂ ਲੋਕ ਕੰਮ ਕਰਦੇ ਆ ਉੱਥੇ। ਤੂੰ ਆਪਣਾ ਮਨ ਬਣਾ ਲੈ। ਮੈਂ ਤਾਂ ਪਤਾ ਹੀ ਲਿਖ ਕੇ ਦੇਣਾ ਹੈ ਨਾ। ਤੜਕੇ ਹੀ ਉਜਾਗਰ ਨੇ ਗੁਰਮੀਤ ਦਾ ਪਤਾ ਲਿਆ। ਸਰੂਪ ਦੀ ਵਹੁਟੀ ਦੇ ਜਾਗਣ ਤੋਂ ਪਹਿਲਾਂ ਹੀ ਉੱਥੋਂ ਨਿਕਲ ਤੁਰਿਆ। ਸ਼ਰੀਫਪੁਰੇ ਪਹੁੰਚ ਕੇ ਉਸਨੇ ਤੋਤੇ ਨਾਲ ਸਾਰੀ ਗੱਲ ਕੀਤੀ। ਝੱਟ ਹੀ ਉਹ ਬੱਸ ਦੇ ਅੱਡੇ ਉੱਤੇ ਜਾ ਖਲੋਤੇ। ਉਜਾਗਰ
ਤੋਤੇ ਤੇ ਰੇਸ਼ਮਾ ਨੇ ਜਲੰਧਰੋਂ ਗੱਡੀ ਫੜਨ ਦਾ ਮਨ ਬਣਾਇਆ। 44 ਭਗਤ ਸਿੰਘ ਤੇ ਉਸਦੇ ਸਾਥੀ ਬਟਕੇਸ਼ਵਰ ਦੱਤ ਦੇ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਖਬਰ ਸਾਰੇ ਦੇਸ਼ ਵਿੱਚ ਇਸ ਤਰ੍ਹਾਂ ਫੈਲ ਗਈ ਜਿਸ ਤਰ੍ਹਾਂ ਜੰਗਲ ਨੂੰ ਲੱਗੀ ਅੱਗ ਫੈਲ ਜਾਂਦੀ ਹੈ। ਇਸ ਖਬਰ ਨੂੰ ਸਰਕਾਰ ਜੇਲ੍ਹਾਂ ਵਿੱਚ ਜਾਣ ਤੋਂ ਵੀ ਨਾ ਰੋਕ ਸਕੀ। ਊਧਮ ਸਿੰਘ ਤੇ ਬਹਾਦਰ ਸਿੰਘ ਨੂੰ ਵੀ ਇਹ ਖਬਰ ਪਹੁੰਚ ਗਈ। ਕੀ ਸਿਆਸੀ ਤੇ ਕੀ ਇਖਲਾਕੀ ਸਭ ਕੈਦੀ ਉਹਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਕਹਿਣ ਲੱਗੇ। ਫਿਰ ਉਹਨਾਂ ਦੇ ਹੋਰ ਸਾਥੀਆਂ ਦੇ ਫੜੇ ਜਾਣ ਦੀਆਂ ਖਬਰਾਂ ਪਹੁੰਚਣ ਲੱਗੀਆਂ। ਫਿਰ ਉਹਨਾਂ ਨੂੰ ਪਤਾ ਲੱਗਾ ਕਿ ਭਗਤ ਸਿੰਘ, ਉਸਦੇ ਸਾਥੀਆਂ, ਗਦਰ ਪਾਰਟੀ ਦੇ ਆਗੂਆਂ ਤੇ ਬੱਬਰ ਬਹਾਦਰਾਂ ਨੇ ਲਾਹੌਰ ਜੇਲ੍ਹ ਦੇ ਅਨਿਆਂ ਦੇ ਉਲਟ ਭੁੱਖ ਹੜਤਾਲ ਕੀਤੀ ਹੋਈ ਹੈ। ਊਧਮ ਸਿੰਘ ਤੇ ਬਹਾਦਰ ਸਿੰਘ ਨੇ ਉਹਨਾਂ ਨਾਲ ਹਮਦਰਦੀ ਜਤਾਉਣ ਲਈ ਕੁਝ ਦਿਨ ਹੀ ਰੋਟੀ ਖਾਣੀ ਛੱਡੀ ਸੀ ਕਿ ਲਾਹੌਰ ਜੇਲ੍ਹ ਵਿੱਚ ਭੁੱਖ ਹੜਤਾਲ ਛੱਡ ਦੇਣ ਦੀਆਂ ਖਬਰਾਂ ਛਪ ਗਈਆਂ। ਉਹਨਾਂ ਵੀ ਭੁੱਖ ਹੜਤਾਲ ਛੱਡ ਦਿੱਤੀ, ਪਰ ਬਹਾਦਰ ਸਿੰਘ ਬਿਮਾਰ ਹੋ ਕੇ ਹਸਪਤਾਲ ਜਾ ਪਿਆ। ਫਿਰ ਇੱਕ ਦਿਨ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸ਼ਹੀਦੀ ਦੀ ਖਬਰ ਫੈਲ ਗਈ। ਸਾਰੀ ਜੇਲ੍ਹ ਵਿੱਚ ਅਫਸੋਸ ਛਾ ਗਿਆ। ਊਧਮ ਸਿੰਘ ਨੇ ਹਸਪਤਾਲ ਵਿੱਚ ਜਾ ਕੇ ਉਹਨਾਂ ਦੀ ਸ਼ਹੀਦੀ ਦੀ ਖਬਰ ਬਹਾਦਰ ਸਿੰਘ ਨੂੰ ਦਿੱਤੀ। ਬਹਾਦਰ ਸਿੰਘ ਭੁੱਖ ਹੜਤਾਲ ਦੇ ਕਾਰਨ ਬਹੁਤ ਕਮਜ਼ੋਰ ਹੋ ਗਿਆ ਸੀ। ਉਹ ਕਈ ਵਾਰੀ ਹਸਪਤਾਲ ਗਿਆ ਸੀ ਤੇ ਕਈ ਵਾਰੀ ਉਸਨੂੰ ਫਿਰ ਮੁਸ਼ੱਕਤ ਉੱਤੇ ਲਾ ਦਿੱਤਾ ਜਾਂਦਾ ਸੀ। ਇਸ ਵਾਰੀ ਉਹ ਉੱਠਣ ਜੋਗਾ ਵੀ ਨਹੀਂ ਸੀ ਰਿਹਾ। ਉਹ ਦਿਨੋਂ ਦਿਨ ਘਟਦਾ ਜਾ ਰਿਹਾ ਸੀ। ਇੱਕ ਰਾਤ ਉਸਦੀ ਹਾਲਤ ਵਿਗੜ ਗਈ। ਊਧਮ ਸਿੰਘ ਉਸ ਪਾਸ ਪਹੁੰਚਾ। ਉਸਦੇ ਪਹੁੰਚਣ ਤੋਂ ਕੁਝ ਮਿੰਟਾਂ ਬਾਅਦ ਹੀ ਬਿਨਾਂ ਕੋਈ ਗੱਲ ਕੀਤੇ ਬਹਾਦਰ ਸਿੰਘ ਸਦਾ ਦੀ ਨੀਂਦੇ ਸੌਂ ਗਿਆ। 3-4 ਦਿਨ ਨਾ ਊਧਮ ਸਿੰਘ ਸੁੱਤਾ ਤੇ ਨਾ ਹੀ ਉਸਨੇ ਕੁਝ ਖਾਧਾ ਪੀਤਾ। ਇੱਕ ਸ਼ਾਮ ਨੂੰ ਉਸਨੂੰ ਕੈਆਂ ਆਉਣ ਲੱਗ ਪਈਆਂ। ਅੱਧੀ ਰਾਤੀ ਉਸਨੂੰ ਹਸਪਤਾਲ ਦਾਖਲ ਕੀਤਾ ਗਿਆ। ਉਸਨੇ ਅੱਗਾ ਪਿੱਛਾ ਤਾੜਿਆ। ਇੱਕ ਇਖਲਾਕੀ ਕੈਦੀ ਦੀ ਮਦਦ ਨਾਲ ਕੰਧ ਟੱਪ ਕੇ ਉਸਦੇ ਘਰ ਜਾ ਪਹੁੰਚਾ। ਉਸਦੇ ਘਰ ਸੁਨੇਹੇ ਪਤੇ ਦਿੱਤੇ ਤੇ ਦੱਸਿਆ ਕਿ ਉਹਨਾਂ ਦਾ ਬੰਦਾ ਮਹੀਨੇ ਤੱਕ ਰਿਹਾ ਹੋ ਜਾਣ ਵਾਲਾ ਹੈ। ਕੈਦੀਆਂ ਵਾਲੇ ਕੱਪੜੇ ਉਸਨੇ ਉੱਥੇ ਸਾੜੇ। ਉੱਥੋਂ ਕੱਪੜੇ ਬਦਲ ਕੇ ਰਾਤ ਹੀ ਗੱਡੀ ਚੜ੍ਹਨ ਤੋਂ ਪਹਿਲਾਂ ਉਸਨੇ ਛਾਛੀਆਂ ਵਰਗੇ ਛੱਤੇ ਬਣਵਾਏ, ਲੱਭਾਂ ਕਟਾਈਆਂ ਤੇ ਦਾੜੀ ਤਰਾਸ਼ੀ। 45 ਊਧਮ ਸਿੰਘ ਦੀ ਤੀਬਰ ਇੱਛਾ ਸੀ ਕਿ ਉਹ ਤੋਤੇ ਤੇ ਰੇਸ਼ਮਾ ਹੋਰਾਂ ਦਾ ਪਤਾ ਕਰਨ ਲਈ ਉਜਾਗਰ ਨੂੰ ਲੱਭ ਕੇ ਮਿਲੇ, ਪਰ ਕਿਸੇ ਖਤਰੇ ਵਿੱਚ ਪੈਣ ਤੋਂ ਬਚਣ ਲਈ ਉਸਨੇ ਉਹਨਾਂ ਨੂੰ ਇੱਕਦਮ ਲੱਭਣ ਦਾ ਖਿਆਲ ਛੱਡ ਕੇ ਮੁਲਤਾਨ ਦਾ ਰਾਹ ਫੜ ਲਿਆ। ਉੱਥੋਂ ਉਹ ਲਗਾਤਾਰ ਸਫ਼ਰ ਕਰਦਾ ਸਿੰਧ ਪਹੁੰਚ ਗਿਆ। ਉਹ ਸ਼ਕਲ ਤੇ ਪਹਿਰਾਵੇ ਤੋਂ ਨਿਰਾ ਮੁਸਲਮਾਨ ਲੱਗ ਰਿਹਾ ਸੀ। ਉਹ ਜਦ ਵੀ ਕਿਸੇ ਨਾਲ ਗੱਲ ਕਰਦਾ ਤਾਂ ਉਰਦੂ ਬੋਲਦਾ। ਇਸ ਤਰ੍ਹਾਂ ਉਹ ਮਾੜਾ ਮੋਟਾ ਕੰਮ ਕਰਦਾ, ਫਿਰਦਾ ਫਿਰਾਂਦਾ, ਸਟੇਸ਼ਨਾਂ ਉੱਤੇ ਰਾਤਾਂ ਕੱਟਦਾ, ਢਾਬਿਆਂ ਤੋਂ ਖਾਂਦਾ ਪੀਂਦਾ। 3-4 ਮਹੀਨਿਆਂ ਪਿੱਛੋਂ ਬੰਬਈ ਪਹੁੰਚ ਗਿਆ। ਬੰਬਈ ਪਹੁੰਚ ਕੇ ਉਸਨੇ ਮਜ਼ਦੂਰਾਂ ਦੀ ਬਸਤੀ ਵਿੱਚ ਇੱਕ ਕਮਰਾ ਸਸਤੇ ਕਿਰਾਏ ਉੱਤੇ ਲੈ ਲਿਆ। ਕਦੇ ਇੱਕ ਕਾਰਖਾਨੇ ਵਿੱਚ ਤੇ ਕਦੇ ਦੂਜੇ ਵਿੱਚ। ਜਿੱਥੇ ਕੋਈ ਕੰਮ ਮਿਲਦਾ ਕਰ ਲੈਂਦਾ। ਇੱਕ ਥਾਂ ਉਹ ਟਿਕ ਕੇ ਕੰਮ ਨਾ ਕਰਦਾ। ਕੰਮ ਕਰਨ ਨੂੰ ਉਸਦਾ ਮਨ ਵੀ ਨਾ ਕਰਦਾ। ਹਰ ਵੇਲੇ ਉਸਦਾ ਧਿਆਨ ਪੰਜਾਬ ਵੱਲ ਰਹਿੰਦਾ। ਰੇਸ਼ਮਾ ਦੇ ਮਿਲਾਪ ਤੇ ਆਪਣੀ ਬੱਚੀ ਦੇ ਮਿਲਾਪ ਲਈ ਤੜਪ ਉੱਠਦਾ। ਉਹ ਕਿਸੇ ਅੱਗੇ ਆਪਣਾ ਭੇਤ ਨਹੀਂ ਸੀ ਖੋਲ੍ਹ ਸਕਦਾ। ਸਭ ਲੋਕ ਉਸਨੂੰ ਓਪਰੇ ਤੇ ਬੇਗਾਨੇ ਲੱਗਦੇ। ਇੱਕ ਵਾਰੀ ਉਸਨੇ ਅੰਮ੍ਰਿਤਸਰ ਜਾ ਕੇ ਨਿਰਵੈਰੀ ਨੂੰ ਮਿਲਣ ਦਾ ਮਨ ਬਣਾਇਆ। ਫਿਰ ਖਿਆਲ ਕੀਤਾ ਕਿ ਸ਼ਾਇਦ ਉਹ ਅਸ਼ਰਫ ਹੋਰਾਂ ਨੂੰ ਵੀ ਲੱਭ ਕੇ ਮਿਲ ਸਕੇ। ਫਿਰ ਉਸਨੂੰ ਖਿਆਲ ਆਇਆ ਕਿ ਨਿਰਵੈਰੀ ਤੇ ਅਸ਼ਰਫ ਜੇ ਉਸਨੂੰ ਮਿਲ ਵੀ ਪੈਣ ਤਾਂ ਪਤਾ ਨਹੀਂ ਉਹ ਉਸ ਨਾਲ ਕਿਹੋ ਜਿਹਾ ਸਲੂਕ ਕਰਨਗੇ। ਉਸਨੂੰ ਖਿਆਲ ਆਇਆ ਕਿ ਹੋ ਸਕਦਾ ਹੈ ਉਹ ਦੋਵੇਂ ਆਪਣੇ ਧਰਮਾਂ, ਮਜ਼ਹਬਾਂ ਵਿੱਚ ਜਨੂੰਨੀ ਦੀ ਹੱਦ ਤੱਕ ਪਹੁੰਚ ਗਏ ਹੋਣ। ਉਹ ਮਨ ਨਾਲ ਕੋਈ ਫੈਸਲਾ ਨਾ ਕਰ ਸਕਿਆ। ਉਹਨਾਂ ਦਿਨਾਂ ਵਿੱਚ ਮਜ਼ਦੂਰਾਂ ਦੀਆਂ ਹੜਤਾਲਾਂ ਹੋ ਰਹੀਆਂ ਸਨ। ਉਹ ਮਜ਼ਦੂਰਾਂ ਦੇ ਜਲਸਿਆਂ ਵਿੱਚ ਸ਼ਾਮਲ ਹੁੰਦਾ, ਉਹਨਾਂ ਨਾਲ ਗੱਲਾਂ ਕਰਦਾ। ਉਸਦਾ ਜੀਅ ਕਰਦਾ ਕਿ ਮਜ਼ਦੂਰਾਂ ਦੇ ਹੱਕ ਵਿੱਚ ਖੁੱਲ੍ਹ ਕੇ ਸਟੇਜ ਉੱਤੇ ਬੋਲੇ, ਪਰ ਫਿਰ ਮਜਬੂਰ ਹੋ ਕੇ ਪਿੱਛੇ ਖਲੋਤਾ ਜਲਸਿਆਂ ਦੀ ਕਾਰਵਾਈ ਸੁਣਦਾ ਰਹਿੰਦਾ। ਇਨਕਲਾਬ ਜ਼ਿੰਦਾਬਾਦ ਲੋਕਾਂ ਦਾ ਇੱਕ ਆਮ ਨਾਅਰਾ ਬਣ ਗਿਆ ਸੀ। ਇੱਕ ਦਿਨ ਨੌਜਵਾਨ ਮਜ਼ਦੂਰ ਨੇ ਸਾਮਰਾਜ ਮੁਰਦਾਬਾਦ ਦਾ ਨਾਅਰਾ ਲਾਇਆ। ਊਧਮ ਸਿੰਘ ਜਲਸਾ ਖਤਮ ਹੋਣ ਪਿੱਛੋਂ ਉਸ ਮਜ਼ਦੂਰ ਆਗੂ ਪਾਸ ਜਾ ਖਲੋਤਾ। ਉਹ ਬਾਕੀ ਮਜ਼ਦੂਰਾਂ ਨਾਲ ਹੱਥ ਮਿਲਾ ਰਿਹਾ ਸੀ। ਊਧਮ ਸਿੰਘ ਨੇ ਵੀ ਉਸਦੇ ਹੱਥ ਵਿੱਚ ਹੱਥ ਪਾ ਦਿੱਤਾ ਤੇ ਇੰਨੇ ਜ਼ੋਰ ਨਾਲ ਘੁੱਟਿਆ ਕਿ ਉਸਨੇ ਊਧਮ ਸਿੰਘ ਵੱਲ ਇੱਕ ਭਰਵੀਂ ਨਜ਼ਰ ਨਾਲ ਤੱਕਿਆ। ਇਹਨਾਂ ਦਿਨਾਂ ਵਿੱਚ ਊਧਮ ਸਿੰਘ ਦੇ ਪਹਿਰਾਵੇ ਤੇ ਸ਼ਕਲ ਨੁਹਾਰ ਤੋਂ ਕੋਈ ਝਟਪਟ ਅੰਦਾਜ਼ਾ ਨਹੀਂ ਸੀ ਲਾ ਸਕਦਾ ਕਿ ਉਹ ਹਿੰਦੂ ਹੈ ਜਾਂ ਮੁਸਲਮਾਨ। ਉਹ ਪਤਲੂਨ ਤੇ ਬੁਸ਼ਰਟ ਪਾਉਂਦਾ ਤੇ ਸਿਰੋਂ ਨੰਗਾ ਰਹਿੰਦਾ, ਨਾ ਲੱਭਾਂ ਨਾ ਦਾੜੀ। ਉਹ ਬੰਬਈ ਦੀਆਂ ਵੱਖੋ ਵੱਖਰੀਆਂ ਮਜ਼ਦੂਰ ਸਭਾਵਾਂ ਦੇ ਟਿਕਾਣਿਆਂ ਉੱਤੇ ਫਿਰਦਾ ਰਹਿੰਦਾ। ਮਜ਼ਦੂਰ ਘੋਲ ਦੇ ਸੰਬੰਧ ਵਿੱਚ ਜੋ ਕੁਝ ਮਿਲਦਾ ਉਸਨੂੰ ਪੜ੍ਹਦਾ ਘੋਖਦਾ। ਉਸਦੇ ਮਨ ਅੰਦਰ ਮਜ਼ਦੂਰਾਂ ਦਾ ਘੋਲ ਇੱਕ ਆਪਣਾ ਜੀਵਨ ਆਦੇਸ਼ ਬਣ ਗਿਆ। ਉਹ ਕੰਮ ਕਰਦਾ ਤੇ ਫਿਰਦਾ ਤੁਰਦਾ ਥੱਕ ਕੇ ਜਦ ਰਾਤ ਨੂੰ ਆਪਣੀ ਵਾਹਣੀ ਮੰਜੀ ਉੱਤੇ ਦਰੀ ਵਿਛਾ ਕੇ ਸਿਰਹਾਣਾ ਸਿਰ ਹੇਠਾਂ ਰੱਖ ਕੇ ਸੌਣ ਦਾ ਯਤਨ ਕਰਦਾ ਤਾਂ ਉਸਦੀਆਂ ਅੱਖਾਂ ਵਿੱਚੋਂ ਨੀਂਦ ਉੱਡ ਜਾਂਦੀ। ਇੱਕ ਰਾਤ ਨੂੰ ਉਹ ਪੰਜਾਬ ਜਾਣ ਦੀ ਤਿਆਰੀ ਕਰਦਾ ਤੇ ਦੂਜੀ ਰਾਤ ਨੂੰ ਦੇਸ਼ ਛੱਡਣ ਲਈ ਤਿਆਰ ਹੋਣ ਲੱਗ ਪੈਂਦਾ। ਫਿਰ ਉਸਨੇ ਪੱਕਾ ਇਰਾਦਾ ਬਣਾ ਲਿਆ ਕਿ ਦੇਸ਼ ਛੱਡਣ ਤੋਂ ਪਹਿਲਾਂ ਉਹ ਰੇਸ਼ਮਾ ਨੂੰ ਲੱਭਣ ਦਾ ਪੂਰਾ ਯਤਨ ਕਰੇਗਾ। ਉਹ ਪੰਜਾਬ ਪਹੁੰਚਾ। ਅੰਮ੍ਰਿਤਸਰ ਪਹੁੰਚ ਕੇ ਉਹ ਪੁਰਾਣੇ ਟਿਕਾਣਿਆਂ ਉੱਤੇ ਗਿਆ। ਤੋਤੇ ਤੇ ਰੇਸ਼ਮਾ ਹੋਰਾਂ ਦਾ ਉਸਨੂੰ ਕੋਈ ਖੁਰਾ ਖੋਜ ਨਾ ਲੱਭਾ। ਜਦ ਉਸਨੂੰ ਉਜਾਗਰ ਦਾ ਵੀ ਕੋਈ ਪਤਾ ਨਾ ਲੱਗਾ ਤਾਂ ਉਹ ਨਿਰਵੈਰੀ ਪਾਸ ਗਿਆ। ਨਿਰਵੈਰੀ ਦੇ ਰੁੱਖੇ ਸਲੂਕ ਕਾਰਨ ਉਹ ਉਸ ਪਾਸ ਨਾ ਟਿਕਿਆ।
ਉਹ ਕੁਝ ਮਹੀਨੇ ਦਿੱਲੀ, ਮੇਰਠ, ਕਾਨਪੁਰ, ਬਰੇਲੀ ਤੇ ਯੂਪੀ ਦੇ ਕਈ ਹੋਰ ਸ਼ਹਿਰਾਂ ਵਿੱਚ ਜਾਣਾ ਪਛਾਣਾ ਕੱਢਦਾ ਰਿਹਾ। ਨਿਰਾਸ਼ ਹੋ ਕੇ ਉਹ ਬੰਬਈ ਵੱਲ ਮੁੜ ਪਿਆ। ਬਿਨਾਂ ਕਿਸੇ ਯਾਰ ਦੇ, ਬਿਨਾਂ ਕਿਸੇ ਹਮਰਾਜ਼ ਦੇ ਉਸਨੇ 3 ਸਾਲ ਗੁੰਮਨਾਮੀ ਵਿੱਚ ਗੁਜ਼ਾਰ ਦਿੱਤੇ। ਚਿਰਾਂ ਤੋਂ ਉਸਦੇ ਮਨ ਵਿੱਚ ਪਿਆਰ ਤੇ ਫਰਜ਼ ਵਿਚਾਲੇ ਇੱਕ ਘੋਲ ਜਾਰੀ ਸੀ। ਉਹ ਕਈ ਢਾਹਾਂ ਉਸਾਰਾਂ ਵਿੱਚੋਂ ਨਿਕਲ ਕੇ ਫਰਜ਼ ਪੂਰਾ ਕਰਨ ਲਈ, ਪਿਆਰ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਗਿਆ। ਉਹ ਬੰਬਈ ਤੋਂ ਅਦਨ ਜਾਣ ਵਾਲੇ ਜਹਾਜ਼ ਉੱਤੇ ਚੜ੍ਹ ਪਿਆ। ਜਹਾਜ਼ ਚੜ੍ਹਨ ਸਾਰ ਉਸਨੇ ਦਾੜ੍ਹੀ ਤੇ ਕੇਸ ਰੱਖਣੇ ਸ਼ੁਰੂ ਕਰ ਦਿੱਤੇ, ਪੱਗ ਬੰਨ੍ਹਣੀ ਆਰੰਭ ਦਿੱਤੀ। ਫਿਰਦਾ ਫਿਰਾਂਦਾ ਕੁਝ ਮਹੀਨਿਆਂ ਪਿੱਛੋਂ ਟਿਲਬਰੀ ਲੰਡਨ ਦੀ ਬੰਦਰਗਾਹ ਉੱਤੇ ਜਾ ਉਤਰਿਆ। 46 ਊਧਮ ਸਿੰਘ ਇੱਕ ਹੋਰ ਬੰਦੇ ਨਾਲ ਸ਼ੈਪਰਡਜ਼ ਬੁਸ਼ ਗੁਰਦੁਆਰੇ ਪਹੁੰਚ ਗਿਆ। ਕੁਝ ਹੋਰ ਬੰਦੇ ਵੀ ਉੱਥੇ ਰਹਿੰਦੇ ਸਨ। ਉਹ ਸਵੇਰੇ ਉੱਠ ਕੇ ਆਪੋ ਆਪਣੇ ਕੰਮਾਂ ਉੱਤੇ ਚਲੇ ਜਾਂਦੇ। ਅੱਜ ਐਤਵਾਰ ਹੋਣ ਕਰਕੇ ਕੋਈ ਵੀ ਕੰਮ ਤੇ ਨਾ ਗਿਆ। ਸਭ ਨੇ ਰਲ ਮਿਲ ਕੇ ਰੋਟੀ ਪਕਾਉਣੀ ਸ਼ੁਰੂ ਕੀਤੀ। ਊਧਮ ਸਿੰਘ ਨੇ ਝੱਟ ਆਟਾ ਗੁੰਨਣਾ ਸ਼ੁਰੂ ਕਰ ਦਿੱਤਾ। ਫਿਰ ਉਸਨੇ ਚਾਹ ਪੀ ਕੇ ਆਟੇ ਨੂੰ ਮੁੱਕੀ ਦਿੱਤੀ ਤੇ ਰੋਟੀਆਂ ਪਕਾਉਣੀਆਂ ਸ਼ੁਰੂ ਕਰ ਦਿੱਤੀਆਂ। ਦਾਲ ਨੂੰ ਤੜਕਾ ਲਾਉਂਦਿਆਂ ਇੱਕ ਭਾਈ ਨੇ ਪੁੱਛਿਆ, ਕਿਉਂ ਬਈ ਗੱਭਰੂਆ, ਕੀ ਨਾਮ ਹੈ ਤੇਰਾ? ਕੋਈ ਬਾਵਾ ਕਹਿੰਦਾ, ਕੋਈ ਸਾਧ। ਜਿਹੜਾ ਤੇਰਾ ਜੀ ਕਰਦਾ ਤੂੰ ਕਹਿ ਲੈ। ਊਧਮ ਸਿੰਘ ਦੀ ਗੱਲ ਸੁਣ ਕੇ ਉਸ ਭਾਈ ਨੇ ਘੂਰੀ ਵੱਟ ਕੇ ਉਸ ਵੱਲ ਤੱਕਦਿਆਂ ਕਿਹਾ, ਫੇਰ ਵੀ ਕੋਈ ਨਾਮ ਹੋਣਾ ਤੇਰਾ? ਤੂੰ ਨਾਂ ਪੁੱਛ ਕੇ ਮਖਾਣੇ ਲੈਣੇ ਐ? ਤੈਨੂੰ 2 ਨਾਂ ਦੱਸੇ ਐ। ਜੇ ਦੋਵੇਂ ਨਹੀਂ ਪਸੰਦ ਤਾਂ ਹੋਰ ਰੱਖ ਲੈ ਆਪਣੀ ਮਰਜ਼ੀ ਦਾ। ਉਹ ਭਾਈ ਉਸ ਦੀ ਗੱਲ ਸੁਣ ਕੇ ਛਿੱਥਾ ਪੈ ਕੇ ਚੁੱਪ ਕਰ ਗਿਆ। ਊਧਮ ਸਿੰਘ, ਉਹ ਭਾਈ ਤੇ ਹੋਰ 4-5 ਬੰਦੇ ਪ੍ਰਸ਼ਾਦਾ ਛਕ ਰਹੇ ਸਨ। 2 ਨਵੇਂ ਬੰਦੇ ਲੰਗਰ ਵਿੱਚ ਵੜਦੇ ਵੇਖ ਕੇ ਭਾਈ ਨੇ ਪੁੱਛਿਆ, ਕਿਉਂ ਲੰਬੜਾ, ਕਿਉਂ ਮੱਲ, ਵੇਲ ਕਿਵੇਂ ਮਿਲ ਗਈ ਅੱਜ? ਉਹ ਫੌਜੀਆ ਤੂੰ ਜਾਣਦਾ ਹੀ ਐ। ਕਹਿੰਦਿਆਂ ਮੱਲ ਨੇ ਊਧਮ ਸਿੰਘ ਵੱਲ ਵੇਖ ਕੇ ਪੁੱਛਿਆ, ਨਵਾਂ ਆਇਆ ਜਾਪਦਾ ਦੇਸੋਂ। ਜੇ ਕੋਈ ਜਾਣੂ ਪਛਾਣੂ ਨਾ ਹੋਵੇ ਤਾਂ ਵੀ ਕੋਈ ਗੱਲ ਨਹੀਂ, ਆਪਾਂ ਜੋ ਹੈਗੇ ਆ, ਬੰਦਾ ਬੰਦੇ ਦਾ ਦਾਰੂ ਐ। ਜੰਮ ਆਓ, ਆਪਣੇ ਜਿੰਨੇ ਬੰਦੇ ਹੋਣ ਉਨੇ ਹੀ ਥੋੜ੍ਹੇ। ਮੱਲ ਦੀ ਗੱਲ ਸੁਣ ਕੇ ਊਧਮ ਸਿੰਘ ਨੇ ਉਸ ਵੱਲ ਭਰਵੀਂ ਨਿਗਾਹ ਸੁੱਟੀ, ਨਾਲ ਹੀ ਖੁਸ਼ੀ ਵਿੱਚ ਸਿਰ ਹਿਲਾਇਆ। ਉਹ ਭਾਈ ਕੁਝ ਸਾਹ ਲੈ ਲੈ, ਭੰਨੀ ਜਾਨਾ ਟਾਪਾਂ। ਲੰਬੜਾ, ਭਾਈ ਦਾ ਨਕਾਲ ਟੁੱਟ ਜਾਊ। ਭਾਈ ਦੇ ਚਿਹਰੇ ਉੱਤੇ ਟਿਕਟਿਕੀ ਲਾ ਕੇ ਵੇਖਦਿਆਂ ਮੱਲ ਨੇ ਪੁੱਛਿਆ, ਫੌਜੀਆ ਕਿਤੇ ਪ੍ਰਸ਼ਾਦੇ ਤਾਂ ਨਹੀਂ ਥੁੜ ਗਏ? ਉਸਦੇ ਬੋਲਣ ਤੋਂ ਪਹਿਲਾਂ ਹੀ ਊਧਮ ਸਿੰਘ ਬੋਲ ਪਿਆ, ਨਹੀਂ ਜੀ, ਪ੍ਰਸ਼ਾਦੇ ਬਹੁਤ ਪਏ ਐ। ਜੇ ਥੁੜ ਗਏ ਤਾਂ ਹੋਰ ਲਾ ਦੂੰ ਮਿੰਟਾਂ ਸਕਿੰਟਾਂ ਵਿੱਚ। ਊਧਮ ਸਿੰਘ ਦੀ ਗੱਲ ਸੁਣ ਕੇ ਫੌਜੀ ਨੇ ਫਿਰ ਘੂਰੀ ਵੱਟ ਕੇ ਊਧਮ ਸਿੰਘ ਵੱਲ ਤੱਕਿਆ। ਲੰਬੜ ਨੇ ਤੱਕਿਆ ਕਿ ਫੌਜੀ ਕਿਸੇ ਗੱਲੋਂ ਨਵੇਂ ਆਏ ਬੰਦੇ ਉੱਤੇ ਔਖਾ ਹੈ। ਊਧਮ ਸਿੰਘ ਨੇ ਦਖਲ ਦਿੰਦਿਆਂ ਕਿਹਾ, ਲੰਬੜਾ ਗੱਲ ਇੰਨੀ ਹੋਈ ਐ, ਭਾਈ ਨੇ ਨਾਂ ਪੁੱਛਿਆ। ਮੈਂ ਇੱਕ ਦੀ ਥਾਂ 2 ਨਾਂ ਦੱਸੇ ਐ। ਫਿਰ ਇਹਦੀ ਤਸੱਲੀ ਨਹੀਂ ਹੋਈ। ਮੈਂ ਕਿਹਾ ਜਿਹੜਾ ਨਾਂ ਤੈਨੂੰ ਚੰਗਾ ਲੱਗਦਾ ਉਹੀਓ ਰੱਖ ਲੈ। ਭਾਈ ਨੇ ਗੁੱਸੇ ਵਿੱਚ ਆ ਕੇ ਦੱਸਿਆ, ਮੈਂ ਸਹਿਜ ਸੁਭਾਅ ਨਾਮ ਪੁੱਛਿਆ ਤਾਂ ਅੱਗੋਂ ਮਖੌਲਾਂ ਕਰਦਾ। ਮੈਂ ਕੋਈ ਮਖੌਲ ਨਹੀਂ ਕੀਤੀ, ਸਿੱਧੀ ਗੱਲ ਕੀਤੀ ਹੈ। ਕੋਈ ਮੈਨੂੰ ਬਾਵਾ ਕਹਿੰਦਾ ਤੇ ਕੋਈ ਸਾਧ ਕਹਿ ਕੇ ਬੁਲਾਉਂਦਾ, ਤੇ ਜਿਹੜਾ ਨਾਂ ਤੈਨੂੰ ਚੰਗਾ ਲੱਗਦਾ ਉਹੀਓ ਬੁਲਾ ਲਿਆ ਕਰ। ਮੈਂ ਸਹਿਜ ਸੁਭਾਅ ਨਾਮ ਪੁੱਛਿਆ ਤਾਂ ਅੱਗੋਂ ਕਹਿੰਦਾ ਤੂੰ ਨਾਮ ਪੁੱਛ ਕੇ ਮਖਾਣੇ ਲੈਣੇ ਆ। ਭਾਈ ਦੀ ਗੁੱਸੇ ਭਰੀ ਗੱਲ ਸੁਣ ਕੇ ਲੰਬੜ ਤੇ ਮੱਲ ਦੋਵੇਂ ਹੱਸ ਪਏ। ਭਾਈ ਫਿਰ ਚਿੱਤਾ ਪੈ ਗਿਆ। ਉਹ ਭਾਈ, ਤੂੰ ਪਹਿਲੋਂ ਨਾਂ ਪੁੱਛਣਾ ਸੀ, ਫਿਰ ਪਿੰਡ, ਫਿਰ ਜ਼ਿਲ੍ਹਾ, ਫਿਰ ਨਾਨਕੇ ਤੇ ਫਿਰ। ਮੱਲ ਦੀ ਗੱਲ ਅਧੂਰੀ ਹੀ ਸੀ ਕਿ ਊਧਮ ਸਿੰਘ ਨੇ ਭਾਈ ਦੀ ਜੂਠੀ ਥਾਲੀ ਤੇ ਪਾਣੀ ਵਾਲਾ ਗਲਾਸ ਚੁੱਕ ਲਿਆ। ਭਾਈ ਉਸਦੇ ਹੱਥੋਂ ਆਪਣੀ ਥਾਲੀ ਖੋਹਣ ਲੱਗਾ। ਭਾਈ, ਮੈਂ ਤੇਰੀ ਥਾਲੀ ਮਾਂਜ ਦਊਂ ਤਾਂ ਮੇਰਾ ਕੁਝ ਘਸ ਥੋੜਾ ਚੱਲਿਆ। ਭਾਈ ਦੇ ਹੱਥੋਂ ਥਾਲੀ ਛੁੱਟ ਗਈ। ਫਿਰ ਉਸਨੇ 3-4 ਵਾਰੀ ਸਿਰ ਅੱਗੇ ਪਿੱਛੇ ਫੇਰਿਆ। ਉਸਦੇ ਚਿਹਰੇ ਉੱਤੋਂ ਗੁੱਸੇ ਦਾ ਪ੍ਰਭਾਵ ਢਲ ਤੁਰਿਆ। ਸਾਧਾ ਤੂੰ ਕੋਈ ਮਾੜਾ ਮੋਟਾ ਸਾਧ ਨਹੀਂ, ਕਾਫੀ ਲੁੱਚਾ ਸਾਧ ਹੈ। ਲੰਬੜ, ਮੱਲ ਤੇ ਬਾਕੀ ਦੇ ਬੰਦੇ ਵੀ ਹੱਸ ਪਏ। 47 ਊਧਮ ਸਿੰਘ ਕਦੇ ਲੰਬੜ ਕੋਲ ਜਾ ਟਿਕਦਾ ਤੇ ਕਦੇ ਮੱਲ ਪਾਸ। ਉਹ ਕੁਝ ਦਿਨ ਇੱਕ ਥਾਂ ਕੰਮ ਕਰਦਾ ਤੇ ਕੁਝ ਦਿਨ ਦੂਜੀ ਥਾਂ। ਟਿਕ ਕੇ ਕਿਧਰੇ ਕੰਮ ਨਾ ਕਰਦਾ। ਇਹਨਾਂ ਦਿਨਾਂ ਵਿੱਚ ਉਸਦਾ ਇੱਕ ਮਿੱਤਰ ਬਣ ਗਿਆ। ਉਹ ਆਪਣੇ ਮਿੱਤਰ ਬੌਬ ਕੋਨੇਲੇ ਨਾਲ ਕਈ ਸ਼ਾਮਾਂ ਗੁਜ਼ਾਰਨ ਲੱਗ ਪਿਆ। ਉਹ ਇੱਕ ਸ਼ਾਮ ਨੂੰ ਨੌਟਿੰਗ ਹਿਲ ਗੇਟ ਤੇ ਇੱਕ ਪੱਬ ਵਿੱਚ ਬੈਠੇ ਬੀਅਰ ਪੀ ਰਹੇ ਸਨ। ਉਹਨਾਂ ਆਪਸ ਵਿੱਚ ਗਲਾਸ ਵਟਾਏ। ਉਹ ਇੱਕ 2 ਗਲਾਸ ਪੀਣ ਆਏ ਸਨ, ਪਰ ਬੌਬ ਨੇ ਆਪਣੇ ਬਚਪਨ ਦੀ ਕਹਾਣੀ ਸ਼ੁਰੂ ਕਰ ਦਿੱਤੀ। ਉਸਦੇ ਬਚਪਨ ਦੀ ਕਹਾਣੀ ਊਧਮ ਸਿੰਘ ਨੂੰ ਆਪਣੇ ਬਚਪਨ ਦੀ ਕਹਾਣੀ ਵਰਗੀ ਲੱਗੀ। ਉਹ ਧਿਆਨ ਨਾਲ ਸੁਣਨ ਲੱਗ ਪਿਆ। ਮੈਂ 12-13 ਵਰ੍ਹਿਆਂ ਦਾ ਸਾਂ। ਅੰਗਰੇਜ਼ਾਂ ਤੇ ਜਰਮਨਾਂ ਦੀ ਲੜਾਈ ਲੱਗੀ ਹੋਈ ਸੀ। ਜਦ ਅੰਗਰੇਜ਼ ਜੰਗ ਵਿੱਚ ਫਸੇ ਹੋਏ ਸਨ ਤਾਂ ਦੇਸ਼ ਭਗਤਾਂ ਨੇ ਸੋਚਿਆ ਕਿ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਦਾ ਹੁਣ ਚੰਗਾ ਮੌਕਾ ਹੈ। ਰੋਜਰ ਕੇਸਮੈਂਟ ਜਰਮਨਾਂ ਪਾਸੋਂ ਹਥਿਆਰ ਲੈਣ ਲਈ ਜਰਮਨੀ ਚਲਾ ਗਿਆ। ਜਦ ਉਹ ਜਰਮਨ ਜਹਾਜ਼ ਵਿੱਚ ਹਥਿਆਰ ਲੈ ਕੇ ਵਾਪਸ ਆਇਰਲੈਂਡ ਪਹੁੰਚਾ ਤਾਂ ਫੜਿਆ ਗਿਆ। ਉਸਨੂੰ ਫੜ ਕੇ ਅੰਗਰੇਜ਼ ਇੰਗਲੈਂਡ ਲੈ ਆਏ। ਬਾਦਸ਼ਾਹ ਦੇ ਖਿਲਾਫ ਬਗਾਵਤ ਕਰਨ ਦੇ ਜੁਰਮ ਵਿੱਚ ਉਸਨੂੰ ਫਾਂਸੀ ਦੇ ਤਖਤੇ ਉੱਤੇ ਚੜ੍ਹਾ ਦਿੱਤਾ। ਨਾਲ ਦੇ ਮੇਜ਼ ਉੱਤੇ ਬੈਠੇ 2 ਅੰਗਰੇਜ਼ ਬੌਬ ਦੀਆਂ ਗੱਲਾਂ ਸੁਣ ਰਹੇ ਸਨ। ਊਧਮ ਸਿੰਘ ਦਾ ਗਲਾਸ ਪਹਿਲਾਂ ਵਾਂਗੂ ਹੀ ਭਰਿਆ ਪਿਆ ਸੀ। ਬੌਬ ਨੇ ਗਲਾਸ ਖਾਲੀ ਕਰਕੇ ਕਹਿਣਾ ਜਾਰੀ ਰੱਖਿਆ। ਦੂਜੇ ਪਾਸੇ ਦੇਸ਼ ਭਗਤਾਂ ਨੇ ਆਜ਼ਾਦੀ ਦਾ ਐਲਾਨ ਕਰ ਦਿੱਤਾ। ਪੈਟਰਿਕ ਪੀਅਰਸ ਨੇ ਵੱਡੇ ਡਾਕਖਾਨੇ ਦੀ ਇਮਾਰਤ ਉੱਤੇ ਹਰਾ, ਚਿੱਟਾ ਤੇ ਸੰਤਰੇ ਰੰਗਾ ਝੰਡਾ ਝੁਲਾਇਆ।
ਉਸਨੇ ਆਜ਼ਾਦੀ ਦੇ ਝੰਡੇ ਹੇਠਾਂ ਖਲੋ ਕੇ ਆਜ਼ਾਦੀ ਦਾ ਐਲਾਨ ਪੜ੍ਹਿਆ ਤੇ ਆਜ਼ਾਦੀ ਦੀ ਜੰਗ ਲੜਨ ਦਾ ਐਲਾਨ ਕਰ ਦਿੱਤਾ। ਪੀਅਰਸ ਤੇ ਉਸਦੇ ਸਾਥੀਆਂ ਨੂੰ ਜਿੱਤ ਹਾਰ ਨਾਲ ਕੋਈ ਮਤਲਬ ਨਹੀਂ ਸੀ। ਉਸਨੇ ਕਿਹਾ, ਆਜ਼ਾਦੀ ਦੇ ਪੌਦੇ ਨੂੰ ਹਰਾ ਭਰਾ ਰੱਖਣ ਲਈ ਜ਼ਰੂਰੀ ਹੈ ਕਿ ਉਸਨੂੰ ਸਮੇਂ-ਸਮੇਂ ਸਿਰ ਲੋੜ ਪੈਣ ਤੇ ਸ਼ਹੀਦਾਂ ਦੇ ਖੂਨ ਨਾਲ ਸਿੰਜਿਆ ਜਾਏ। ਫਿਰ ਲੜਾਈ ਸ਼ੁਰੂ ਹੋ ਗਈ। ਇੱਕ ਪਾਸੇ ਆਇਰਿਸ਼ ਤੇ ਦੂਜੇ ਪਾਸੇ ਅੰਗਰੇਜ਼ ਹੁਕਮਰਾਨ। ਦੋਹਾਂ ਪਾਸਿਆਂ ਤੋਂ ਗੋਲੀਆਂ ਦੀ ਬੁਛਾੜ ਹੁੰਦੀ ਰਹੀ। ਅੰਗਰੇਜ਼ੀ ਫੌਜ ਬਹੁਤ ਗਿਣਤੀ ਵਿੱਚ ਸੀ। ਹਫ਼ਤਾ ਭਰ ਦੇਸ਼ ਭਗਤ ਡਟੇ ਰਹੇ। ਜਦੋਂ ਫੜੇ ਗਏ ਤਾਂ ਉਹਨਾਂ ਨੂੰ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਗਿਆ। ਜੇਮਸ ਕੋਨੇਲੇ ਸਖਤ ਜ਼ਖਮੀ ਹੋ ਗਿਆ ਸੀ। ਉਸਨੂੰ ਸਟ੍ਰੈਚਰ ਉੱਤੇ ਪਾ ਕੇ ਲੈ ਗਏ। ਉਸਨੂੰ ਉਸੇ ਹਾਲਤ ਵਿੱਚ ਕੰਧ ਨਾਲ ਖੜਾ ਕਰਕੇ ਜਦ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ, ਮੈਂ ਦੂਰੋਂ ਬਾਰੀ ਦੀ ਇੱਕ ਝੀਤ ਵਿੱਚੋਂ ਵੇਖ ਰਿਹਾ ਸਾਂ। ਮੈਂ ਬੇਸੁੱਧ ਹੋ ਕੇ ਡਿੱਗ ਪਿਆ। ਅਜੇ ਗੱਲ ਉਸਦੇ ਮੂੰਹ ਵਿੱਚ ਹੀ ਸੀ ਕਿ ਦੋ ਅੰਗਰੇਜ਼ਾਂ ਨੇ ਅਚਾਨਕ ਉਸ ਉੱਤੇ ਹਮਲਾ ਕਰ ਦਿੱਤਾ। ਇੱਕ ਨੇ ਬੀਅਰ ਦੀ ਬੋਤਲ ਉਸਦੇ ਸਿਰ ਵਿੱਚ ਮਾਰੀ। ਉਹ ਕੁਰਸੀ ਉੱਤੇ ਬੈਠਾ ਹੀ ਲੜਖੜਾ ਗਿਆ। ਊਧਮ ਸਿੰਘ ਨੇ ਇੱਕ ਅੰਗਰੇਜ਼ ਨੂੰ 2-3 ਘਸੁੰਨ ਮਾਰ ਕੇ ਪਿੱਛੇ ਹਟਾਇਆ ਹੀ ਸੀ ਕਿ ਦੂਜਾ ਉਸ ਉੱਤੇ ਆ ਪਿਆ। ਊਧਮ ਸਿੰਘ ਨੇ ਉਸਦੀ ਸੱਜੀ ਬਾਂਹ ਮਰੋੜ ਕੇ ਉਸਦੀ ਪਿੱਠ ਪਿੱਛੇ ਲਾ ਲਈ ਤੇ ਦੂਜੇ ਅੰਗਰੇਜ਼ ਨੂੰ ਵੰਗਾਰਿਆ। ਸਾਰੇ ਪੱਬ ਵਿੱਚ ਗੜਬੜ ਮਚ ਗਈ। ਝੱਟ ਹੀ ਅੰਗਰੇਜ਼ ਤੇ ਆਇਰਿਸ਼ ਸਵਾਲ ਖੜਾ ਹੋ ਗਿਆ। ਅੰਗਰੇਜ਼ ਬਹੁਤ ਸਨ ਤੇ ਆਇਰਿਸ਼ ਥੋੜ੍ਹੇ। 7-8 ਆਇਰਿਸ਼ ਮਜ਼ਦੂਰ ਬਾਬ ਤੇ ਊਧਮ ਸਿੰਘ ਨੂੰ ਨਾਲ ਲੈ ਕੇ ਪੱਬ ਵਿੱਚੋਂ ਨਿਕਲ ਤੁਰੇ। ਉਹਨਾਂ ਦਾ ਖਿਆਲ ਸੀ ਕਿ ਜੇ ਪੁਲਿਸ ਆ ਗਈ ਤਾਂ ਉਹ ਅੰਗਰੇਜ਼ਾਂ ਦਾ ਹੀ ਪੱਖ ਕਰੇਗੀ। ਇਸ ਲਈ ਉਹ ਛੇਤੀ ਨੌਟਿੰਗ ਹਿੱਲ ਟਿਊਬ ਸਟੇਸ਼ਨ ਵੱਲ ਹੋ ਤੁਰੇ। 48 ਬਾਬ ਕੋਨੇਲੇ ਹਰ ਰੋਜ਼ ਸਵੇਰੇ ਉੱਠਦਾ, ਬਾਈਸਿਕਲ ਪਿੱਛੇ ਕਮੀਜ਼ਾਂ, ਪਤਲੂਨਾਂ, ਚਾਦਰਾਂ ਤੇ ਹੋਰ ਨਿੱਕ ਸੁੱਕ ਬੰਨ੍ਹਦਾ। ਆਇਰਿਸ਼ ਮਜ਼ਦੂਰਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਂਦਾ। ਘਰ-ਘਰ ਫਿਰ ਕੇ ਕੱਪੜੇ ਵੇਚਦਾ। ਕੁਝ ਨਕਦ ਤੇ ਕੁਝ ਉਧਾਰ ਦਿੰਦਾ। ਊਧਮ ਸਿੰਘ 5 ਦਿਨ ਫੈਕਟਰੀ ਵਿੱਚ ਕੰਮ ਕਰਦਾ। ਸਨਿਚਰਵਾਰ ਨੂੰ ਬਾਬ ਨਾਲ ਕੋਵੈਂਟ ਗਾਰਡਨ ਸਬਜ਼ੀ ਤੇ ਫਲਾਂ ਦੀਆਂ ਟੋਕਰੀਆਂ ਢੋਣ ਲਈ ਪਹੁੰਚ ਜਾਂਦਾ। ਜਦ ਸ਼ਾਮ ਨੂੰ ਕੰਮ ਕਰਕੇ ਮੁੜਦੇ ਤਾਂ ਰਾਹ ਵਿੱਚ ਕਿਸੇ ਪੱਬ ਵਿੱਚ ਜਾ ਵੜਦੇ। ਬਾਬ ਨੇ ਊਧਮ ਸਿੰਘ ਨੂੰ ਦੱਸਿਆ ਕਿ ਉਸਦੇ ਬਾਪ ਨੂੰ ਈਸਟਰ ਗਦਰ ਵੇਲੇ ਆਇਰਲੈਂਡ ਵਿੱਚੋਂ ਜਲਾਵਤਨ ਕਰ ਦਿੱਤਾ ਗਿਆ ਸੀ ਕਿਉਂਕਿ ਮਹਾਨ ਦੇਸ਼ ਭਗਤ ਜੇਮਸ ਕੋਨੇਲੇ ਨਾਲ ਉਸਦੀ ਚੰਗੀ ਜਾਣ ਪਛਾਣ ਸੀ। ਊਧਮ ਸਿੰਘ ਨੇ ਬਾਬ ਨੂੰ ਜਲਿਆਂਵਾਲੇ ਬਾਗ ਦੇ ਕਤਲਾਮ ਦੀ ਆਪ ਵੇਖੀ ਸਾਰੀ ਵਾਰਤਾ ਸੁਣਾਈ। ਜਲਿਆਂਵਾਲੇ ਕਤਲਾਮ ਤੇ ਈਸਟਰ ਗਦਰ ਦੇ ਕਤਲਾਮ ਦੀ ਇੱਕ ਸਾਂਝ ਨੇ ਉਹਨਾਂ ਦੋਹਾਂ ਦੇ ਅੰਦਰ ਇੱਕ ਅਟੁੱਟ ਸਾਂਝ ਪੈਦਾ ਕਰ ਦਿੱਤੀ। ਊਧਮ ਸਿੰਘ ਨੇ ਵੀ ਇੱਕ ਬਾਈਸਿਕਲ ਖਰੀਦ ਲਿਆ। ਉਹ ਵੀ ਬਾਈਸਿਕਲ ਪਿੱਛੇ ਕੱਪੜਿਆਂ ਦੀ ਗੰਢ ਬੰਨ੍ਹ ਲੈਂਦਾ। ਉਹ ਲੰਡਨ ਦੇ ਪੂਰਬੀ ਹਿੱਸੇ ਵਿੱਚ ਵੱਖੋ ਵੱਖਰੀਆਂ ਗਲੀਆਂ ਵਿੱਚ ਕੰਮ ਕਰਦੇ। ਫਿਰ ਰੋਟੀ ਵੇਲੇ ਮਿੱਥੇ ਹੋਏ ਥਾਂ ਉੱਤੇ ਇਕੱਠੇ ਹੋ ਜਾਂਦੇ। ਈਸਟਰ ਤੇ ਵਿਸਾਖੀ ਨੇੜੇ ਆ ਰਹੇ ਸਨ। ਬਾਬ ਤੇ ਊਧਮ ਸਿੰਘ ਦੋਹਾਂ ਨੇ ਛੁੱਟੀਆਂ ਮਨਾਉਣ ਦਾ ਇਰਾਦਾ ਬਣਾ ਲਿਆ। ਉਹਨਾਂ ਬਾਈਸਿਕਲਾਂ ਪਿੱਛੇ ਆਪਣੇ ਬਿਸਤਰੇ ਬੱਧੇ। ਉਹ ਪਹਿਲੀ ਰਾਤ ਬ੍ਰਾਈਟਨ ਜਾ ਰਹੇ। ਉੱਥੋਂ ਵਰਦਿੰਗ, ਸਾਊਥਹੈਂਪਟਨ ਹੁੰਦੇ ਹੋਏ ਬੌਰਨਮਾਊਥ ਜਾ ਪਹੁੰਚੇ। ਉਹਨਾਂ ਨੇ ਇਹਨਾਂ ਛੁੱਟੀਆਂ ਵਿੱਚ ਆਪਸ ਵਿੱਚ ਖੁੱਲ੍ਹ ਕੇ ਦਿਲ ਖੋਲ੍ਹੇ। ਬਾਬ ਨੇ ਉਸ ਨਾਲ ਇਕਰਾਰ ਕੀਤਾ ਕਿ ਉਹ ਉਸ ਨਾਲ ਡਬਲਿਨ ਜਾ ਕੇ ਕੰਧਾਂ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨ ਵਿਖਾਏਗਾ। ਜਦ ਡਬਲਿਨ ਜਾਣ ਦਾ ਵਕਤ ਆਇਆ ਤਾਂ ਬਾਬ ਘਰ ਵਿੱਚ ਬਿਮਾਰ ਹੋਣ ਦੇ ਕਾਰਨ ਊਧਮ ਸਿੰਘ ਦੇ ਨਾਲ ਨਾ ਜਾ ਸਕਿਆ। ਉਹ ਡਬਲਿਨ ਪਹੁੰਚਾ। ਡਾਕਖਾਨੇ ਦੀਆਂ ਕੰਧਾਂ ਵਿੱਚ ਲੱਗੀਆਂ ਗੋਲੀਆਂ ਵਿੱਚ ਉਂਗਲਾਂ ਪਾ ਕੇ ਗੋਲੀਆਂ ਦੇ ਨਿਸ਼ਾਨ ਟੋਂਦਾ ਰਿਹਾ। ਉਸਨੂੰ ਜਾਪਿਆ ਉਹ ਜਲਿਆਂਵਾਲੇ ਬਾਗ ਦੀਆਂ ਕੰਧਾਂ ਵਿੱਚ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਵਿੱਚ ਉਂਗਲਾਂ ਪਾ ਰਿਹਾ ਹੋਵੇ। ਜਲਿਆਂਵਾਲੇ ਬਾਗ ਦਾ ਸਾਰਾ ਸਾਕਾ ਉਸਦੀਆਂ ਅੱਖਾਂ ਸਾਹਮਣੇ ਆ ਖਲੋਤਾ। ਉਸਦੀਆਂ ਅੱਖਾਂ ਅੱਗੇ ਭੌਂ ਤਾਰੇ ਆਉਣ ਲੱਗੇ। ਉਸਨੂੰ ਸਭ ਗੁਲਾਮ ਕੌਮਾਂ ਦੀਆਂ ਰਗਾਂ ਵਿੱਚ ਇੱਕੋ ਖੂਨ ਚੱਲਦਾ ਦਿਸਣ ਲੱਗਾ। ਉਸਦਾ ਖੂਨ ਖੌਲਣ ਲੱਗਾ। ਉਹ ਲੰਡਨ ਮੁੜਨ ਲਈ ਕਾਹਲਾ ਹੋ ਉੱਠਿਆ। 49 ਕਿਉਂ ਬਾਵਾ, ਕਿੱਧਰੋਂ ਅਵਾਰਾਗਰਦੀ ਕਰਦਾ ਆਇਆ? ਉਹ ਤੂੰ ਕਿਹੜੀਆਂ ਦੁੱਪੜਾਂ ਪਕਾ ਕੇ ਰੱਖੀਆਂ ਜਿਹੜੀਆਂ ਬਈਆਂ ਹੋ ਗਈਆਂ? ਤੇਰੇ ਜਿਹੇ ਮਖੱਟੂ ਨੂੰ ਦੁੱਪੜਾਂ ਕੌਣ ਖਵਾਊ? ਤੇ ਲਾ ਦੇ ਵੇਚਣੀਆਂ ਫੇਰ। ਹੈਗੀਆਂ 10-12 ਸ਼ਿਲਿੰਗਾਂ ਮੇਰੇ ਕੋਲੇ। ਬਸ ਇਹੋ ਕਮਾਈ ਹੈ ਤੇਰੀ? ਮਹੀਨਾ ਡੇਢ ਮਹੀਨਾ ਤੂੰ ਮੱਥੇ ਹੀ ਨਹੀਂ ਲੱਗਾ। ਸਾਈਕਲ ਕਿੱਥੇ ਹੋਊ? ਆ ਬਾਹਰ ਖੜਾ। ਅੰਦਰ ਕਰ ਲੈ, ਕੋਈ ਲੈ ਕੇ ਪੱਤਰਾਵਾਤ ਜਾਊ। ਊਧਮ ਸਿੰਘ ਨੇ ਸਾਈਕਲ ਅੰਦਰ ਲਿਆ ਖੜਾ ਕੀਤਾ। ਉਸਦੇ ਪਿੱਛੇ ਤਗੜੀ ਗੰਢ ਬੱਧੀ ਵੇਖ ਕੇ ਲੰਬੜ ਨੇ ਪੁੱਛਿਆ, ਬਾਵੇ ਸੱਚੀ ਦੱਸੀ ਕਿੰਨੇ ਪੌਂਡ ਬਣਾਈ? ਲੰਬੜਾ ਜਾਪਦਾ ਜੰਮਿਆ ਤਾਂ ਤੂੰ ਜੱਟਾਂ ਦੇ ਘਰ ਐ, ਪਰ ਵਲੈਤ ਆ ਕੇ ਬਾਣੀਆ ਹੋ ਗਿਆ। ਪੈਸੇ ਹੀ ਤਾਂ ਕਮਾਉਣ ਆਏ ਆ। ਤੂੰ ਹਰ ਗੱਲ ਨੂੰ ਪੈਸਿਆਂ ਦੀ ਤੱਕੜੀ ਨਾਲ ਤੋਲਦਾ। ਤੇ ਤੂੰ ਕੀ ਕਰਨ ਆਇਆ ਵਲੈਤ? ਖੇ ਖਾਣ? ਖੇ ਖਾਣ ਨੂੰ ਹੋਰ ਥੋੜ੍ਹੀ ਦੁਨੀਆ ਹੈ ਤੇਰੇ ਤੇ ਤਲੰਗੇ ਵਰਗੀ। ਦਮੜੇ ਤੇ ਦਮੜਾ ਠਾਹ ਦਮੜਾ। ਤੇਰੇ ਵਰਗੇ ਭਲੇ ਸੁਜਾਖਿਆਂ ਨੂੰ ਵੀ ਵਲੈਤ ਵਿੱਚ ਪੌਂਡਾਂ ਤੋਂ ਬਿਨਾਂ ਹੋਰ ਕੋਈ ਚੀਜ਼ ਦਿਸਦੀ ਨਹੀਂ। ਤੇ ਤੇਰੀ ਕੀ ਸਲਾਹ ਹੈ? ਕੰਮਕਾਜ ਛੱਡ ਕੇ ਮੇਮਾਂ ਦੀਆਂ ਲੱਤਾਂ ਵਿੰਦਾ ਰਹਾਂ? ਉਹ ਲੰਬੜਾ, ਪੌਂਡਾਂ ਤੋਂ ਉੱਤਰ ਕੇ ਮੇਮ, ਬਸ ਇਹੋ ਤੇਰਾ ਈਮਾਨ ਹੈ? ਲੰਬੜ ਨੇ ਖਿੱਝ ਕੇ ਕਿਹਾ, ਤੂੰ ਸਾਰੀ ਉਮਰ ਮਖੱਟੂ ਰਹਿਣਾ, ਨਾ ਰੰਨ ਨਾ ਕੰਨ, ਨਾ ਅੱਗਾ ਨਾ ਪਿੱਛਾ। ਕਮਾਉਣਾ ਕਿਹਦੇ ਲਈ ਹੋਇਆ ਤੂੰ? ਊਧਮ ਸਿੰਘ ਚੁੱਪ ਰਿਹਾ। ਉਸਦੇ ਚਿਹਰੇ ਉੱਤੇ ਥੋੜ੍ਹੇ ਜਿਹੇ ਖਿਣਾਂ ਵਿੱਚ ਕਈ ਪ੍ਰਭਾਵ ਆਏ। ਸ਼ਾਇਦ ਉਸਨੂੰ ਆਪਣਾ ਪਿੱਛਾ ਯਾਦ ਆ ਗਿਆ ਹੋਵੇ। ਰੇਸ਼ਮਾ ਤੇ ਬੱਚੀ ਦੀ ਯਾਦ ਵਿੱਚ ਤੜਫ ਉੱਠਿਆ ਹੋਵੇ। ਊਧਮ ਸਿੰਘ ਦੇ ਸੁਭਾਅ ਦੇ ਉਲਟ ਉਸਦੀ ਅਚਾਨਕ ਚੁੱਪ ਵੇਖ ਕੇ ਲੰਬੜ ਦਾ ਮਨ ਘਬਰਾ ਗਿਆ। ਉਸਨੇ ਕਿਹਾ, ਬਾਵਾ ਮੂੰਹ ਹੱਥ ਧੋ ਲੈ, ਮੈਂ ਚਾਹ ਧਰਦਾ।
ਜਦ ਲੰਬੜ ਚਾਹ ਧਰ ਕੇ ਬਾਹਰ ਮੁੜਿਆ ਤਾਂ ਊਧਮ ਸਿੰਘ ਚੁੱਪ ਦੇ ਜਾਲ ਵਿੱਚੋਂ ਨਿਕਲ ਕੇ ਬੋਲ ਉੱਠਿਆ, ਲੰਬੜਾ, ਆਪਣੀ ਰੋਟੀ ਖਾਦਿਆਂ ਮੁੱਦਤਾਂ ਹੋ ਗਈਆਂ। ਬਾਵਾ, ਤੂੰ ਤਾਂ ਸਭ ਸੁਆਹ ਖੇ ਖਾ ਲੈਨਾ। ਤੇਰੇ ਭਾਣੇ ਸਾਰੀ ਦੁਨੀਆ ਸੁਆਹ ਖੇ ਹੀ ਖਾਂਦੀ ਹੈ। ਸਾਦਾ, ਮੇਰਾ ਮਤਲਬ ਹੈ ਵੀ ਆਪਣੀ ਰੋਟੀ ਬਿਨਾਂ ਮਨ ਨਹੀਂ ਭਰਦਾ। ਆਹ ਗੱਲ ਤਾਂ ਤੇਰੀ ਮੰਨਣੀ ਪਊ, ਆਪਣੀ ਰੋਟੀ ਬਿਨਾਂ ਢਿੱਡ ਨਹੀਂ ਭਰਦਾ। ਫਿਰ ਵੇਖੀ ਰੰਡੀ ਚਾਹ ਨਾ ਪਿਆਈ। ਸਵੇਰੇ ਦੀਆਂ 2 ਮੰਨੀਆਂ ਪਈਆਂ, ਜੇ ਆਖੇ ਤਾਂ ਲਿਆ ਦਿਆਂ। ਲੰਬੜਾ, ਮੈਂ ਜਾਣਦਾ ਤੇਰੀ ਚੰਗੇਰ ਕਦੇ ਖਾਲੀ ਨਹੀਂ ਹੁੰਦੀ। ਉਹ ਦੋਵੇਂ ਚਾਹ ਪੀ ਰਹੇ ਸਨ। ਊਧਮ ਸਿੰਘ ਨੂੰ ਕਾਹਲੀ ਕਾਹਲੀ ਖਾਂਦਿਆਂ ਵੇਖ ਕੇ ਲੰਬੜ ਨੇ ਮਖੌਲ ਕੀਤਾ, ਜਾਪਦਾ ਜਿਵੇਂ ਜਨਮ ਜਨਮ ਦਾ ਭੁੱਖਾ ਹੁੰਦਾ ਹੈ। ਲੰਬੜਾ, ਤੈਨੂੰ ਇੱਕ ਗੱਲ ਦੱਸਾਂ, ਤੂੰ ਕਦੇ ਕਦੇ ਬੜਾ ਚੰਗਾ ਲੱਗਦਾ। ਆਹੋ, ਆਉਂਦੇ ਨੂੰ ਪੱਠੇ 'ਚ ਪਾ ਦਿੰਨਾ। ਨਹੀਂ ਲੰਬੜਾ, ਇਹ ਗੱਲ ਨਹੀਂ। ਤੂੰ ਜਦੋਂ ਮੈਨੂੰ ਭੋਲੇ ਭਾਅ ਬਾਵਾ ਤੇ ਸਾਧ ਕਹਿ ਕੇ ਬੁਲਾਉਣਾ ਹੈ, ਮੈਨੂੰ ਆਪਣੇ ਯਾਰਾਂ ਦੀ ਯਾਦ ਆ ਜਾਂਦੀ ਹੈ। ਸ਼ਹੀਦੇ ਆਜ਼ਮ ਭਗਤ ਸਿੰਘ ਮੈਨੂੰ ਬਾਵਾ ਤੇ ਸਾਧ ਕਹਿ ਕੇ ਬੜਾ ਖੁਸ਼ ਹੁੰਦਾ ਸੀ। ਲੰਬੜ ਨੇ ਸਮਝਿਆ ਕਿ ਊਧਮ ਸਿੰਘ ਜਾਣ-ਬੁੱਝ ਕੇ ਝੂਠ ਬੋਲ ਕੇ ਆਪਣੀ ਪਿਰਤ ਬਣਾਉਣ ਲਈ ਭਗਤ ਸਿੰਘ ਨਾਲ ਵਾਕਫੀ ਹੋਣ ਦੀ ਠੀਸ ਮਾਰ ਰਿਹਾ ਸੀ। ਉਸ ਦੇ ਮੂੰਹੋਂ ਅੱਬੜਵਾਈ ਨਿਕਲ ਗਿਆ, ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ। ਉਸ ਦੀ ਗੱਲ ਸੁਣ ਕੇ ਊਧਮ ਸਿੰਘ ਦੇ ਮੂੰਹ ਵਿੱਚ ਬੁਰਕੀ ਅੜ ਗਈ। 50 ਪੁਰਾਣੀਆਂ ਅਖਬਾਰਾਂ ਫੋਲਦਿਆਂ ਫੋਲਦਿਆਂ ਊਧਮ ਸਿੰਘ ਨੂੰ ਪਤਾ ਲੱਗਾ ਕਿ ਡਾਇਰ ਨੂੰ ਇੰਗਲੈਂਡ ਪਹੁੰਚਣ ਉੱਤੇ ਅੰਗਰੇਜ਼ਾਂ ਨੇ ਹਿੰਦੁਸਤਾਨ ਦਾ ਰਾਖਾ ਹੋਣ ਦਾ ਖਿਤਾਬ ਦਿੱਤਾ। ਮਾਰਨਿੰਗ ਪੋਸਟ ਅਖਬਾਰ ਨੇ ਡਾਇਰ ਦੀ ਬਹਾਦਰੀ ਦਾ ਇਨਾਮ ਦੇਣ ਲਈ ਫੰਡ ਖੋਲ੍ਹਿਆ। 26,317 ਪੌਂਡ ਇਕੱਠੇ ਕਰਕੇ ਉਸ ਨੂੰ ਭੇਜੇ ਗਏ। ਇਹ ਖਬਰ ਪੜ੍ਹ ਕੇ ਊਧਮ ਸਿੰਘ ਦੇ ਰੌਂਗਟੇ ਖੜੇ ਹੋ ਗਏ। ਉਹ ਸੋਚਣ ਲੱਗਾ ਕਿ ਹੁਕਮਰਾਨ ਕੌਮ ਦੇ ਲੋਕ ਵੀ ਕਿਵੇਂ ਅਨਿਆਂ ਪੱਖੀ ਹੋ ਜਾਂਦੇ ਹਨ। ਹੁਕਮਰਾਨ ਕੌਮ ਦੇ ਅਖਬਾਰ ਤੇ ਕਚਹਿਰੀਆਂ ਕਿਵੇਂ ਨਿਆਂ ਕਰਨ ਦੀ ਥਾਂ ਅਨਿਆਂ ਕਰਨ ਉੱਤੇ ਤੁਲ ਜਾਂਦੀਆਂ ਹਨ। ਹੁਕਮਰਾਨ ਲੋਕ ਨਿਰਦੋਸ਼ ਲੋਕਾਂ ਦੇ ਖੂਨ ਨਾਲ ਆਪਣੇ ਬਗੀਚੇ ਸਿੰਜਦੇ ਖਿੜਦੇ ਵੇਖ ਕੇ ਕਿੰਨੇ ਖੁਸ਼ ਹੁੰਦੇ ਹਨ। ਊਧਮ ਸਿੰਘ ਦੇ ਮਨ ਅੰਦਰ ਕਾਤਲ ਤੇ ਕਤਲ ਦੇ ਹਾਮੀਆਂ ਦੇ ਉਲਟ ਇੱਕ ਆਤਿਸ਼ਫਿਸ਼ਾਂ ਪਹਾੜ ਕੰਬ ਉੱਠਿਆ। ਜਦ ਉਸਨੇ ਪੜ੍ਹਿਆ ਕਿ ਡਾਇਰ ਨੂੰ ਅਧਰੰਗ ਹੋ ਗਿਆ ਸੀ ਤੇ ਫਿਰ ਉਹ ਮੰਜੇ ਤੋਂ ਨਾ ਉੱਠ ਸਕਿਆ ਤਾਂ ਉਸਦਾ ਧਿਆਨ ਡਾਇਰ ਵੱਲੋਂ ਹਟ ਕੇ ਓਡਵਾਇਰ ਵੱਲ ਚਲਾ ਗਿਆ। ਉਸਨੂੰ ਪਤਾ ਲੱਗਾ ਕਿ ਓਡਵਾਇਰ ਗੁਰਦੁਆਰੇ ਆਉਂਦਾ ਰਿਹਾ ਹੈ। ਸਿੱਖਾਂ ਦੀਆਂ ਬਹਾਦਰੀਆਂ ਦਾ ਜ਼ਿਕਰ ਕਰਕੇ ਉਹਨਾਂ ਨੂੰ ਖੁਸ਼ ਕਰਨ ਦਾ ਯਤਨ ਕਰਦਾ ਰਿਹਾ ਹੈ ਤੇ ਭੋਲੇ ਭਾਲੇ ਕੁਝ ਕਿਰਤੀ ਸਿੱਖਾਂ ਨੇ ਵੱਡੇ ਸਰਦਾਰਾਂ, ਸਰਦਾਰ ਬਹਾਦਰਾਂ, ਮਲਕਾਂ ਤੇ ਮਹਾਰਾਜਿਆਂ ਦੇ ਦਬਾਅ ਵਿੱਚ ਆ ਕੇ ਓਡਵਾਇਰ ਨੂੰ ਪੰਜਾਬ ਦੀ ਸੇਵਾ ਕਰਨ ਲਈ ਸਰੋਪਾ ਵੀ ਦਿੱਤਾ ਹੈ। ਇਹ ਗੱਲਾਂ ਜਾਣ ਕੇ ਸਰੋਪਾ ਦੇਣ ਤੇ ਦਿਵਾਉਣ ਵਾਲਿਆਂ ਉੱਤੇ ਉਸਨੂੰ ਬੜਾ ਗੁੱਸਾ ਆਇਆ। ਉਸਨੇ ਸੋਚਿਆ, ਜਿੱਥੇ ਦੇਸ਼ ਭਗਤਾਂ ਤੇ ਕੁਰਬਾਨੀ ਕਰਨ ਵਾਲਿਆਂ ਦੀ ਕੋਈ ਗਿਣਤੀ ਨਹੀਂ, ਉੱਥੇ ਦੇਸ਼ ਧਰੋਹੀ ਤੇ ਬੁਜ਼ਦਿਲਾਂ ਦੀ ਵੀ ਕੋਈ ਘਾਟ ਨਹੀਂ। ਉਹ ਇਸ ਤਾੜ ਵਿੱਚ ਰਹਿਣ ਲੱਗਾ ਕਿ ਜਦ ਕਦੇ ਵੀ ਓਡਵਾਇਰ ਗੁਰਦੁਆਰੇ ਆਇਆ ਉਹ ਉਸਨੂੰ ਵੇਖਣ ਲਈ ਜਾਏਗਾ। ਇੱਕ ਦਿਨ ਉਸਨੂੰ ਪਤਾ ਲੱਗਾ ਕਿ ਅਗਲੇ ਐਤਵਾਰ ਖਾਲਸਾ ਕਾਲਜ ਅੰਮ੍ਰਿਤਸਰ ਦਾ ਰਹਿ ਚੁੱਕਾ ਪ੍ਰਿੰਸੀਪਲ ਵਾਦਨ ਗੁਰਦੁਆਰੇ ਆ ਰਿਹਾ ਹੈ। ਉਹ ਉਸ ਦਿਨ ਤੜਕੇ ਹੀ ਗੁਰਦੁਆਰੇ ਵੱਲ ਤੁਰ ਪਿਆ। ਰਾਹ ਵਿੱਚ ਉਸਨੂੰ ਇੱਕ ਜਾਣੂ ਪਛਾਣੂ ਮਿਲ ਪਿਆ। ਜਦ ਉਹ ਸ਼ੈਪਰਡਜ਼ ਬੁਸ਼ ਸਟੇਸ਼ਨ ਉੱਤੇ ਪਹੁੰਚੇ ਤਾਂ ਊਧਮ ਸਿੰਘ ਦੀ ਸੱਜੀ ਬੀਣੀ ਉੱਤੇ ਪੱਟੀ ਬੱਧੀ ਵੇਖ ਕੇ ਉਸਨੇ ਪੁੱਛਿਆ, ਸਰਦਾਰ ਜੀ, ਆ ਪੱਟੀ ਕਹੀ ਬੱਧੀ ਹੈ? ਕੋਈ ਸੱਟ ਤਾਂ ਨਹੀਂ ਲੱਗੀ? ਪਰਸੋਂ ਰਾਤ ਮੈਂ ਚਿਰਕਾ ਜਿਹਾ ਘਰ ਮੁੜਿਆ ਸਾਂ। ਸਾਲੇ 2 ਗੁੰਡੇ ਪੈਸੇ ਖੋਹਣ ਆ ਪਏ। ਇੱਕ ਨੇ ਪਿੱਛੋਂ ਜੱਫਾ ਮਾਰ ਲਿਆ, ਦੂਜਾ ਜੇਬਾਂ ਟਟੋਲਣ ਲੱਗਾ। 2 ਗਲਾਸ ਪੀਤੇ ਹੋਏ ਸੀਗੇ। ਛੱਡਾ ਮਾਰਿਆ ਤੇ ਉਹਦੇ ਜੱਫੇ ਵਿੱਚੋਂ ਨਿਕਲ ਗਿਆ। ਇੰਨੀ ਦੇਰ ਨੂੰ ਗੋਰਾ ਕੋਲੋਂ ਦੀ ਲੰਘਿਆ। ਮੈਂ ਸੋਚਿਆ ਕੁਝ ਮਦਦ ਕਰੂ। ਉਹ ਪਿੱਠ ਦੇ ਕੇ ਕੋਲੋਂ ਲੰਘ ਗਿਆ। ਮੈਂ ਸੀ ਇਕੱਲਾ, ਉਹ ਸੀ 2। ਫੇਰ ਆ ਪਏ। ਇਸ ਵਾਰੀ ਮੈਂ ਤਗੜਾ ਹੋ ਪਿਆ। ਇੱਕ ਨੂੰ ਮੈਂ ਗੋਡੀ ਕਰ ਲਿਆ, ਪਰ ਦੂਜਾ ਕੁਝ ਸੱਟਾਂ ਮਾਰ ਗਿਆ। ਫਿਰ ਨਾ ਸੁੱਠੇ ਦੂਰੋਂ ਇੱਕ ਮੋਟਰ ਆਉਂਦੀ ਵੇਖ ਕੇ। ਇੱਕ ਦਾ ਇੱਕ ਬੂਟ ਉੱਥੇ ਹੀ ਰਹਿ ਗਿਆ। ਸੱਟਾਂ ਬਾਲੀਆਂ ਤਾਂ ਨਹੀਂ ਲੱਗੀਆਂ, ਥੋੜ੍ਹੀਆਂ ਮੋਹਰਾਂ ਦੁਖਦੀਆਂ। ਨਾਲੇ ਸਾਲੇ ਨੇ ਬਾਂਹ ਉੱਤੇ 3-4 ਚੱਕ ਕੱਢ ਮਾਰੇ। ਸਾਲੇ ਝੂਠ ਕਿਤੋਂ ਦੇ। ਮੈਨੂੰ ਵੀ ਤਰਕਾਲਾਂ ਵੇਲੇ ਪੈ ਗਏ ਸੀ 3-4 ਗੋਰੇ, ਪਰ ਮੈਂ ਦੌੜ ਕੇ ਬੱਸ ਚੜ੍ਹ ਗਿਆ। ਸਾਲੇ ਪੈਸੇ ਤਾਂ ਨਹੀਂ ਲੈ ਗਏ? ਸਾਡੇ ਕੋਲ ਪੈਸੇ ਕਿੱਥੇ? ਇਹ ਸਾਲੇ ਸਮਝਦੇ ਆ ਹਰ ਪੱਗ ਵਾਲੇ ਕੋਲ ਪੈਸੇ ਹੁੰਦੇ ਆ। ਉਹ ਅਜੇ ਗੁਰਦੁਆਰੇ ਪਹੁੰਚੇ ਹੀ ਸਨ ਕਿ ਉਹਨਾਂ ਵੇਖਿਆ ਕਿ 5-7 ਸਿੱਖ ਇੱਕ ਗੋਰੇ ਦੇ ਦੁਆਲੇ ਖਲੋਤੇ ਸਨ। ਇੱਕ ਪੜ੍ਹਿਆ ਲਿਖਿਆ ਸੂਟ ਬੂਟ ਵਾਲਾ ਨੌਜਵਾਨ ਉਹਨਾਂ ਨਾਲ ਬੜੇ ਚਾਅ ਨਾਲ ਗੱਲਾਂ ਕਰ ਰਿਹਾ ਸੀ। ਬਾਕੀ ਹੂੰ ਹਾਂ ਕਰਕੇ ਹੁੰਗਾਰਾ ਦੇ ਰਹੇ ਸਨ। ਉਸਨੇ ਤਾੜ ਲਿਆ ਕਿ ਇਹੋ ਵਾਦਨ ਹੈ। ਵਾਦਨ ਨੂੰ ਹੋਰ ਸਿੱਖਾਂ ਨਾਲ ਹਾਲ ਵਿੱਚ ਬੈਠ ਕੇ ਚਾਹ ਪੀਂਦਿਆਂ ਵੇਖ ਕੇ ਊਧਮ ਸਿੰਘ ਨੂੰ ਬੜੀ ਚਿੱਪ ਚੜ੍ਹੀ। ਉਸਨੂੰ ਮਾਸਟਰ ਚਤਰ ਸਿੰਘ ਦੀ ਬਹਾਦਰੀ ਤੇ ਕੁਰਬਾਨੀ ਦਾ ਚੇਤਾ ਆ ਗਿਆ। ਉਸਦਾ ਸਰੀਰ ਕੰਬ ਉੱਠਿਆ। ਉਹ ਆਪਣੇ ਮਨ ਨੂੰ ਕਾਬੂ ਕਰਨ ਲਈ ਪੌੜੀਆਂ ਉੱਤਰ ਕੇ ਲੰਗਰ ਵਿੱਚ ਆ ਪਹੁੰਚਿਆ। ਉੱਥੇ ਭਾਈ ਨੂੰ ਇਕੱਲਿਆਂ ਚਾਹ ਪੀਂਦਿਆਂ ਵੇਖ ਕੇ ਪੁੱਛਿਆ, ਤਿਲੰਗਿਆ ਇਕੱਲਾ ਬੈਠਾ? ਮੈਥੋਂ ਨਹੀਂ ਹੁੰਦੀਆਂ ਗੋਰਿਆਂ ਦੀਆਂ ਚਾਪਲੂਸੀਆਂ। ਸਾਲਾ ਕਈ ਵਾਰੀ ਆਇਆ ਰਹਿੰਦਾ। ਭਾਈ ਦੀ ਗੱਲ ਸੁਣ ਕੇ ਊਧਮ ਸਿੰਘ ਦੇ ਮਨ ਵਿੱਚ ਭਾਈ ਲਈ ਸਤਿਕਾਰ ਪੈਦਾ ਹੋ ਗਿਆ। ਉਸਨੇ ਕਿਹਾ, ਭਾਈ ਮੈਂ ਤੈਨੂੰ ਤਿਲੰਗਾ ਕਹਿ ਬੈਠਾ, ਮਾਫੀ ਦੇ ਦੇਈਂ। ਕਿਹਨੂੰ ਕਿਹਨੂੰ ਦਊਂ ਮਾਫੀ? ਕਈ ਮੂੰਹ ਤੇ ਕਹਿ ਦਿੰਦੇ ਆ, ਕਈ ਪਿੱਠ ਪਿੱਛੇ ਕਹਿ ਲੈਂਦੇ ਆ। ਮੈਥੋਂ ਨਹੀਂ ਦੇਣ ਹੁੰਦੀ ਮਾਫੀ ਮੂਫੀ। ਆ ਘੁੱਟ ਪੀਣੀ ਤਾਂ ਪੀ ਲੈ। ਸਾਡੇ ਰਸਾਲੇ ਵਿੱਚ ਨਿਚੱਲੀ ਚਾਹ ਪਿੱਛੇ ਝਗੜੇ ਹੋ ਜਾਂਦੇ ਸੀਗੇ।
ਇਹ ਸੀ ਗਿਆਨੀ ਕੇਸਰ ਸਿੰਘ ਦੇ ਲਿਖੇ ਨਾਵਲ ਸ਼ਹੀਦ ਊਧਮ ਸਿੰਘ ਦੀ ਆਡੀਓ ਬੁੱਕ ਦਾ ਤੀਸਰਾ ਹਿੱਸਾ।